ਨਾਨਕ ਸਿੰਘ ਦਾ ਨਾਵਲ ਪ੍ਰੇਮ ਸੰਗੀਤ ਦਾ ਤੀਸਰਾ ਅੰਗ। ਜਸਵੰਤ ਸਿੰਘ ਨੂੰ ਕਲਕੱਤੇ ਆਇਆਂ ਚੋਖਾ ਚਿਰ ਹੋ ਗਿਆ। ਇੱਕ ਦਿਨ ਦਾ ਜ਼ਿਕਰ ਹੈ, ਉਸ ਸੰਧਿਆ ਵੇਲੇ ਟਾਂਗੇ ਤੇ ਸਵਾਰ ਹੋ ਕੇ ਕਿਸੇ ਕੰਮ ਤੋਂ ਮੁੜਿਆ ਆ ਰਿਹਾ ਸੀ। ਇਸ ਵੇਲੇ ਹਨੇਰਾ ਹੋ ਚੁੱਕਾ ਸੀ। ਜਸਵੰਤ ਸਿੰਘ ਦਾ ਟਾਂਗਾ ਇੱਕ ਅਜਿਹੇ ਬਾਜ਼ਾਰ ਚੋਂ ਲੰਘ ਰਿਹਾ ਸੀ ਜਿਹਦੇ ਇੱਕ ਪਾਸੇ ਕਰਕੇ ਕੁਝ ਟੁੱਟੇ ਫੁੱਟੇ ਮਕਾਨ ਸਨ, ਜਿਨ੍ਹਾਂ ਵਿੱਚੋਂ ਇੱਕ ਦੇ ਵਰਾਂਡੇ ਵਿੱਚੋਂ ਕਿਸੇ ਦੇ ਹਾਏ ਹਾਏ ਕਰਕੇ ਕੁਰਲਾਉਣ ਦੀ ਆਵਾਜ਼ ਆ ਰਹੀ ਸੀ। ਜਸਵੰਤ ਸਿੰਘ ਦੇ ਦਿਲ ਤੇ ਇਸ ਕੁਰਲਾਹਟ ਨੇ ਗਹਿਰਾ ਪਰ ਅਸਰ ਕੀਤਾ। ਉਹਨੇ ਟਾਂਗਾ ਰੋਕ ਲਿਆ ਤੇ ਥੱਲੇ ਉਤਰ ਕੇ ਆਵਾਜ਼ ਦੀ ਸੇਧ ਤੇ ਤੁਰਿਆ ਗਿਆ। ਉਹ ਕੀ ਵੇਖਦਾ ਹੈ? ਇੱਕ ਢੱਠਾ ਹੋਇਆ ਵਰਾਂਡਾ ਹੈ ਜਿਹਦੀ ਛੱਤ ਨਹੀਂ ਸੀ, ਕੰਧਾਂ ਹੀ ਕੰਧਾਂ ਖੜੀਆਂ ਸਨ ਤੇ ਇਸ 'ਚ ਗੋਡੇ ਗੋਡੇ ਗੰਦ ਕੂੜਾ ਭਰਿਆ ਸੀ। ਉਹਦੇ ਇੱਕ ਪਾਸੇ ਕਈ ਲੂਲੇ ਲੰਘੇ ਮੰਗਤੇ ਗੋਦੜੀਆਂ ਲਈ ਲੰਮੇ ਪਏ ਹੋਏ ਸਨ। ਇਸ ਵਰਾਂਡੇ ਦੀ ਇੱਕ ਨੁਕਰੇ ਇੱਕ ਬੁੱਢਾ ਮੰਗਤਾ ਮੌਤ ਦੀ ਉਡੀਕ 'ਚ ਅੱਡੀਆਂ ਰਗੜ ਰਿਹਾ ਸੀ। ਜਸਵੰਤ ਸਿੰਘ ਚੋਖਾ ਚਿਰ ਵਰਾਂਡੇ ਤੋਂ ਬਾਹਰ ਖੜਾ ਇਹ ਸਭ ਕੁਝ ਵੇਖਦਾ ਰਿਹਾ। ਇਹਨੇ ਨੂੰ ਦੂਸਰੀ ਨੁਕਰੇ ਪਏ ਹੋਏ ਮੰਗਤਿਆਂ ਵਿੱਚੋਂ ਇੱਕ ਨੇ ਗੋਦੜੀ 'ਚੋਂ ਸਿਰ ਕੱਢ ਕੇ ਗੁੱਸੇ ਨਾਲ ਕਿਹਾ, अरे क्यों काय काय लगा रखी है? रात भर यूं ही चिल्लाया करेगा तो हम लोगों को नींद कैसे आएगी? इस वेले एक होर आवाज आई। ये किसी जनानी दी सी। मुंह झोंसा मरदुआ कान खाए जात है। वो छोकरी रांड जाने कहाँ चली जात है छोड़कर। रात भर हाय हाय करत कपार खाए डारत। जसवंत सिंह पासों होर सहारा ना हो सकिया। उन्हें छेती नाल गांह वध के बुढ़े दी हालत वेखी। दूसरे मंगतियां दी पत्थर दिली ते उन्हें बड़ा गुस्सा आ रहा सी। ਉਹਨੇ ਪਿਆਰ ਨਾਲ ਬੁੱਢੇ ਨੂੰ ਕਿਹਾ, ਬਾਬਾ ਕਿਆ ਬਾਤ ਹੈ, ਕਿਆ ਤਕਲੀਫ ਹੈ? ਬੁੱਢੇ ਨੇ ਸਿਰ ਚੁੱਕ ਕੇ ਉਤਾਂਹ ਕੀਤਾ। ਹਨੇਰੇ ਕਰਕੇ ਉਹ ਜਸਵੰਤ ਸਿੰਘ ਦੀ ਸ਼ਕਲ ਨਾ ਵੇਖ ਸਕਿਆ। ਬੋਲਿਆ, ਲੱਲੀ ਆ ਗਈ ਕਿਆ? ਬੜੀ ਦੇਰ ਕਰ दी हो। कपार दर्द से फुट हो जाता है, तमाम देह जल हो जाता है, जाने का हो ही गया हो। ਜਸਵੰਤ ਸਿੰਘ ਸਮਝ ਗਿਆ ਕਿ ਇਹਦੀ ਕੋਈ ਲੜਕੀ ਕੁਛ ਲੈਣ ਗਈ ਹੋਏਗੀ ਤੇ ਉਹਨੇ ਬੁੱਢੇ ਦਾ ਹੱਥ ਫੜ ਕੇ ਹਮਦਰਦੀ ਨਾਲ ਕਿਹਾ, ਬਾਬਾ ਕਿਆ ਤਕਲੀਫ ਹੈ ਕੁਛ? ਉਹ ਹੈਰਾਨ ਹੋ ਗਿਆ। ਬੁੱਢੇ ਦਾ ਹੱਥ ਅੰਗਾਰਾਂ ਵਾਂਗ ਤਪ ਰਿਹਾ ਸੀ। ਉਹਨੇ ਅਨੁਮਾਨ ਲਾਇਆ ਕਿ ਇਹਨੂੰ ਘੱਟੋ ਘੱਟ 105 ਦਰਜੇ ਬੁਖਾਰ ਹੈ। ਉਹਨੇ ਕਿਹਾ, ਬਾਬਾ ਤੁਮਕੋ ਬੜਾ ਬੁਖਾਰ ਹੈ, तुम्हारी लड़की कहाँ गई? बुढ़े ने मर्दावी आवाज पछान के कहा, बाबू जी आप कौन? लली नहीं आई का? ਇਸੇ ਵੇਲੇ ਇੱਕ ਮੁਟਿਆਰ ਮਿੱਟੀ ਦੇ ਕਸੋਰੇ 'ਚ ਦੁੱਧ ਤੇ ਛੋਟੀ ਜੀ ਕੁੱਜੀ 'ਚ ਸ਼ਾਇਦ ਕੋਈ ਦਵਾਈ ਲੈ ਕੇ ਬੁੱਢੇ ਦੇ ਪਾਸ ਆਈ। ਕੁੜੀ ਦੇ ਰੁੱਖੇ ਵਾਲ ਉਹਦੇ ਚਿਹਰੇ ਤੇ ਖਿੱਲਰ ਰਹੇ ਸਨ। ਉਹ ਘੜੀ ਮੁੜੀ ਹੱਥ ਨਾਲ ਉਹਨਾਂ ਨੂੰ ਪਿੱਛੇ ਹਟਾਉਂਦੀ ਸੀ। ਬੁੱਢੇ ਪਾਸ ਇੱਕ ਓਪਰੇ ਮਨੁੱਖ ਨੂੰ ਖੜਾ ਵੇਖ ਕੇ ਉਹ ਘਾਬਰ ਗਈ। ਉਸ ਦਾ ਖਿਆਲ ਸੀ ਕੋਈ ਲਹਿਣੇਦਾਰ ਭਾਵੇਂ ਇੱਥੇ ਵੀ ਆ ਪਹੁੰਚਾ ਹੈ। ਉਸ ਨੇ ਥਿੜਕਵੀਂ ਆਵਾਜ਼ ਨਾਲ ਪੁੱਛਿਆ, ਬਾਬੂ ਜੀ ਕਿਆ ਪੁੱਛਤੇ ਹੋ? ਮੇਰੇ ਚਾਚਾ ਬੜੇ बीमार हैं, इनके पास कुछ नहीं ना, इन्हें कुछ मत कहना। जसवंत सिंह ने धीरज ते शांति का भाव दिखाने हुए कहा, देवी डरो मत, तुम्हारे चाचा को मैं कोई तकलीफ देने नहीं आया। इनकी आवाज सुनकर आया था, जे देखूं क्या तकलीफ है। कुड़ी नूं ढारस बजी। उन्हें निम्रता नाल कहा, बाबू जी इनको 15 दिन से ज्वर आ रहा है, ना जाने कब छूटेगा। ਫਿਰ ਉਹ ਬੁੱਢੇ ਦੀ ਸਰਾਂਦੀ ਬੈਠ ਕੇ ਉਹਦਾ ਸਿਰ ਆਪਣੇ ਗੋਡੇ ਤੇ ਰੱਖ ਕੇ ਤੇ ਉਹਦੇ ਰੁੱਖੇ ਤੇ ਚਿੱਟੇ ਵਾਲਾਂ ਉੱਤੇ ਪਿਆਰ ਨਾਲ ਹੱਥ ਫੇਰਦੀ ਹੋਈ ਬੋਲੀ, ਚਾਚਾ लो दूध पी लो, थोड़ी दवा भी खा लो। गुस्साई कहत रहा कि दवाई खाने से ज्वर छूट जाएगा। ਬੁੱਢੇ ਨੇ ਪਿਆਰ ਨਾਲ ਕੁੜੀ ਦਾ ਹੱਥ ਆਪਣੇ ਹੱਥਾਂ 'ਚ ਲੈ ਕੇ ਤੇ ਆਪਣੀ ਛਾਤੀ ਤੇ ਰੱਖਦਿਆਂ ਹੋਇਆ ਕਿਹਾ, ਲੱਲੀ ਬਿਟਿਆ ਅਬ ਦਵਾ ਮਤ ਖਿਲਾਓ, ਮੇਰੇ ਦਿਨ ਅਬ ਹੋ ਚੁੱਕੇ, ਅਬ ਨਹੀਂ ਜੀਊਂਗਾ। ਕਹਿੰਦਿਆਂ ਬੁੱਢੇ ਦੀਆਂ ਅੱਖਾਂ 'ਚੋਂ ਜਲ ਧਾਰ ਵਹਿ ਤੁਰੀ। ਕੁੜੀ ਨੂੰ ਵੀ ਗੱਚ ਆ ਗਿਆ। ਉਹ ਡੁਸਕਦੀ ਹੋਈ ਬੁੱਢੇ ਦੀ ਛਾਤੀ ਤੇ ਸਿਰ ਰੱਖ ਕੇ ਬੋਲੀ, ਚਾਚਾ ਕਿਆ ਕਹਿਤੋ ਤੁਮ? ਅਭੀ ਅੱਛੇ। ਤੇ ਸਿਸਕੀਆਂ ਲੈ ਕੇ ਰੋਣ ਲੱਗ ਪਈ। ਜਸਵੰਤ ਸਿੰਘ ਪਾਸੋਂ ਇਹ ਦਿਲ ਵਿੰਨਵਾਂ ਸਮਾਂ ਵੇਖਿਆ ਨਹੀਂ ਸੀ ਜਾਂਦਾ। ਉਹ ਬੁੱਢੇ ਨੂੰ ਇਸ ਤਰ੍ਹਾਂ ਮੌਤ ਦੇ ਮੂੰਹ ਛੱਡ ਕੇ ਜਾਣਾ ਵੀ ਨਹੀਂ ਸੀ ਚਾਹੁੰਦਾ। ਉਹ ਵੇਖ ਰਿਹਾ ਸੀ ਕਿ ਜੇ ਬੁੱਢਾ ਮਰ ਗਿਆ ਤਾਂ ਇਸ ਵਿਚਾਰੀ ਅਲੜ ਕੁੜੀ ਦਾ ਪਤਾ ਨਹੀਂ ਕੀ ਹਾਲ ਹੋਵੇ। ਉਹਨੇ ਜ਼ਰਾ ਦ੍ਰਿੜਤਾ ਨਾਲ ਕੁੜੀ ਨੂੰ ਕਿਹਾ, ਦੇਵੀ तुम इस तरह रो कर उनकी तकलीफ मत बढ़ाओ। फिर बुढ़े ਨੂੰ कहने लगा, बाबा इस तरह रोकर बेचारी को क्यों रुलाते हो? परमात्मा करेगा तुम अच्छे हो जाओगे। और इस तरह पड़े पड़े बहुत तकलीफ पा रहे हो, पास में कोई दूसरा भी तो नहीं है। तुम चाहो तो मेरे मकान पर चले चलो, मैं सब तरह का बंदोबस्त कर दूंगा। बुढ़े ਦੀ ਨਜ਼ਰ ਕਮਜ਼ੋਰ ਸੀ, ਦੂਜਾ ਹਨੇਰਾ ਸੀ। ਉਹ ਜਸਵੰਤ ਸਿੰਘ ਨੂੰ ਚੰਗੀ ਤਰ੍ਹਾਂ ਵੇਖ ਨਹੀਂ ਸੀ ਸਕਦਾ। ਪਰ ਕੁੜੀ ਨੇ ਇੱਕ ਵਾਰੀ ਧਿਆਨ ਨਾਲ ਸਿਰ ਤੋਂ ਪੈਰਾਂ ਤੱਕ ਜਸਵੰਤ ਸਿੰਘ ਵੱਲ ਤੱਕਿਆ ਤੇ ਫਿਰ ਬੁੱਢੇ ਨੂੰ ਕਹਿਣ ਲੱਗੀ, ਚਾਚਾ ਇਹ ਬਾਬੂ ਜੀ ਕਿਆ कहते हैं सुना? ਬੁੱਢੇ ਨੇ ਉੱਤਰ ਦਿੱਤਾ, ਜੈਸੇ तुम्हारी मर्जी लल्ली। ਤੇ ਫਿਰ ਜਸਵੰਤ ਸਿੰਘ ਨੂੰ ਕਹਿਣ ਲੱਗਾ, ਬਾਬੂ ਜੀ
भगवान तुम्हारा भला करे, हम लोग बड़ी तकलीफ में हैं। हमको घर पर ले चलोगे तो तुमको भी तकलीफ होगी। बाबूजी, वक्त अच्छा नहीं है, हम लोग बहुत डरते हैं। जसवंत सिंह उदा मतलब समझ के बोले, बाबा किसी बात का फिक्र मत करो, आप मेरे बाप के तुल हैं। तुम्हारी हालत देखकर और इस लड़की को देखकर मेरा दिल फटा जाता है। परमात्मा पर भरोसा रखो। ਕੁੜੀ ਦੇ ਤੇ ਬੁੱਢੇ ਦੇ ਦਿਲ ਤੇ ਜਸਵੰਤ ਸਿੰਘ ਦੀਆਂ ਨਿਸ਼ਕਪਟ ਤੇ ਬੇਗਰਜ਼ ਗੱਲਾਂ ਦਾ ਕੁਝ ਐਸਾ ਅਸਰ ਪਿਆ ਕਿ ਹੋਰ ਇੱਕ ਅੱਖਰ ਕਹੇ ਤੋਂ ਬਿਨਾਂ ਹੀ ਉਸ ਨਾਲ ਜਾਣ ਲਈ ਤਿਆਰ ਹੋ ਪਏ। ਜਸਵੰਤ ਸਿੰਘ ਨੇ ਇੱਕ ਟਾਂਗਾ ਲਿਆਂਦਾ ਤੇ ਦੋਹਾਂ ਨੇ ਬੁੱਢੇ ਨੂੰ ਸੰਭਾਲ ਕੇ ਟਾਂਗੇ ਦੀ ਪਿਛਲੀ ਸੀਟ ਤੇ ਲਟਾ ਲਿਆ। ਉਹਦੇ ਨਾਲ ਹੀ ਕੁੜੀ ਵੀ ਬੈਠ ਗਈ। ਇੱਕ ਦੋ ਪੋਟਲੀਆਂ, ਦੋ ਤਿੰਨ ਗੋਦੜੀਆਂ ਤੇ ਇੱਕ ਲੱਕੜ ਦਾ ਖੋਖਾ, ਬਸ ਇਹੋ ਉਹਨਾਂ ਦਾ ਅਸਬਾਬ ਸੀ ਜੋ ਉਸਨੇ ਨਾਲ ਹੀ ਰੱਖ ਲਿਆ। ਜਸਵੰਤ ਸਿੰਘ ਦਾ ਮਕਾਨ ਬੜਾ ਖੁੱਲ੍ਹਾ ਸੀ। ਉਹਦੇ ਹੇਠ ਉੱਤੇ ਕਈ ਕਮਰੇ ਵਿਹਲੇ ਸਨ। ਘਰ ਪਹੁੰਚ ਕੇ ਉਹਨੇ ਹੇਠਲਾ ਕਮਰਾ ਉਹਨਾਂ ਨੂੰ ਖੁਲਾ ਦਿੱਤਾ ਤੇ ਯਥਾ ਲੋੜ ਚੀਜ਼ਾਂ ਉੱਪਰੋਂ ਮੰਗਾ ਕੇ ਉੱਚ ਰਖਾ ਦਿੱਤੀਆਂ। ਉਸੇ ਵੇਲੇ ਡਾਕਟਰ ਸੱਦਿਆ ਗਿਆ। ਡਾਕਟਰ ਨੇ ਰੋਗੀ ਦੀ ਪ੍ਰੀਖਿਆ ਕਰਨ ਤੋਂ ਬਾਅਦ ਮਕਾਨ ਤੇ ਜਾ ਕੇ ਇੱਕ ਸ਼ੀਸ਼ੀ ਵਿੱਚ ਦਵਾਈ ਤੇ ਕੁਝ ਪੁੜੀਆਂ ਜਸਵੰਤ ਸਿੰਘ ਦੇ ਨੌਕਰ ਹੱਥ ਭੇਜ ਦਿੱਤੀਆਂ। ਸਭ ਸਮਾਨ ਪਹੁੰਚ ਜਾਣ ਤੇ ਉਹਨਾਂ ਦਾ ਉਤਾਰਾ ਹੋ ਜਾਣ ਤੋਂ ਬਾਅਦ ਜਸਵੰਤ ਸਿੰਘ ਇੱਕ ਵਾਰੀ ਫਿਰ ਉਹਨਾਂ ਦੇ ਕਮਰੇ 'ਚ ਆਇਆ। ਇਸ ਵਿੱਚ ਲੈਂਪ ਦਾ ਚਾਨਣ ਹੋ ਰਿਹਾ ਸੀ। ਦਵਾਈ ਪੀਣ ਤੋਂ ਬਾਅਦ ਬੁੱਢੇ ਦੀ ਅੱਖ ਲੱਗ ਗਈ ਸੀ। ਕੁੜੀ ਨੇ ਜਸਵੰਤ ਸਿੰਘ ਨੂੰ ਕਮਰੇ 'ਚ ਆਇਆ ਵੇਖਿਆ। ਬੁੱਢੇ ਦੀ ਸਰਹੰਦੀ ਬੈਠੀ ਹੋਈ ਸੀ। ਉੱਠ ਕੇ ਖੜੀ ਹੋ ਗਈ। ਉਹਨੇ ਜਸਵੰਤ ਸਿੰਘ ਦੇ ਚਿਹਰੇ ਵੱਲ ਤੱਕਿਆ ਤੇ ਦੂਜੀ ਵਾਰੀ ਧੰਨਵਾਦ ਭਰੀ ਨਜ਼ਰ ਨਾਲ ਫਿਰ ਤੱਕ ਕੇ ਬੋਲੀ, ਬਾਊ ਜੀ, तुमने हम गरीबों की खातर बड़ी तकलीफ उठाई है, इसका बदला भगवान तुमको देंगे। ਜਸਵੰਤ ਸਿੰਘ ਨੂੰ ਘੜੀ ਮੁੜੀ ਉਹਨਾਂ ਦੋਹਾਂ ਦੇ ਮੂੰਹੋਂ ਆਪਣੀ ਵਡਿਆਈ ਦੇ ਸ਼ਬਦ ਸੁਣ ਕੇ ਡਾਢੀ ਸ਼ਰਮ ਆ ਰਹੀ ਸੀ। ਨਾਲ ਹੀ ਕੁੜੀ ਦੀਆਂ ਗੱਲਾਂ 'ਚ ਪਤਾ ਨਹੀਂ ਕੀ ਤਾਸੀਰ ਭਰੀ ਹੋਈ ਸੀ ਜਿਨ੍ਹਾਂ ਨੇ ਉਸ ਉੱਤੇ ਜਾਦੂ ਦਾ ਅਸਰ ਕੀਤਾ। ਉਹ ਅੱਖਾਂ ਨੀਵੀਆਂ ਪਾ ਕੇ ਬੋਲਿਆ, देवी, बार बार ये बातें मत करो। हर एक मनुष्य का फर्ज है कि वो किसी दीन दुखी की सहायता करे। जिस चीज की जरूरत हुआ करे नौकर को कह के मंगा लिया करो। अंग चौथा। ਜਸਵੰਤ ਸਿੰਘ ਤਨੋਂ ਮਨੋਂ ਹੋ ਕੇ ਬੁੱਢੇ ਦਾ ਇਲਾਜ ਕਰਾਉਂਦਾ। ਰੋਜ਼ 2 ਵੇਲੇ ਡਾਕਟਰ ਆਉਂਦਾ ਸੀ ਪਰ ਬੁੱਢੇ ਨੂੰ ਕੋਈ ਫਰਕ ਨਾ ਪਿਆ। ਜਸਵੰਤ ਸਿੰਘ ਹਮਦਰਦੀ ਨਾਲ ਲਬਾ ਲੱਭ ਭਰ ਕੇ ਜਦੋਂ ਉਸ ਦੇ ਪਾਸ ਜਾ ਬਹਿੰਦਾ ਸੀ ਤੇ ਮਿੱਠੀਆਂ ਗੱਲਾਂ ਸੁਣਾ ਕੇ ਉਹਦਾ ਦੁੱਖ ਘਟਾਉਣ ਦਾ ਯਤਨ ਕਰਦਾ ਸੀ ਤਾਂ ਪਾਸ ਬੈਠੀ ਕੁੜੀ ਨੂੰ ਇੱਕ ਵਾਰੀ ਸਾਰੇ ਦੁੱਖ ਦਰਦ ਭੁੱਲ ਜਾਂਦੇ ਸਨ। ਉਹ ਜਸਵੰਤ ਸਿੰਘ ਪਾਸੋਂ ਪਰਦਾ ਨਹੀਂ ਸੀ ਕਰਦੀ ਪਰ ਉਹਦੇ ਸਾਹਮਣੇ ਹੁੰਦਿਆਂ ਹੀ ਸ਼ਰਮ ਦਾ ਪਰਦਾ ਉਹਦੇ ਚੌਹਾਂ ਪਾਸਿਓਂ ਲਿਪਟ ਜਾਂਦਾ ਸੀ। ਉਹ ਬੱਚੇ ਨਾਲ ਗੱਲਾਂ ਕਰਦੀ ਕਰਦੀ ਜਸਵੰਤ ਸਿੰਘ ਦੀ ਸ਼ਕਲ ਵੇਖਦੀ ਗੁੰਮ ਹੋ ਜਾਂਦੀ ਸੀ। 10ਵੇਂ ਕੁ ਦਿਨ ਰਾਤ ਨੂੰ ਜਦ ਡਾਕਟਰ ਰੋਗੀ ਦੀ ਪ੍ਰੀਖਿਆ ਕਰਕੇ ਵਾਪਸ ਜਾਣ ਲੱਗਾ ਤਾਂ ਸਾਹਮਣੇ ਉਹ ਜਸਵੰਤ ਸਿੰਘ ਆ ਗਿਆ। ਡਾਕਟਰ ਉਹਨੂੰ ਵੇਖ ਕੇ ਠਹਿਰ ਗਿਆ। ਜਸਵੰਤ ਸਿੰਘ ਨੇ ਪੁੱਛਿਆ, ਸੁਣਾਓ ਡਾਕਟਰ ਸਾਹਿਬ, ਰੋਗੀ ਦਾ ਕੀ ਹਾਲ ਹੈ? ਡਾਕਟਰ ਕੁਝ ਚਿਰ ਸੋਚਦਾ ਰਿਹਾ, ਫਿਰ ਬੋਲਿਆ, ਸਰਦਾਰ ਜੀ, ਤੁਸੀਂ ਬੜੇ ਪਰਉਪਕਾਰੀ ਜੀਵ ਹੋ। ਰੋਗੀ ਦੀ ਜਾਨ ਬਚਾਉਣ ਲਈ ਤੁਸੀਂ ਕੋਈ ਕਸਰ ਬਾਕੀ ਨਹੀਂ ਛੱਡੀ। ਮੈਂ ਵੀ ਹੱਦੋਂ ਪਰੇ ਯਤਨ ਕੀਤਾ ਪਰ ਮਾਲੂਮ ਹੁੰਦਾ ਹੈ ਇਹ ਤੰਦਰੁਸਤ ਮੁਸ਼ਕਿਲ ਹੀ ਹੋਏਗਾ। ਟਾਈਫਾਈਡ ਫੀਵਰ ਨੇ ਇਸ ਤੇ ਪੂਰਾ ਗਲਬਾ ਪਾ ਲਿਆ। ਜੇ 1-2 ਦਿਨ ਹੋਰ ਕੱਟ ਗਿਆ ਤਾਂ ਹੋ ਸਕਦਾ ਇਹਦੀ ਜ਼ਿੰਦਗੀ ਖਤਰੇ 'ਚੋਂ ਨਿਕਲ ਜਾਏ, ਪਰ ਮੈਨੂੰ ਇਹਦੀ ਉਮੀਦ ਬਹੁਤ ਘੱਟ ਹੈ। ਇੰਨਾ ਕਹਿ ਕੇ ਡਾਕਟਰ ਚਲਾ ਗਿਆ ਤੇ ਜਸਵੰਤ ਸਿੰਘ ਉਦਾਸ ਮੂੰਹ ਬੁੱਢੇ ਦੇ ਕਮਰੇ ਵੱਲ ਆਇਆ। ਲੱਲੀ ਜੀ ਦਾ ਅਸਲ ਨਾਮ ਮਾਇਆ ਸੀ। ਇਸ ਵੇਲੇ ਉਹਦੀ ਸਰਹੰਦੀ ਵੱਲ ਕੁਰਸੀ ਤੇ ਬੈਠੀ ਦੋਵੇਂ ਕੂਣੀਆਂ ਬੁੱਢੇ ਦੀ ਮੰਜੀ ਤੇ ਟੇਕ ਕੇ ਦੋਹਾਂ ਹੱਥਾਂ ਤੇ ਮੂੰਹ ਰੱਖ ਕੇ ਉਹਦੀਆਂ ਅੱਖਾਂ ਬੰਦ ਸਨ। ਉਹ ਸਮਝ ਗਿਆ ਕਿ ਵਿਚਾਰੀ ਦੀ ਜਗਰਾਤੇ ਕੱਟ ਕੇ ਇਹ ਹਾਲਤ ਹੋ ਰਹੀ ਹੈ। ਬੁੱਢਾ ਵੀ ਇਸ ਵੇਲੇ ਟਿਕਿਆ ਹੋਇਆ ਸੀ। ਮੰਜੇ ਦੇ ਖੱਬੇ ਪਾਸੇ ਪਈ ਇੱਕ ਹੋਰ ਕੁਰਸੀ ਉੱਤੇ ਜਸਵੰਤ ਸਿੰਘ ਛੋਪੜਾ ਹੀ ਬੈਠ ਗਿਆ। ਮਾਇਆ ਦੀਆਂ ਬੰਦ ਅੱਖਾਂ ਤੇ ਕੁਮਲਾਏ ਹੋਏ ਚਿਹਰੇ ਉੱਤੇ ਫਿਰ ਉਹਦੀ ਨਿਗਾਹ ਪਈ। ਉਹ ਕਿੰਨਾ ਚਿਰ ਟਿਕਟਿਕੀ ਲਾ ਕੇ ਤੱਕਦਾ ਰਿਹਾ, ਜਿਸ ਤਰ੍ਹਾਂ ਕੂੜੇ ਕਰਕਟ 'ਚ ਰੁਲ ਰਿਹਾ ਹੋਣ ਤੇ ਵੀ ਹੀਰੇ ਦੀ ਚਮਕ ਆਪਣਾ ਆਪ ਦੱਸੇ ਬਿਨਾਂ ਨਹੀਂ ਰਹਿੰਦੀ। ਇਸੇ ਤਰ੍ਹਾਂ ਮਾਇਆ ਦਾ ਉਦਾਸ ਚਿਹਰਾ ਤੇ ਜਗਰਾਤਿਆਂ ਨਾਲ ਸੁੱਜੀਆਂ ਹੋਈਆਂ ਅੱਖਾਂ ਵੀ ਉਹਦੀ ਸੁੰਦਰਤਾ 'ਚ ਕੋਈ ਫਰਕ ਨਹੀਂ ਸਨ ਪਾ ਰਹੀਆਂ। ਥੋੜੇ ਚਿਰ ਬਾਅਦ ਮਾਇਆ ਦੀ ਜਾਗ ਖੁੱਲੀ। ਇਸ ਵੇਲੇ ਉਹਦੀ ਨਿਗਾਹ ਸਾਹਮਣੇ ਬੈਠੇ ਜਸਵੰਤ ਸਿੰਘ ਤੇ ਪਈ। ਉਹਨੂੰ ਵੇਖਦਿਆਂ ਹੀ ਕੁੜੀ ਦੀਆਂ ਅੱਖਾਂ ਨਿਉਂ ਗਈਆਂ ਤੇ ਉਹ ਦਿਲ 'ਚ ਸ਼ਰਮਸਾਰ ਜੀ ਹੋ ਕੇ ਸੋਚਣ ਲੱਗੀ, ਖਬਰੇ ਕਦੋਂ ਦੇ ਬੈਠੇ ਨੇ, ਕਿਹੇ ਦੇਵਤੇ ਮਨੁੱਖ ਨੇ, ਅਮੀਰਾਂ ਵਾਲੀ ਜ਼ਰਾ ਵੀ ਐਂਟ ਪੈਂਟ ਨਹੀਂ। ਫਿਰ ਉਹ ਨੀਵੀਂ ਜੀ ਆਵਾਜ਼ 'ਚ ਬੋਲੀ, बाबू जी, आप कब से आए? जाकर आराम करें, हम गरीबों खातर क्यों इतनी तकलीफ उठा रहे हैं? जसवंत सिंह संगदा संगदा बोलिया, माया, फिर वही बातें, हाँ बताओ तुम्हारे चाचा का क्या हाल है? बाबू जी, क्या बताऊं, रात भर नींद नहीं आई। अभी डॉक्टर आए थे, कहते थे जल्दी आराम हो जाएगा। जसवंत सिंह ने हलीमी नाल कहा, माया,
तुम इतने दिन से रात भर जागा करती हो, इस तरह बीमार हो जाओगी। आज तुम सो जाओ, तुम्हारे चाचा के पास मैं बैठूंगा। ਮਾਇਆ ਨੂੰ ਧੰਨਵਾਦ ਲਈ ਸ਼ਬਦ ਨਹੀਂ ਸਨ ਲੱਭਦੇ। ਜਸਵੰਤ ਸਿੰਘ ਦੇ ਮੂੰਹ ਨਿਕਲੇ ਹੋਏ ਵਾਕ ਉਹਨੂੰ ਕਿਸੇ ਮਧੁਰ ਰਾਗਨੀ ਨਾਲੋਂ ਵੱਧ ਮਿੱਠੇ ਲੱਗਦੇ ਸਨ। ਉਹਦੇ ਅਹਿਸਾਨਾਂ ਥੱਲੇ ਦਬ ਕੇ ਅੱਗੇ ਹੀ ਚੂਰ ਚੂਰ ਹੋਈ ਪਈ ਸੀ। ਉੱਤੋਂ ਇਹ ਇੰਨੀ ਵੱਡੀ ਉਦਾਰਤਾ, ਉਹਦੀਆਂ ਅੱਖਾਂ 'ਚ ਅੱਥਰੂ ਆ ਗਏ ਤੇ ਬੇਬਲਤਾ ਭਰੀ ਆਵਾਜ਼ 'ਚ ਬੋਲੀ, ਬਾਬੂ ਜੀ ਆਪ। ਤੇ ਗਲੇਡੂਆਂ ਨੇ ਉਹਦੀ ਆਵਾਜ਼ ਬੰਦ ਕਰ ਦਿੱਤੀ। ਜਸਵੰਤ ਸਿੰਘ ਦੇ ਦਿਲ ਤੇ ਕੋਈ ਪੁਸ਼ਪ ਬਾਣਾ ਦੀ ਵਾਛੜ ਹੋ ਰਹੀ ਸੀ। ਉਹਨੇ ਅੱਖਾਂ ਚੁੱਕ ਕੇ ਇੱਕ ਵਾਰੀ ਫੇਰ ਕੁੜੀ ਵੱਲ ਤੱਕਿਆ। ਉਹਦੇ ਚਿਹਰੇ ਤੇ ਉਦਾਸੀ ਤੇ ਮਲੀਨਤਾ ਦੇ ਕੋਈ ਚਿੰਨ੍ਹ ਨਹੀਂ ਸਨ, ਸਗੋਂ ਇੱਕ ਅਜੀਬ ਤਰ੍ਹਾਂ ਦੀ ਲਾਲੀ ਉੱਥੇ ਡਲਕਾ ਮਾਰ ਰਹੀ ਸੀ। ਇਸੇ ਵੇਲੇ ਬੁੱਢੇ ਦੀ ਅੱਖ ਖੁੱਲੀ। ਉਹਨੇ ਮੰਜੇ ਤੇ ਸੱਜੇ ਖੱਬੇ ਮਾਇਆ ਤੇ ਜਸਵੰਤ ਸਿੰਘ ਨੂੰ ਵੇਖਿਆ। ਉਹਦੀਆਂ ਅੱਖਾਂ, ਜਿਨ੍ਹਾਂ ਵਿੱਚ ਹੁਣੇ ਹੀ ਮੁਰਦੇ ਹਾਣੀ ਛਾਈ ਸੀ, ਇੱਕ ਚਮਕ ਜਿਹੀ ਪੈਦਾ ਹੋਈ ਤੇ ਚਿਹਰੇ ਦੀ ਪਲੱਤਣ ਪਲ ਦੀ ਪਲ ਲਈ ਚਟਿਆਈ ਵਿੱਚ ਬਦਲ ਗਈ। ਉਹਦੀ ਜ਼ਬਾਨ ਵਿੱਚ ਬੋਲਣ ਦੀ ਅਸੰਗ ਹੋਈ। ਉਹਨੇ ਕੁੜੀ ਵੱਲ ਹੱਥ ਵਧਾ ਕੇ ਕਿਹਾ, ਲੱਲੀ ਕਹੋ ਚਾਚਾ, ਕਹਿ ਕੇ ਮਾਇਆ ਮੰਜੇ ਦੀ ਬਾਹੀ ਫੜ ਕੇ ਸਿਰ ਬੁੱਢੇ ਦੇ ਮੂੰਹ ਪਾਸ ਲੈ ਗਈ ਤੇ ਉਹਦੇ ਮੱਥੇ ਨੂੰ ਆਪਣੀਆਂ ਉਂਗਲਾਂ ਨਾਲ ਟਟੋਲਣ ਲੱਗ ਪਈ। ਬੁੱਢੇ ਨੇ ਫਿਰ ਜਸਵੰਤ ਸਿੰਘ ਵੱਲ ਕਰੁਣਾ ਭਾਵ ਨਾਲ ਤੱਕਦਿਆਂ ਹੋਇਆ ਕਿਹਾ, ਬਾਬੂ ਜੀ। ਤੇ ਜਸਵੰਤ ਸਿੰਘ ਕੁਰਸੀ ਤੋਂ ਨਿਉਂ ਕੇ ਉਹਦੇ ਉੱਪਰ ਝੁਕ ਗਿਆ। ਬੁੱਢੇ ਨੇ ਮੱਥੇ ਤੇ ਫਿਰ ਰਹੇ ਮਾਇਆ ਦੇ ਕੋਮਲ ਹੱਥ ਨੂੰ ਆਪਣੇ ਖਿੰਗਰ ਵਰਗੇ ਹੱਥ 'ਚ ਬੜੇ ਹੌਲੀ ਜਿਹੇ ਫੜ ਲਿਆ। ਫਿਰ ਉਹਦੀ ਖੱਬੀ ਬਾਂਹ ਵਿੱਚ ਹਿਲਜੁਲ ਪੈਦਾ ਹੋਈ। ਕੰਬਦੀ ਤੇ ਬਹੁਤ ਹੌਲੀ ਉਸਦੀ ਬਾਂਹ ਛਾਤੀ ਤੋਂ ਤਾਂ ਉੱਠੀ। ਇਹ ਵੱਧਦੀ ਹੋਈ ਜਸਵੰਤ ਸਿੰਘ ਦੇ ਕੋਟ ਦੇ ਕਾਲਰ ਤੱਕ ਜਾ ਪੁੱਜੀ। ਜਸਵੰਤ ਸਿੰਘ ਨੇ ਉਹਦਾ ਹੱਥ ਆਪਣੇ ਹੱਥ 'ਚ ਲੈ ਲਿਆ। ਬੁੱਢੇ ਦੇ ਬਰਫ਼ ਵਰਗੇ ਹੱਥ ਨੇ ਜਸਵੰਤ ਸਿੰਘ ਦੇ ਨਿੱਘੇ ਹੱਥ ਨੂੰ ਹੌਲੀ ਹੌਲੀ ਆਪਣੇ ਵੱਲ ਖਿੱਚਣਾ ਸ਼ੁਰੂ ਕੀਤਾ। ਉਹਦੇ ਸੱਜੇ ਹੱਥ 'ਚ ਮਾਇਆ ਦਾ ਹੱਥ ਸੀ, ਖੱਬੇ 'ਚ ਜਸਵੰਤ ਸਿੰਘ ਦਾ। ਹੌਲੀ ਹੌਲੀ ਉਹਦੀਆਂ ਦੋਵੇਂ ਬਾਹਾਂ ਫਿਰ ਛਾਤੀ ਤੇ ਆ ਗਈਆਂ। ਫਿਰ ਉਹਨੇ ਕੰਬਦੀਆਂ ਬਾਹਾਂ ਨਾਲ ਹੌਲੀ ਹੌਲੀ ਕੁੜੀ ਦੀ ਬਾਂਹ ਜਸਵੰਤ ਸਿੰਘ ਦੇ ਹੱਥ 'ਚ ਦੇਂਦਿਆਂ ਹੋਇਆਂ ਬੜੀ ਧੀਮੀ ਆਵਾਜ਼ 'ਚ ਕਿਹਾ, ਬਾਬੂ ਜੀ मेरी बिटिया को मैं तुम्हारे हाथों संभालता हूँ बाबू, इसका और कोई नहीं। ਕਹਿੰਦਿਆਂ ਉਹਨੂੰ ਸਾਹ ਚੜ ਗਿਆ ਤੇ ਹੋਰ ਕੁਝ ਕਹਿਣ ਤੋਂ ਬਿਨਾਂ ਹੀ ਉਹਨੇ ਆਪਣੇ ਦੋਵੇਂ ਹੱਥ ਢਿੱਲੇ ਕਰ ਦਿੱਤੇ। ਹੌਲੀ ਹੌਲੀ ਦੋਹਾਂ ਨੇ ਆਪੋ ਆਪਣੇ ਹੱਥ ਖਿੱਚ ਲਏ। ਹੱਥਾਂ ਦੀ ਛੋਹ ਨੇ ਦੋਹਾਂ ਦੇ ਸਾਰੇ ਸਰੀਰ ਵਿੱਚ ਬਿਜਲੀ ਫੇਰ ਦਿੱਤੀ। ਬੁੱਢੇ ਦੇ ਸੰਖੇਪ ਜਿਹੇ ਸ਼ਬਦ ਉਹਨਾਂ ਦੇ ਕੰਨਾਂ ਨੇ ਕਿਸੇ ਡਾਢੇ ਮਿੱਠੇ ਪ੍ਰੇਮ ਸੰਗੀਤ ਵਾਂਗ ਸੁਣੇ, ਜਿਸ ਨੇ ਦੋਹਾਂ ਦੇ ਦਿਲਾਂ ਵਿੱਚ ਇੱਕ ਅਨੋਖੀ ਝਰਨਾਹਟ ਫੇਰ ਦਿੱਤੀ। ਬੁੱਢਾ ਕੁਝ ਨਾ ਬੋਲਿਆ ਤੇ ਦੋਵੇਂ ਚੋਖਾ ਚਿਰ ਚੁੱਪਚਾਪ ਬੈਠੇ ਰਹੇ। ਮਾਇਆ ਭਾਵੇਂ ਕਈਆਂ ਦਿਨਾਂ ਤੋਂ ਨੀਂਦਰੇ ਕੱਟ ਰਹੀ ਸੀ, ਪਰ ਇਸ ਨੀਂਦਰ ਦੇ ਵੇਲੇ ਜਸਵੰਤ ਸਿੰਘ ਦਾ ਬੇਆਰਾਮੀ 'ਚ ਬੈਠਣਾ ਉਹ ਤੋਂ ਸਹਾਰਿਆ ਨਹੀਂ ਸੀ ਜਾਂਦਾ। ਉਹਨੇ ਇੱਕ ਵਾਰੀ ਫੇਰ ਕਿਹਾ, ਬਾਬੂ ਜੀ ਆਪ ਜਾकर सो जाएं। जसवंत सिंह ने कहा, माया मैं आज नहीं जाऊंगा, तुम सो जाओ। ਮਾਇਆ ਨੂੰ ਫੇਰ ਕੁਝ ਕਹਿਣ ਦਾ ਹੌਸਲਾ ਨਾ ਪਿਆ ਤੇ ਦੋਵੇਂ ਉਸੇ ਤਰ੍ਹਾਂ ਘੰਟਾ ਕੁ ਹੋਰ ਬੈਠੇ ਰਹੇ। ਪਰ ਮਾਇਆ ਦੇ ਦਿਲ 'ਚ ਖੁਦਕੁਤੀ ਹੋ ਰਹੀ ਸੀ। ਉਸ ਲਈ ਇੱਕ ਮਿੰਟ ਔਖਿਆਈ ਦਾ ਬੀਤ ਰਿਹਾ ਸੀ, ਜਦ ਕਿ ਉਹਨੂੰ ਜਸਵੰਤ ਸਿੰਘ ਦੀ ਬੇਆਰਾਮੀ ਦਾ ਖਿਆਲ ਆਉਂਦਾ ਸੀ। ਚਮਚੇ ਨਾਲ ਬੁੱਢੇ ਦੇ ਮੂੰਹ 'ਚ ਦੁਆ ਪਾ ਕੇ ਤੇ ਸ਼ੀਸ਼ੇ ਇੱਕ ਪਾਸੇ ਰੱਖਦਿਆਂ ਹੋਇਆ ਮਾਇਆ ਨੇ ਇੱਕ ਵਾਰੀ ਫੇਰ ਦਿਲ ਤਕੜਾ ਕਰਕੇ ਕਿਹਾ, ਬਾਬੂ ਜੀ तुम सो जाओ, तुमको मेरे सिर की कसम, जाकर सो जाओ। जसवंत सिंह ਨੂੰ ਇੱਥੇ पहुंच के हार मननी पई। वो बोलिया, माया तुम बड़ी पगली हो। अच्छा तो मैं जाता हूँ, थोड़ी देर तक फिर आऊँगा, और इससे पहले अगर ज़रूरत पड़े तो बगल वाले कमरे में नौकर सोया पड़ा है, उसको आवाज़ देकर बुला लेना। अच्छा कह के माया ने बूहा खोलिया ਤੇ ਜਸਵੰਤ ਸਿੰਘ ਉੱਠ ਕੇ ਉੱਪਰ ਚਲਾ ਗਿਆ। ਮੰਜੇ ਤੇ ਪਿਆਂ ਜਸਵੰਤ ਸਿੰਘ ਦੇ ਦਿਮਾਗ 'ਚ ਤਰ੍ਹਾਂ ਤਰ੍ਹਾਂ ਦੇ ਖਿਆਲ ਚੱਕਰ ਲਾ ਰਹੇ ਸਨ। ਕਿੰਨਾ ਚਿਰ ਉਹਨੂੰ ਨੀਂਦ ਨਾ ਆਈ। ਕਦੇ ਤਾਂ ਖੁਸ਼ੀ ਨਾਲ ਇੱਕ ਵਾਰਗੀ ਹੀ ਭੜਕ ਪੈਂਦਾ ਤੇ ਉਹਦੇ ਅੰਗ ਪਰ ਪ੍ਰਸੰਨਤਾ ਨੱਚਣ ਲੱਗ ਪੈਂਦੀ, ਪਰ ਕਿਸੇ ਹੋਰ ਖਿਆਲ ਦੇ ਆਉਂਦਿਆਂ ਹੀ ਉਹ ਡੂੰਘੀ ਚਿੰਤਾ ਵਿੱਚ ਲੀਨ ਹੋ ਜਾਂਦਾ ਸੀ। ਇਸੇ ਉਤਾਰ ਚੜਾਅ 'ਚ ਚੌਖੀ ਰਾਤ ਬੀਤ ਗਈ। ਇਸੇ ਵੇਲੇ ਕਮਰੇ 'ਚ ਲੱਗੀ ਹੋਈ ਕਲੌਕ ਨੇ 12 ਵਜਾਏ। ਹੁਣੇ ਬੁੱਢੇ ਦੀ ਖਬਰ ਲੈਣ ਜਾਣਾ, ਇਹ ਖਿਆਲ ਕਰਕੇ ਉਹਨੇ ਨੀਂਦ ਦੀ ਉਡੀਕ 'ਚ ਅੱਖਾਂ ਮੀਟ ਲਈਆਂ। ਉਹਨੂੰ ਅਜੇ ਠੌਂਕਾ ਜਿਹਾ ਆਇਆ ਹੀ ਸੀ ਕਿ ਉਹਦੀ ਅੱਖ ਖੁੱਲ ਗਈ। ਘੜੀ ਨੇ ਅਜੇ ਹੁਣੇ 12 ਵਜਾਏ ਸਨ ਤੇ ਹੁਣੇ ਫੇਰ ਇੰਨੀ ਲੰਮੀ ਟਨ। ਇਹ ਕੀ ਮਾਮਲਾ ਹੈ, ਖਰਾਬ ਤਾਂ ਨਹੀਂ ਹੋ ਗਈ? ਇਹ ਸੋਚ ਕੇ ਉਹਨੇ ਪਾਸਾ ਪਰਤਿਆ ਤੇ ਘੜੀ ਦੀਆਂ ਸੂਈਆਂ ਵੱਲ ਵੇਖਣ ਲੱਗਾ। ਉਸ ਤੇ 1 ਵਜਣ 'ਚ ਕੁਝ ਮਿੰਟ ਹੀ ਬਾਕੀ ਸਨ, ਪਰ ਆਵਾਜ਼ ਅਜੇ ਵੀ ਬੰਦ ਨਹੀਂ ਸੀ ਹੋਈ। ਨੀਂਦਰ ਦਾ ਨਸ਼ਾ ਦਿਮਾਗ 'ਚ ਉਤਰਦਿਆਂ ਹੀ ਉਹਨੂੰ ਪਤਾ ਲੱਗਾ ਕਿ ਆਵਾਜ਼ ਘੜੀ ਦੀ ਨਹੀਂ, ਬਲਕਿ ਕਿਸੇ ਸੁਰੀਲੇ ਸਾਜ਼ ਦੀ ਹੈ ਤੇ ਆਵਾਜ਼ ਹੇਠੋਂ ਆ ਰਹੀ ਹੈ।
ਇਸ ਤੋਂ ਕੁਝ ਚਿਰ ਬਾਅਦ ਝਾਟੀ ਸਾਜ਼ ਨਾਲ ਇਉਂ ਮਾਲੂਮ ਹੁੰਦਾ ਸੀ ਜਿਕਣ ਕੋਈ ਡਾਢੀ ਮਹੀਨ ਸੁਰ 'ਚ ਗਾ ਰਿਹਾ। ਆਵਾਜ਼ ਮਿੱਠੀ ਤੇ ਦਿਲ 'ਚ ਖੁੱਭਦੀ ਜਾ ਰਹੀ ਸੀ। ਉਹ ਛੇਤੀ ਨਾਲ ਮੰਜੇ ਤੋਂ ਉੱਠਿਆ। ਉਹਦਾ ਖਿਆਲ ਸੀ ਕਿ ਬਾਜ਼ਾਰ 'ਚ ਕੋਈ ਗਾ ਰਿਹਾ, ਪਰ ਇਸ ਅੱਧੀ ਰਾਤ ਵੇਲੇ ਉਹਨੇ ਉੱਠ ਕੇ ਬਾਰੀ ਖੋਲ੍ਹੀ ਤੇ ਬਾਜ਼ਾਰ ਵੱਲ ਤੱਕਿਆ। ਬਾਜ਼ਾਰ 'ਚ ਹਰ ਪਾਸੇ ਘੁੱਪ, ਹਨੇਰਾ ਤੇ ਚੁੱਪ-ਚਾਂਦ ਸੀ। ਸਾਹਮਣੇ ਵਾਲੀ ਹਲਵਾਈ ਦੀ ਹੱਟੀ ਤੇ ਕੜਾਈ ਖੁਰਚਣ ਦੀ ਆਵਾਜ਼ ਆ ਰਹੀ ਸੀ, ਪਰ ਗਾਉਣ ਵਾਲੇ ਦੀ ਆਵਾਜ਼ ਅਜੇ ਵੀ ਉਹਨੂੰ ਸਾਫ਼ ਸੁਣਾਈ ਦੇ ਰਹੀ ਸੀ। ਉਹਨੇ ਚੰਗੀ ਤਰ੍ਹਾਂ ਕੰਨ ਲਾ ਕੇ ਗਾਉਣ ਦੀ ਤੁਕ ਨੂੰ ਸਮਝਣ ਦੀ ਕੋਸ਼ਿਸ਼ ਕੀਤੀ। ਇਹ ਤੁਕ ਉਹਨੂੰ ਜਾਣੀ ਪਛਾਣੀ ਜਿਹੀ ਮਾਲੂਮ ਹੋਈ। ਪਪੀਹਾ ਕਾਹੇ ਮਚਾਵੇ ਸ਼ੋਰ। ਉਹ ਇਸ ਤੋਂ ਪਹਿਲਾਂ ਵੀ ਕਦੇ ਸੁਣਿਆ ਹੈ, ਪਰ ਕਿੱਥੇ, ਕਿਸ ਪਾਸੋਂ, ਇਹਦਾ ਉਹਨੂੰ ਚੇਤਾ ਨਹੀਂ ਸੀ ਆਉਂਦਾ। ਉਹ ਬੂਹਾ ਖੋਲ੍ਹ ਕੇ ਪੌੜੀਆਂ ਉਤਰਦਾ ਹੋਇਆ ਹੇਠਾਂ ਆਇਆ। ਆਵਾਜ਼ ਮਾਇਆ ਦੇ ਕਮਰੇ 'ਚੋਂ ਆ ਰਹੀ ਸੀ। ਬੂਹਾ ਥੋੜ੍ਹਾ ਖੁੱਲ੍ਹਾ ਸੀ। ਉਹਨੇ ਦੱਬੇ ਪੈਰੀਂ ਬੂਹੇ ਦੇ ਇੱਕ ਪਾਸੇ ਹੋ ਕੇ ਅੰਦਰ ਦਾ ਨਜ਼ਾਰਾ ਵੇਖਿਆ। ਵੇਖਦਿਆਂ ਇੱਕ ਪੁਰਾਣੀ ਘਟਨਾ ਪ੍ਰਗਟ ਹੋ ਕੇ ਉਹਦੇ ਸਾਹਮਣੇ ਖੜੀ ਹੋ ਗਈ। ਉਹਦੇ ਅੰਦਰ ਬੰਬ ਦੇ ਗੋਲੇ ਵਾਂਗ ਇੱਕ ਭਿਆਨਕ ਆਵਾਜ਼ ਉੱਠੀ, ਗਾਉਣ ਵਾਲੀ, ਜਗਜੀਤ ਦੀ ਗਾਉਣ ਵਾਲੀ। ਇਸ ਘਟਨਾ ਨੇ ਇੱਕ ਪਲ ਲਈ ਉਹਨੂੰ ਅੱਧ-ਸ਼ੁਦਾਈ ਜਿਹਾ ਬਣਾ ਦਿੱਤਾ, ਪਰ ਉਹ ਝੱਟ ਹੀ ਸੰਭਲ ਕੇ ਅੰਦਰਲੇ ਦ੍ਰਿਸ਼ ਨੂੰ ਧਿਆਨ ਨਾਲ ਵੇਖਣ ਲੱਗ ਪਿਆ। ਪਹਿਲਾਂ ਤਾਂ ਉਹਨੇ ਸੋਚਿਆ ਕਿ ਅੰਦਰ ਚਲਾ ਜਾਵਾਂ, ਪਰ ਫਿਰ ਇਹ ਸੋਚ ਕੇ ਕਿ ਨਹੀਂ, ਮਾਇਆ ਮੈਨੂੰ ਵੇਖ ਕੇ ਗਾਉਣਾ ਬੰਦ ਕਰ ਦੇਗੀ, ਉੱਥੇ ਹੀ ਖੜਾ ਸੁਣਦਾ ਰਿਹਾ। ਬੁੱਢਾ ਇਸ ਵੇਲੇ ਰਜਾਈ ਦੀ ਢੱਸ ਨਾਲ ਲਾਈ ਹੱਥ 'ਚ ਬਲਾ ਫੜ ਕੇ ਹੌਲੀ-ਹੌਲੀ ਵਜਾ ਰਿਹਾ ਸੀ। ਭਾਵੇਂ ਉਹਦੇ ਹੱਥ ਕੰਬ ਰਹੇ ਸਨ, ਫਿਰ ਵੀ ਸੁਰ ਤਾਲ 'ਚ ਕੋਈ ਫਰਕ ਨਹੀਂ ਸੀ ਪੈਂਦਾ। ਮਾਇਆ ਇਸ ਵੇਲੇ ਬੁੱਢੇ ਦੇ ਪਾਸ ਮੰਜੀ ਤੇ ਬੈਠੀ ਬਾਂਹ ਨਾਲ ਉਹਨੂੰ ਸਹਾਰਾ ਦੇਈ ਡਾਢੀ ਮਿੱਠੀ ਸੁਰ ਨਾਲ ਗਾ ਰਹੀ ਸੀ। ਜਸਵੰਤ ਸਿੰਘ ਇੱਕ ਪਾਸੇ ਤਾਂ ਇਸ ਗਾਣੇ ਦੀ ਅਲੌਕਿਕ ਧੁਨ 'ਚ ਮਸਤ ਸੀ, ਦੂਜੇ ਪਾਸੇ ਪਿਛਲੀਆਂ ਗੱਲਾਂ ਦਾ ਚੇਤਾ ਆ ਕੇ ਉਹਦੇ ਦਿਲ 'ਚ ਅਜਬ ਹੀ ਖਲਬਲੀ ਪੈਦਾ ਕਰ ਰਿਹਾ ਸੀ। ਉਹਨੂੰ ਨਿਸ਼ਚਾ ਹੋ ਗਿਆ ਕਿ ਬਸ ਇਹੋ ਗਾਉਣ ਵਾਲੀ ਹੈ। ਮਾਇਆ ਨੇ ਗੀਤ ਸਮਾਪਤ ਕੀਤਾ ਤੇ ਬੁੱਢੇ ਦੇ ਹੱਥ ਵੀ ਸਿੱਥਲ ਹੋ ਗਏ। ਬੇਲਾ ਤੇ ਗਜ਼ ਉਹਦੇ ਹੱਥ 'ਚੋਂ ਛੁੜਕ ਗਏ। ਮਾਇਆ ਨੇ ਢੱਸ ਨਾ ਹਟਾ ਕੇ ਛੇਤੀ ਨਾਲ ਉਹਨੂੰ ਲੰਮਾ ਪਾ ਦਿੱਤਾ ਤੇ ਬੇਲਾ ਤੇ ਗਜ਼ ਚੁੱਕ ਕੇ ਉਸੇ ਟੁੱਟੇ ਹੋਏ ਪੌਖੇ 'ਚ ਰੱਖ ਆਈ। ਇਸੇ ਵੇਲੇ ਉਹਨੂੰ ਜਸਵੰਤ ਸਿੰਘ ਅੰਦਰ ਆਉਂਦਾ ਦਿਸਿਆ। ਇਹਨਾਂ ਦੋਹਾਂ ਦੀ ਨਿਗਾਹ ਜਦ ਬੁੱਢੇ ਤੇ ਪਈ ਤਾਂ ਉਹਨਾਂ ਨੂੰ ਹੱਥਾਂ ਪੈਰਾਂ ਦੀ ਪੈ ਗਈ। ਬੁੱਢਾ ਅੰਤਲੇ ਸਾਸਾਂ ਤੇ ਸੀ। ਮਾਇਆ ਛੇਤੀ ਨਾਲ ਬੁੱਢੇ ਦੇ ਉੱਪਰ ਝੁੱਕ ਕੇ ਕੰਬਦੇ ਹੱਥਾਂ ਤੇ ਧੜਕਦੇ ਦਿਲ ਨਾਲ ਉਹਦੇ ਸਰੀਰ ਨੂੰ ਹਿਲਾ ਕੇ ਚਾਚਾ ਚਾਚਾ ਆਵਾਜ਼ਾਂ ਦੇਣ ਲੱਗੀ, ਪਰ ਬੁੱਢੇ ਨੂੰ ਜ਼ੁਬਾਨ ਪੈ ਚੁੱਕੀ ਸੀ। ਜਸਵੰਤ ਸਿੰਘ ਨੇ ਛੇਤੀ ਨਾਲ ਉਹਦਾ ਹੱਥ ਫੜ ਕੇ ਵੇਖਿਆ। ਨਬਜ਼ ਕਿਸੇ ਵੇਲੇ ਬਰੀਕ ਧਾਗੇ ਵਾਂਗ ਚੱਲਦੀ ਮਾਲੂਮ ਹੁੰਦੀ ਸੀ ਤੇ ਵੇਖਦਿਆਂ ਉਹਦੀ ਚਾਲ ਗੁੰਮ ਹੋ ਗਈ। ਮਾਇਆ ਅਜੇ ਤੱਕ ਉਹਨੂੰ ਪੁਕਾਰ ਰਹੀ ਸੀ। ਜਸਵੰਤ ਸਿੰਘ ਨੇ ਇੱਕ ਦਰਦ ਭਰੀ ਆਵਾਜ਼ ਨਾਲ ਕਿਹਾ, ਮਾਇਆ ਅਬ ਸਬਰ ਕਰੋ, ਤੁਮਾਰੇ ਚਾਚਾ ਅਬ ਨਹੀਂ ਹੈ। ਇਹ ਸੁਣਦਿਆਂ ਹੀ ਉਹਦੇ ਸਬਰ ਦਾ ਕੜ ਪਾਟ ਗਿਆ। ਉਹਦੀਆਂ ਚੀਕਾਂ ਦੇ ਕੀਰਨੇ ਪੱਥਰਾਂ ਨੂੰ ਵੀ ਰੋਣ ਲੱਗੇ। ਉਹ ਸਾਰੀ ਰਾਤ ਬੁੱਢੇ ਦੀ ਛਾਤੀ ਤੇ ਸਿਰ ਰੱਖ ਕੇ ਤੇ ਦੋਵੇਂ ਬਾਹਾਂ ਲੋਥ ਦੁਆਲੇ ਲਪੇਟ ਕੇ ਰੋਂਦੀ ਰਹੀ ਤੇ ਜਸਵੰਤ ਸਿੰਘ ਵੀ ਸਾਰੀ ਰਾਤ ਉਹਦੇ ਕਮਰੇ 'ਚ ਬੈਠਾ ਰਿਹਾ। ਦੂਜੇ ਦਿਨ ਸਵੇਰੇ ਮਾਇਆ ਦੇ ਰੋਂਦਿਆਂ ਕੁਰਲਾਉਂਦਿਆਂ ਬੁੱਢੇ ਦੀ ਲੋਥ ਉਹਦੇ ਅੱਡ ਕਰਕੇ ਸ਼ਮਸ਼ਾਨ ਭੂਮੀ 'ਚ ਲਿਜਾਈ ਗਈ। ਸੰਸਕਾਰ ਤੋਂ ਬਾਅਦ ਮਾਇਆ ਰੋਂਦੀ ਧੋਂਦੀ ਆਪਣੇ ਕਮਰੇ 'ਚ ਆਈ। ਇਸ ਵੇਲੇ ਇਸ ਕਮਰੇ ਦੀ ਹਰ ਇੱਕ ਚੀਜ਼ ਵੱਲ ਵੇਖ ਕੇ ਉਹਦੇ ਦਿਲ 'ਚ ਚੀਸਾਂ ਪੈਂਦੀਆਂ ਸਨ। ਸ਼ੀਸ਼ੀ ਵਿੱਚ ਅੱਧੀ ਦਵਾ ਉਸੇ ਤਰ੍ਹਾਂ ਪਈ ਸੀ। ਗਲਾਸ ਵਾਲਾ ਦੁੱਧ ਵੀ ਜਿਉਂਦਾ ਤਿਉਂ ਸੀ। ਉਸ ਵਿੱਚ 4 ਚਮਚਿਆਂ ਤੋਂ ਵੱਧ ਉਸ ਬੁੱਢੇ ਨੂੰ ਨਹੀਂ ਸੀ ਪਿਆ ਸਕੀ। ਉਸ ਤੋਂ ਬਾਅਦ ਮਾਇਆ ਨੂੰ ਰਾਤ ਬਾਂਹ ਫੜਾਉਣ ਵਾਲੀ ਗੱਲ ਚੇਤੇ ਆਈ। ਫਿਰ ਉਹਨੂੰ ਰਾਤ 1 ਵਜੇ ਦੀ ਘਟਨਾ ਯਾਦ ਆਈ, ਜਦ ਬੁੱਢੇ ਨੇ ਊਂਘ ਰਹੀ ਮਾਇਆ ਨੂੰ ਆਵਾਜ਼ ਦੇ ਕੇ ਕਿਹਾ ਸੀ, ਲੱਲੇ ਬੇਟਾ ਅੱਜ ਕੋਈ ਗੀਤ ਤੋਂ ਸੁਣਾਓ। ਤੇ ਫਿਰ ਉਹਦਾ ਵਾਇਲਨ ਕੱਢ ਕੇ ਉਹਨੂੰ ਫੜਾਉਣਾ, ਉਹਦਾ ਕੰਬਦੇ ਹੱਥਾਂ ਨਾਲ ਉਹਨੂੰ ਸੁਰ ਕਰਕੇ ਵਜਾਉਣਾ। ਮਾਇਆ ਤੇ ਗਾਉਂਦਿਆਂ ਉਹਦੇ ਚਿਹਰੇ ਤੇ ਮੁਸਕਰਾਹਟ ਦੌੜ ਜਾਣੀ ਤੇ ਫਿਰ ਅੱਥਰੂ ਡਿੱਗਣੇ। ਇਹ ਸਭ ਗੱਲਾਂ ਉਹਨੂੰ ਵਾਰੋ-ਵਾਰੀ ਯਾਦ ਆ ਕੇ ਉਹਦੇ ਕਲੇਜੇ ਦੀ ਪੀੜ ਨੂੰ ਹੋਰ ਵੀ ਵਧਾ ਰਹੀਆਂ ਸਨ। ਜਸਵੰਤ ਸਿੰਘ ਦਾ ਦਿਲ ਉਹਦੀ ਇਹ ਹਾਲਤ ਵੇਖ ਕੇ ਘਾਉ-ਮਾਊ ਹੋ ਰਿਹਾ ਸੀ। ਉਹਨੂੰ ਇਸ ਕੋਠੜੀ 'ਚ ਇਕੱਲੀ ਛੱਡਣਾ ਨਹੀਂ ਸੀ ਚਾਹੁੰਦਾ। ਉਹ ਘੜੀ ਮੁੜੀ ਉਹਦੇ ਕਮਰੇ ਵਿੱਚ ਆਉਂਦਾ। ਉਹਨੂੰ ਵੇਖ ਕੇ ਮਾਇਆ ਦੇ ਦਿਲ ਨੂੰ ਢਾਰਸ ਜਿਹੀ ਹੁੰਦੀ ਤੇ ਨਾਲ ਹੀ ਝੱਟ ਉਹਦੀਆਂ ਅੱਖਾਂ ਘੜੇ ਪਲਟਣ ਲੱਗ ਪੈਂਦੀਆਂ ਸਨ। ਜਸਵੰਤ ਸਿੰਘ ਪਾਸੋਂ ਉਹਦੀ ਹਾਲਤ ਵੇਖੀ ਨਹੀਂ ਸੀ ਜਾਂਦੀ, ਨਾ ਹੀ ਉਹਨੂੰ ਕੁਝ ਕਹਿਣ ਦਾ ਹੀਆ ਕਰ ਸਕਦਾ ਸੀ। ਇਸੇ ਤਰ੍ਹਾਂ ਉਸ ਦਿਨ ਕਈ ਵਾਰੀ ਉਹ ਮਾਇਆ ਦੇ ਕਮਰੇ 'ਚ ਆਇਆ ਤੇ ਕਈ ਵਾਰੀ ਗਿਆ। ਮਾਇਆ ਨੂੰ ਇਸ ਵੇਲੇ ਜੇ ਜਸਵੰਤ ਸਿੰਘ ਦਾ ਆਸਰਾ ਨਾ ਹੁੰਦਾ ਤਾਂ ਪਤਾ ਨਹੀਂ ਉਹਦਾ ਜੀਵਨ ਕਿੰਨਾ ਦੁੱਖਮਈ ਹੁੰਦਾ। ਉਹ ਸਾਰਾ ਦਿਨ ਰੋਂਦੀ ਰਹੀ। ਜਸਵੰਤ ਸਿੰਘ ਤਰ੍ਹਾਂ ਦੀਆਂ ਗੱਲਾਂ ਤੇ ਦਿਲਬਰੀਆਂ ਨਾਲ ਉਹਨੂੰ ਚੁੱਪ ਕਰਾਉਣ ਦਾ ਯਤਨ ਕਰਦਾ ਸੀ, ਪਰ ਇਹ ਸਭ ਕੁਝ ਬਲਦੀ ਤੇ ਤੇਲ ਦਾ ਕੰਮ ਕਰ ਰਿਹਾ ਸੀ।
ਅਖੀਰ ਰਾਤ ਪੈ ਗਈ। ਹੁਣ ਜਸਵੰਤ ਸਿੰਘ ਨੂੰ ਇਹ ਚਿੰਤਾ ਹੋਈ ਕਿ ਵਿਚਾਰੀ ਕੱਲੀ ਇਸ ਕਮਰੇ 'ਚ ਕਿੱਕਣ ਸੋਵੇਂਗੀ। ਮਾਇਆ ਨੇ ਕੱਲ ਦੀ ਰਾਤ ਤੋਂ ਲੈ ਕੇ ਹੁਣ ਤੱਕ ਕੁਝ ਨਹੀਂ ਸੀ ਖਾਧਾ। ਜਸਵੰਤ ਸਿੰਘ ਦੇ ਬੜੇ ਕਹਿਣ ਸੁਣਨ ਤੋਂ ਬਾਅਦ ਉਹਨੇ 2-4 ਗਰਾਹੀਆਂ ਖਾਧੀਆਂ। ਅਖੀਰ ਜਸਵੰਤ ਸਿੰਘ ਨੇ ਬੜਾ ਪੱਕਾ ਦਿਲ करके कहा, माया तुम रात को इस कमरे में अकेली कैसे रहोगी? तुम चाहो तो मैं तुम्हारे सोने का बंदोबस्त ऊपर कर दूं? माया ने जसवंत सिंह वाल तकदियां होया कहा, बाबू जी इस कोठड़ी में तो मुझे बहुत डर लगता है। जिस कमरे 'ਚ ਜਸਵੰਤ ਸਿੰਘ ਸੌਂਦਾ ਸੀ ਉਹਦੇ ਨਾਲ ਵਾਲੇ ਕਮਰੇ 'ਚ ਮਾਇਆ ਦੇ ਸੌਣ ਦਾ ਪ੍ਰਬੰਧ ਕਰਕੇ ਉਸਨੇ ਉਹਨੂੰ ਉੱਪਰ ਲੈ ਆਂਦਾ। ਉਹ ਚੌਖੀ ਰਾਤ ਗਈ ਤੱਕ ਉਹਨੂੰ ਕਈ ਤਰ੍ਹਾਂ ਦੀਆਂ ਧੀਰਜ ਦਿਲਾਸੇ ਦੀਆਂ ਗੱਲਾਂ 'ਚ ਪਾ ਕੇ ਉਹਦੇ ਸ਼ੋਕ ਨੂੰ ਘਟਾਉਣ ਦਾ ਯਤਨ ਕਰਦਾ ਰਿਹਾ। ਅਖੀਰ ਉਹਨੂੰ ਉਸੇ ਕਮਰੇ ਵਿੱਚ ਛੱਡ ਕੇ ਉਹ ਆਪਣੇ ਕਮਰੇ 'ਚ ਚਲਾ ਗਿਆ। ਅੰਗ 5। ਕੀ ਇਹੋ ਮਾਇਆ ਅਸਲ 'ਚ ਗਾਉਣ ਵਾਲੀ ਹੈ ਜਿਸ ਦਾ ਜਗਜੀਤ ਨੇ ਜ਼ਿਕਰ ਕੀਤਾ ਸੀ? ਜਸਵੰਤ ਸਿੰਘ ਕਈ ਦਿਨ ਇਸ ਬਾਰੇ ਸੋਚਦਾ ਰਿਹਾ, ਪਰ ਨਿਸ਼ਚਿਤ ਤੌਰ ਤੇ ਕੋਈ ਨਿਰਣਾ ਨਾ ਕਰ ਸਕਿਆ। ਉਹਦਾ ਖਿਆਲ ਸੀ ਕਿ ਕਿਸੇ ਵੇਲੇ ਮਾਇਆ ਪਾਸੋਂ ਹੀ ਇਹ ਸਾਰਾ ਭੇਦ ਪੁੱਛੇ, ਪਰ ਉਹਦੀ ਸ਼ੋਕਮਈ ਹਾਲਤ ਉਹਨੂੰ ਕੁਝ ਪੁੱਛਣ ਤੋਂ ਰੋਕਦੀ ਸੀ। ਮਾਇਆ ਨੂੰ ਬੁੱਢੇ ਤੋਂ ਵਿਛੜਿਆਂ 3-4 ਮਹੀਨੇ ਬੀਤ ਗਏ। ਉਹਦੀ ਪਿੱਤਰੀ ਸੋਕ ਹੌਲੀ-ਹੌਲੀ ਘਟਣ ਲੱਗਾ। ਹੁਣ ਉਹ ਜਸਵੰਤ ਸਿੰਘ ਪਾਸੋਂ ਅੱਗੇ ਵਰਗੀ ਸ਼ਰਮ ਨਹੀਂ ਸੀ ਕਰਦੀ, ਕਿਉਂਕਿ ਉਹ ਜਾਣਦੀ ਸੀ ਕਿ ਇਸ ਤੋਂ ਬਿਨਾਂ ਸੰਸਾਰ 'ਚ ਉਹਦਾ ਕੋਈ ਨਹੀਂ। ਉਹਨੇ ਰਸੋਈ ਘਰ ਦਾ ਸਾਰਾ ਕੰਮ ਨੌਕਰ ਦੇ ਹੱਥੋਂ ਆਪ ਸਾਂਭ ਲਿਆ ਸੀ, ਕਿਉਂਕਿ ਵਿਹਲੀ ਬੈਠੀ-ਬੈਠੀ ਉਹ ਉਕਤਾ ਜਾਂਦੀ ਸੀ। ਇਹਨਾਂ ਦਿਨਾਂ ਵਿੱਚ ਜਸਵੰਤ ਸਿੰਘ ਦੀ ਹਾਲਤ ਦਿਨੋਂ ਦਿਨ ਵੱਟਦੀ ਜਾ ਰਹੀ ਸੀ। ਉਹਦੇ ਦਿਲ 'ਚ ਅਜਬ ਤਰ੍ਹਾਂ ਦਾ ਤੂਫਾਨ ਮਚਿਆ ਹੋਇਆ ਸੀ। ਇਸ ਪਰ ਮਾਇਆ ਦੇ ਉੱਚ ਗੁਣਾਂ ਨੇ, ਉਹਦੇ ਰਸੋਈ ਦੇ ਸੁੰਦਰ ਪ੍ਰਬੰਧ ਨੇ ਤੇ ਉਹਦੀ ਆਤਮਿਕ ਉੱਚਤਾ ਨੇ ਉਹਦੇ ਦਿਲ ਤੇ ਕੁਝ ਵੱਖਰੀ ਤਰ੍ਹਾਂ ਦਾ ਰੰਗ ਚਾੜ ਦਿੱਤਾ ਸੀ। ਉਹ ਸਾਰਾ ਦਿਨ ਤੇ ਸਾਰੀ ਰਾਤ ਮਾਇਆ ਦੇ ਸੰਬੰਧ ਵਿੱਚ ਹੀ ਕੁਝ ਨਾ ਕੁਝ ਸੋਚਦਾ ਰਹਿੰਦਾ ਸੀ। ਇੱਕ ਦਿਨ ਰਾਤ ਨੂੰ ਜਦ ਮਾਇਆ ਰਸੋਈ ਦੇ ਕੰਮ ਤੋਂ ਵਿਹਲੀ ਹੋ ਕੇ ਆਪਣੇ ਸੌਣ ਵਾਲੇ ਕਮਰੇ 'ਚ ਚਲੀ ਗਈ ਸੀ ਤਾਂ ਉਸ ਵੇਲੇ ਜਸਵੰਤ ਸਿੰਘ ਆਪਣੇ ਬਿਸਤਰੇ ਤੇ ਲੇਟਿਆ ਤਰ੍ਹਾਂ ਦੇ ਉਤਰਾ ਚੜਾਅ 'ਚ ਡੱਕੋ ਡੋਲੇ ਖਾ ਰਿਹਾ ਸੀ। ਹਜ਼ਾਰ ਯਤਨ ਕਰਨ ਤੇ ਵੀ ਉਹਨੂੰ ਨੀਂਦ ਨਹੀਂ ਸੀ ਆਉਂਦੀ। ਅਖੀਰ ਉਹ ਮੰਜਿਓਂ ਉੱਠਿਆ ਤੇ ਬਾਹਰ ਨਿਕਲ ਮਾਇਆ ਦੇ ਕਮਰੇ ਵੱਲ ਵਧਿਆ। ਕਮਰੇ 'ਚ ਚਾਨਣ ਹੋ ਰਿਹਾ ਸੀ, ਜਿਸ ਤੋਂ ਉਹਨੇ ਸਮਝ ਲਿਆ ਕਿ ਉਹ ਅਜੇ ਜਾਗਦੀ ਹੈ। ਉਹਦਾ ਹੱਥ ਬੂਹੇ ਪਾਸ ਗਿਆ, ਪਰ ਫਿਰ ਪਿੱਛੇ ਖਿੱਚਿਆ ਗਿਆ। ਉਹਨੂੰ ਖਿਆਲ ਆਇਆ ਕਿ ਜੇ ਉਹ ਸੁੱਤੀ ਪਈ ਹੋਈ ਤਾਂ ਉਹਨੂੰ ਉਠਾਉਣ ਦੀ ਖੇਚਲ ਨਹੀਂ ਦੇਣੀ ਚਾਹੀਦੀ। ਕਮਰੇ ਦੇ ਪਿਛਲੇ ਪਾਸੇ ਇੱਕ ਰੋਸ਼ਨਦਾਨ ਸੀ। ਉਹ ਪਿਛਲੇ ਪਾਸੇ ਜਾ ਪਹੁੰਚਿਆ। ਇੱਧਰ ਇੱਕ ਸੌੜੀ ਜਿਹੀ ਗੈਲਰੀ ਸੀ। ਉਹ ਫਿਰ ਪਿੱਛੇ ਮੁੜਿਆ ਤੇ ਆਪਣੇ ਕਮਰੇ 'ਚੋਂ ਇੱਕ ਸਟੂਲ ਚੁੱਕ ਕੇ ਲੈ ਗਿਆ। ਸਟੂਲ ਤੇ ਚੜ੍ਹ ਕੇ ਉਹਨੇ ਰੋਸ਼ਨਦਾਨ ਵਿੱਚੋਂ ਵੇਖਿਆ ਮਾਇਆ ਇਸ ਵੇਲੇ ਮੰਜੇ ਤੇ ਬੈਠੀ ਕੁਝ ਸੀ ਰਹੀ ਸੀ। ਉਹਦੀ ਨੀਲੀ ਸਾੜੀ ਦਾ ਪੱਲਾ ਸਿਰ ਤੋਂ ਲੱਥਾ ਹੋਇਆ ਸੀ। ਸਿਉਂਦੀ ਉਹ ਵਿੱਚ ਸੂਈ ਹੱਥੋਂ ਰੱਖ ਕੇ ਦੋਵੇਂ ਬਾਹਾਂ ਉੱਪਰ ਨੂੰ ਕੁੰਡੀਆਂ ਕਰਕੇ ਇਸ ਤਰ੍ਹਾਂ ਅੰਗੜਾਈ ਲੈਂਦੀ ਮਾਨੋ ਥਕਾਵਟ ਦੂਰ ਕਰਦੀ ਹੈ। ਜਸਵੰਤ ਸਿੰਘ ਉਹਦੀ ਮੋਹਿਨੀ ਛੱਬ ਵੇਖ ਕੇ ਮੁਗਧ ਹੋ ਗਿਆ। ਕਿੰਨਾ ਹੀ ਚਿਰ ਸਟੂਲ ਤੇ ਖੜਾ ਉਹਦੀ ਇਹ ਵਿਚਿੱਤਰ ਲੀਲਾ ਵੇਖਦਾ ਰਿਹਾ। ਕੋਈ ਵੇਖ ਲਏਗਾ ਤਾਂ ਕੀ ਕਹੇਗਾ, ਇਸ ਖਿਆਲ ਨਾਲ ਉਹ ਸਟੂਲ ਤੋਂ ਹੇਠਾਂ ਉਤਰਨ ਹੀ ਲੱਗਾ ਸੀ। ਉਹਨੇ ਵੇਖਿਆ ਕਿ ਮਾਇਆ ਬੈਠੀ ਉੱਠ ਖੜੋਤੀ ਤੇ ਸਾਹਮਣੇ ਪਏ ਮੇਜ਼ ਜਿਸ ਪਰ ਟੇਬਲ ਲੈਂਪ ਬਲ ਰਹੀ ਸੀ ਪਾਸ ਜਾ ਕੇ ਖੜੀ ਹੋ ਗਈ। ਲੈਂਪ ਦੀ ਬੱਤੀ ਉਹਨੇ ਰਤਾ ਹੋਰ ਉੱਚੀ ਕਰ ਦਿੱਤੀ ਤੇ ਉਹਨੂੰ ਚੁੱਕ ਕੇ ਪਾਸ ਪਈ ਤਰਪਾਈ ਤੇ ਰੱਖ ਦਿੱਤਾ। ਫਿਰ ਹੱਥ ਵਾਲੇ ਕੱਪੜੇ ਨੂੰ ਉਹਨੇ ਮੇਜ਼ ਤੇ ਵਿਛਾ ਦਿੱਤਾ ਤੇ ਦੋਹਾਂ ਹੱਥਾਂ ਨਾਲ ਉਹਦੇ ਵੱਟ ਕੱਢਣ ਲੱਗ ਪਈ। ਜਸਵੰਤ ਸਿੰਘ ਨੇ ਵੇਖਿਆ ਉਹ ਕਰੋਸ਼ੀਏ ਨਾਲ ਉਣਿਆ ਹੋਇਆ ਇੱਕ ਚਿੱਟਾ ਮੇਜ਼ਪੋਸ਼ ਸੀ, ਜਿਹਦੇ ਚੌਂ ਪਾਸੇ ਬੜੀ ਬਰੀਕ ਤੇ ਵੇਲਾਂ ਬੂਟਿਆਂ ਵਾਲੀ ਝਾਲਰ ਹੈ ਤੇ ਉਹਦੇ ਕਰੋਸ਼ੀਏ ਨਾਲ ਹਿੰਦੀ 'ਚ ਕੁਝ ਅਸਮਾਨੀ ਤੇ ਗੁਲਾਬੀ ਰੰਗ ਦੇ ਅੱਖਰ ਕੱਢੇ ਹੋਏ ਹਨ। ਲੈਂਪ ਦੇ ਚਾਨਣ 'ਚੋਂ ਅੱਖਰ ਸ਼ੀਸ਼ੇ ਵਾਂਗ ਚਮਕ ਰਹੇ ਸਨ। ਜਸਵੰਤ ਸਿੰਘ ਨੇ ਜਦੋਂ ਪੜ੍ਹੇ ਤਾਂ ਉਹਦੇ ਸਾਰੇ ਸਰੀਰ 'ਚ ਇੱਕ ਤਰ੍ਹਾਂ ਦੀ ਮਸਤੀ ਜਿਹੀ ਭਰ ਗਈ। ਅੱਖਰ ਸਨ ਬਾਬੂ ਜਸਵੰਤ ਸਿੰਘ। ਜਸਵੰਤ ਸਿੰਘ ਨੇ ਵੇਖਿਆ ਕਿ ਮਾਇਆ ਇਹਨਾਂ ਅੱਖਰਾਂ ਨੂੰ ਕਦੇ ਇੱਕ ਪਾਸੇ ਹੋ ਕੇ ਵੇਖਦੀ, ਕਦੇ ਦੂਜੇ ਪਾਸੇ। ਉਹ ਕਈਆਂ ਅਦਾਵਾਂ ਤੇ ਭਾਵਾਂ ਨਾਲ ਕਦੇ ਸਿਰ ਹਿਲਾ ਕੇ, ਕਦੇ ਅੱਖਾਂ ਮਟਕਾ ਕੇ, ਕਦੇ ਮੂੰਹ ਬਣਾ ਕੇ, ਕਦੇ ਬੁੱਲਾਂ 'ਚ ਮੁਸਕਰਾ ਕੇ ਕਿੰਨਾ ਹੀ ਚਿਰ ਇਹਨਾਂ ਅੱਖਰਾਂ ਨੂੰ ਵੇਖਦੀ ਰਹੀ। ਫਿਰ ਮੇਜ਼ਪੋਸ਼ ਨੂੰ ਤੈਅ ਕਰਕੇ ਤੇ ਹੱਥਾਂ ਨਾਲ ਉਹਦੀਆਂ ਤਹਿਆਂ ਨੂੰ ਐਂ ਪਲੋਸਣ ਲੱਗ ਪਈ ਜਿਕਣ ਕੋਈ ਛੋਟੇ ਜਿਹੇ ਬਾਲ ਦੇ ਸਿਰ ਤੇ ਹੱਥ ਫੇਰਦਾ। ਫਿਰ ਉਹਨੇ ਮੇਜ਼ ਦੀ ਦਰਾਜ਼ 'ਚ ਰੱਖ ਦਿੱਤਾ। ਹੁਣ ਜਸਵੰਤ ਸਿੰਘ ਉੱਥੇ ਹੋਰ ਨਾ ਠਹਿਰਿਆ ਤੇ ਛੇਤੀ ਨਾਲ ਆ ਕੇ ਉਹਨੇ ਬੂਹਾ ਖੜਕਾਇਆ। ਮਾਇਆ ਨੇ ਬੂਹਾ ਖੋਲ੍ਹਿਆ। ਜਸਵੰਤ ਸਿੰਘ ਮੰਜੇ ਦੇ ਲਾਗੇ ਹੀ ਪਈ ਇੱਕ ਕੁਰਸੀ ਤੇ ਬੈਠ ਗਿਆ। ਮਾਇਆ ਮੰਜੇ ਤੋਂ ਉੱਠ ਕੇ ਅਦਬ ਲਈ ਹੇਠਾਂ ਬੈਠਣ ਲੱਗੀ, ਪਰ ਜਸਵੰਤ ਸਿੰਘ ਨੇ ਉਹਨੂੰ ਅਜਿਹਾ ਕਰਨੋਂ ਰੋਕ ਦਿੱਤਾ। ਇਹਨਾਂ 4 ਮਹੀਨਿਆਂ 'ਚ ਮਾਇਆ ਟੁੱਟੀ ਭੱਜੀ ਪੰਜਾਬੀ ਬੋਲਣ ਲੱਗ ਪਈ ਸੀ।
ਜਸਵੰਤ ਸਿੰਘ ਨੇ ਕੁਰਸੀ ਤੇ ਬੈਠਦਿਆਂ ਕਿਹਾ। ਰਤਾ ਬਾਹਰ ਨਿਕਲਿਆ ਸਾਂ। ਅੰਦਰ ਚਾਨਣ ਵੇਖ ਕੇ ਖਿਆਲ ਕੀਤਾ, ਜੋ ਕੀ ਗੱਲ ਏ, ਹੁਣ ਤੋੜੀ ਮਾਇਆ ਜਾਗ ਰਹੀ ਏ, ਇਹੋ ਸੋਚ ਕੇ ਚਲਾ ਆਇਆ। ਮਾਇਆ ਨੇ ਕੋਮਲ ਜੀ ਆਵਾਜ਼ 'ਚ ਕਿਹਾ, ਤੁਸੀਂ ਤੋਂ ਸੰਧਿਆ ਕੋ ਹੀ ਸੌਂ ਜਾਂਦੇ ਹੋ, ਮੈਨੂੰ तो 10-11 बजे तक नींद ही भी नहीं आती। क्यों माया, कादी चिंता रहती है? नहीं, चिंता तो कोई नहीं, शुरू से ही चिरका सोने की आदत है। जसवंत सिंह ने सोचिया, अज माया पासों कुछ पुछण दा चंगा मौका है, ਇਹਦੀ तबीयत भी चंगी है। कुछ चिर चुप रह के बोलिया, माया मैं तेथों कुछ पुछण लई आया। पुछो, की पुछदे हो? तू कदे पंजाब भी गई सी? गई तो सी, ਅੰਮ੍ਰਿਤਸਰ ਵੀ, ਉੱਥੇ ਤੋਂ ਅਸੀਂ ਕਈ ਦਿਨ ਰਹੇ ਥੇ, ਪਰ ਤੁਹਾਨੂੰ ਇਸ ਬਾਤ ਦਾ ਕੈਸੇ ਪਤਾ ਲੱਗਿਆ? ਮੈਨੂੰ ਮੇਰੇ ਇੱਕ ਦੋਸਤ ਨੇ ਦੱਸਿਆ ਸੀ, ਕਹਿ ਕੇ ਇਸ ਤੋਂ ਬਾਅਦ ਉਹਨੇ ਸਧਾਰਨ ਤੌਰ ਤੇ ਉਹਨੂੰ ਇੰਨਾ ਹੀ ਦੱਸਿਆ ਕਿ ਫਲਾਣੇ ਚੌਂਕ 'ਚ ਉਹਦਾ ਮਾਇਆ ਨਾਲ ਮੇਲ ਹੋਇਆ ਸੀ। ਨਾਲ ਹੀ ਉਹਨੇ ਜਗਜੀਤ ਦਾ ਹੁਲੀਆ ਵੀ ਦੱਸਿਆ। ਸੁਣਦਿਆਂ ਮਾਇਆ ਦੇ ਚਿਹਰੇ ਤੇ ਇੱਕ ਸਵਰਗੀ ਖੁਸ਼ੀ ਤੇ ਆਨੰਦ ਦੀ ਰੇਖਾ ਦੌੜ ਗਈ। ਉਹ ਚੋਖਾ ਚਿਰ ਅੱਖਾਂ ਮੀਟ ਕੇ ਕਿਸੇ ਅਣਲੱਭ ਖੁਸ਼ੀ ਵਿੱਚ ਝੂਮਦੀ ਰਹੀ ਤੇ ਫਿਰ ਅੱਖਾਂ ਖੋਲ ਕੇ ਖੁਸ਼ੀ ਨਾਲ ਆਪਣੇ ਆਪ ਤੋਂ ਬਾਹਰ ਹੋ ਗਈ, ਪਰ ਉਹਦੇ ਮੂੰਹ ਕੋਈ ਉੱਤਰ ਨਾ ਨਿਕਲਿਆ। ਜਸਵੰਤ ਸਿੰਘ ਕਿੰਨਾ ਚਿਰ ਚੁੱਪਚਾਪ ਕੁਝ ਸੋਚਦਾ ਰਿਹਾ। ਇਸ ਤੋਂ ਬਾਅਦ ਉਹਦੇ ਚਿਹਰੇ ਤੇ ਚਿੰਤਾ ਦੇ ਨਿਸ਼ਾਨ ਆਏ ਤੇ ਫਿਰ ਝਾਟੀ ਕਿਸੇ ਜੋਸ਼ ਵਿੱਚ ਭਰ ਕੇ ਉਹ ਕੁਰਸੀ ਤੋਂ ਉੱਠ ਖੜੋਤਾ ਤੇ ਚੰਗਾ ਮਾਇਆ, ਹੁਣ ਸੌਂ ਜਾ, ਤੈਨੂੰ ਨੀਂਦਰ ਆ ਗਈ ਹੋਏਗੀ, ਕਹਿ ਕੇ ਤੇ ਬਿਨਾਂ ਇਸ ਦਾ ਉੱਤਰ ਉਡੀਕੇ ਛੇਤੀ ਕਮਰਿਓਂ ਬਾਹਰ ਹੋ ਗਿਆ। ਜਾ ਕੇ ਉਹ ਚੋਖਾ ਚਿਰ ਆਪਣੇ ਕਮਰੇ 'ਚ ਇਸ ਤਰ੍ਹਾਂ ਟਹਿਲਦਾ ਰਿਹਾ ਮਾਨੋ ਕਿਸੇ ਡਾਢੀ ਗੁੰਝਲਦਾਰ ਸਮੱਸਿਆ ਨੂੰ ਸੁਲਝਾਉਣਾ ਚਾਹੁੰਦਾ ਹੈ। ਟਹਿਲਦਿਆਂ ਜੋਸ਼ ਨਾਲ ਉਹਦੇ ਮੂੰਹੋਂ ਨਿਕਲਿਆ, ਓਹ ਮੈਂ ਕਿੱਡਾ ਨੀਚ ਹਾਂ, ਕੈਸਾ ਭੁੱਲਾ ਰਿਹਾ, ਓਹ ਮਿੱਤਰ ਦਰੋਈ, ਖੁਦਗਰਜ਼, ਕਮੀਨਾ, ਮੇਰੇ ਵਰਗਾ ਪਾਪੀ ਤੇ ਨਰਕੀ ਆਦਮੀ ਕੌਣ ਹੋਏਗਾ ਜਿਹੜਾ ਆਪਣੇ ਪਿਆਰੇ ਦੋਸਤ ਦੀ ਅਮਾਨ ਤੇ ਲਾਲਾਂ ਵਗਾ ਰਿਹਾ। ਬਸ ਮੈਂ ਇਸ ਸ਼ੈਤਾਨ ਦਿਲ ਨੂੰ ਪੀ ਸੁੱਟਾਂਗਾ, ਟੁਕੜੇ ਕਰ ਸੁੱਟਾਂਗਾ, ਜਾਨ ਤੇ ਖੇਡ ਜਾਵਾਂਗਾ, ਪਰ ਜਗਜੀਤ ਦੀ ਅਮਾਨ ਉਹਦੇ ਹਵਾਲੇ ਉਸੇ ਦਿਆਨਤਦਾਰੀ ਨਾਲ ਕਰਾਂਗਾ ਜਿਸ ਦੀ ਉਹਨੂੰ ਮੇਰੇ ਪਾਸੋਂ ਆਸ ਹੋ ਸਕਦੀ ਹੈ। ਅੱਜ ਤੋਂ ਮਾਇਆ ਨੂੰ ਮੈਂ ਉਸੇ ਨਿਗਾਹ ਨਾਲ ਵੇਖਾਂਗਾ ਜਿਸ ਨਾਲ ਕਿਸੇ ਦੋਸਤ ਦੀ ਅਮਾਨ ਨੂੰ ਵੇਖਣਾ ਚਾਹੀਦਾ ਹੈ। ਬਸ ਮੈਂ ਇਨਸਾਨ ਹਾਂ, ਹੈਵਾਨ ਨਹੀਂ ਬਣਾਂਗਾ। ਇਸ ਤੋਂ ਬਾਅਦ ਕੁਝ ਚਿਰ ਲਈ ਉਹਦੇ ਦਿਲ ਵਿੱਚ ਸ਼ਾਂਤੀ ਜੀ ਆ ਗਈ ਤੇ ਉਹ ਜਾ ਕੇ ਮੰਜੇ ਤੇ ਪੈ ਗਿਆ। ਪਰ ਮਾਇਆ ਦੀ ਸ਼ਕਲ ਸਾਹਮਣੇ ਆਉਂਦਿਆਂ ਹੀ ਉਹਦੀ ਸ਼ਾਂਤੀ ਤੇ ਸਾਰੀ ਸਥਿਰਤਾ ਪਤਾ ਨਹੀਂ ਕਿੱਧਰ ਉੱਡ ਗਈ। ਉਹ ਫੇਰ ਮਾਇਆ ਦੇ ਖਿਆਲ ਵਿੱਚ ਪਾਗਲ ਹੋ ਉੱਠਿਆ। ਸਾਰੀ ਰਾਤ ਜਸਵੰਤ ਸਿੰਘ ਦੀ ਉਹ ਹਾਲਤ ਰਹੀ ਜਿਕਣ ਕਿਸੇ ਆਦਮੀ ਦੀਆਂ ਦੋਵੇਂ ਬਾਹਾਂ ਦੋ ਆਦਮੀ ਫੜ ਕੇ ਆਪੋ ਆਪਣੇ ਵੱਲ ਖਿੱਚ ਰਹੇ ਹੋਣ। ਕਦੇ ਇੱਕ ਖਿੱਚ ਕੇ ਇੱਕ ਪਾਸੇ ਲੈ ਜਾਏ ਤੇ ਕਦੇ ਦੂਜਾ ਘੜੀਸ ਕੇ ਦੂਜੇ ਪਾਸੇ। ਇਸ ਖਿੱਚੋ ਖਿੱਚੀ 'ਚ ਉਹਦੀ ਜਾਨ ਅਕਲਕੰਦ ਆ ਗਈ। ਧੰਨਵਾਦ। ਅੰਗ 6ਵਾਂ। ਕੁਝ ਦਿਨ ਹੋਰ ਹਾਲਤ ਵਿੱਚ ਬੀਤ ਗਏ। ਜਸਵੰਤ ਸਿੰਘ ਦਿਨ ਰਾਤ ਦੋ ਬੇੜੀਆਂ ਦੇ ਸਵਾਰ ਵਾਂਗ ਸਖਤ ਭੰਬਲ ਭੁੱਸਿਆਂ 'ਚ ਪਿਆ ਰਹਿੰਦਾ ਸੀ। ਅੱਗੇ ਜਦੋਂ ਮਾਇਆ ਦੇ ਸਾਹਮਣੇ ਜਾਂਦਾ ਸੀ ਤਾਂ ਉਹਦੇ ਅੰਗ ਵਿੱਚੋਂ ਪ੍ਰੇਮ ਦੇ ਫੁਹਾਰੇ ਚੱਲਦੇ ਸਨ, ਪਰ ਇੱਧਰ ਕੁਝ ਦਿਨਾਂ ਤੋਂ ਉਹਦੀ ਹਾਲਤ ਵਿੱਚ ਧਰਤੀ ਆਕਾਸ਼ ਦਾ ਫਰਕ ਆ ਗਿਆ ਸੀ। ਉਹ ਅਵਲ ਤਾਂ ਮਾਇਆ ਦੇ ਸਾਹਮਣੇ ਜਾਣ ਦਾ ਹੌਸਲਾ ਹੀ ਨਹੀਂ ਸੀ ਕਰਦਾ, ਪਰ ਰੋਟੀ ਖਾਣ ਵੇਲੇ ਜਾਂ ਆਉਂਦਿਆਂ ਜਾਂਦਿਆਂ ਜਦ ਕਦੇ ਮਾਇਆ ਦਾ ਸਾਹਮਣਾ ਹੁੰਦਾ ਸੀ ਤਾਂ ਉਸ ਉੱਤੇ ਇੱਕਦਮ ਮੌਤ ਵਰਗੀ ਕੋਈ ਚੀਜ਼ ਸਵਾਰ ਹੋ ਜਾਂਦੀ ਸੀ। ਉਹਦੇ ਅੰਗ 'ਚ ਸੜਨ ਹੋਣ ਲੱਗ ਪੈਂਦੀ ਤੇ ਉਹਨੂੰ ਮਾਲੂਮ ਹੁੰਦਾ ਸੀ ਜਿਕਣ ਤੱਤੀ ਲੋਹ ਤੇ ਬੈਠਾ ਹੋਇਆ। ਛੇਤੀ ਕਿਸੇ ਨਾ ਕਿਸੇ ਬਹਾਨੇ ਮਾਇਆ ਪਾਸੋਂ ਕੰਨੀ ਕਤਰਾਉਣ ਦੀ ਕਰਦਾ। ਮਾਇਆ ਇੱਕ ਤਰ੍ਹਾਂ ਨਾਲ ਕਿਸੇ ਹੋਰ ਦੁਨੀਆ 'ਚ ਪਲੀ ਸੀ। ਬੁੱਢੇ ਦੇ ਜਿਉਂਦਿਆਂ ਉਹ ਪ੍ਰੇਮ ਦੇ ਰਾਹ ਤੋਂ ਕੀ ਅਣਜਾਣ ਸੀ, ਪਰ ਜਦ ਤੋਂ ਉਹਦੀ ਬਾਂਹ ਜਸਵੰਤ ਸਿੰਘ ਦੇ ਹੱਥ ਫੜਾ ਕੇ ਬੁੱਢੇ ਨੇ ਅੱਖਾਂ ਮੀਟੀਆਂ ਸਨ, ਉਦੋਂ ਤੋਂ ਜਿੱਥੇ ਮਾਇਆ ਦੇ ਦਿਲ ਵਿੱਚ ਪ੍ਰੇਮ ਦਾ ਅੰਗੂਰ ਫੁੱਟਣਾ ਸ਼ੁਰੂ ਹੋ ਗਿਆ ਸੀ, ਉੱਥੇ ਨਾਲ ਹੀ ਉਹਦੇ ਜੋਬਨ ਦੀ ਕਲੀ ਵਿੱਚੋਂ ਵੀ ਪੰਖੜੀਆਂ ਨਿਕਲਣ ਲੱਗ ਪਈਆਂ ਸਨ। ਜਸਵੰਤ ਸਿੰਘ ਨੂੰ ਵੇਖ ਕੇ ਉਹਦੇ ਮਨ ਰੂਪੀ ਸਾਜ਼ ਦੀਆਂ ਤਰਬਾਂ ਝੰਝਣਾ ਉੱਠਦੀਆਂ ਸਨ ਤੇ ਉਹਨਾਂ ਵਿੱਚੋਂ ਨਿਕਲੇ ਹੋਏ ਮਧੁਰ ਪ੍ਰੇਮ ਸੰਗੀਤ ਨਾਲੋਂ ਖੀਵੀ ਹੋ ਜਾਂਦੀ ਸੀ। ਇਸ ਪਰ ਵਾਧਾ ਇਹ ਕਿ ਇਸਤਰੀਪੁਣੇ ਦੀ ਸਭ ਤੋਂ ਵੱਡੀ ਤੇ ਅਨਮੁੱਲੀ ਦਾਤ ਸ਼ਰਮ, ਜਿਹੜੀ ਕਿ ਕੁਦਰਤ ਵੱਲੋਂ ਦੇ ਹਿੱਸੇ ਸਭ ਤੋਂ ਚੋਖੀ ਆਈ ਸੀ, ਇਹਨੇ ਉਹਦੀ ਪ੍ਰੇਮਮਈ ਗੰਭੀਰਤਾ ਨੂੰ ਉਹਦੇ ਬੁੱਲ੍ਹਾਂ ਜਾਂ ਚਿਹਰੇ ਤੱਕ ਕਦੇ ਨਹੀਂ ਸੀ ਆਉਣ ਦਿੱਤਾ। ਉਹਨੇ ਜਸਵੰਤ ਸਿੰਘ ਪ੍ਰਤੀ ਆਪਣੀਆਂ ਭਾਵਨਾਵਾਂ ਨੂੰ ਕਦੇ ਪ੍ਰਗਟ ਨਹੀਂ ਸੀ ਹੋਣ ਦਿੱਤਾ। ਜਸਵੰਤ ਸਿੰਘ ਦੇ ਮੁਖੜੇ ਦੀ ਇੱਕ ਮੁਸਕਰਾਹਟ ਹੀ ਉਹਨੂੰ ਸੰਤੁਸ਼ਟ ਕਰਨ ਲਈ ਬਥੇਰੀ ਸੀ। ਬਸ ਇਸ ਤੋਂ ਵੱਧ ਉਹਨੂੰ ਕਿਸੇ ਚੀਜ਼ ਦੀ ਲਾਲਸਾ ਨਹੀਂ ਸੀ। ਪਰ ਇੱਧਰ ਕੁਝ ਦਿਨਾਂ ਤੋਂ ਵੇਖ ਰਹੀ ਸੀ ਕਿ ਉਹਦੀਆਂ ਖੁਸ਼ੀਆਂ ਦਾ ਸੋਮਾ, ਉਹਦੇ ਪ੍ਰੇਮ ਦੀ ਸਮੱਗਰੀ
ਤੇ ਉਹਦੀ ਸੰਤੁਸ਼ਟਤਾ ਦੀ ਪੂੰਜੀ ਜਸਵੰਤ ਸਿੰਘ ਦੇ ਚਿਹਰੇ ਤੋਂ ਨਿਖੁੱਟਦੀ ਜਾਂਦੀ ਸੀ। ਇਹ ਦੁੱਖ ਉਸ ਲਈ ਦਿਨੋਂ ਦਿਨ ਅਸਹਿ ਹੁੰਦਾ ਜਾ ਰਿਹਾ ਸੀ। ਉਹ ਬਥੇਰਾ ਸੋਚਦੀ ਸੀ, ਪਰ ਇਸ ਅਦਲਾ ਬਦਲੀ ਦਾ ਕੋਈ ਪ੍ਰਤੱਖ ਕਾਰਨ ਉਹਨੂੰ ਨਜ਼ਰੀ ਨਹੀਂ ਸੀ ਆਉਂਦਾ। ਉਸ ਦਿਨ ਜਦੋਂ ਜਸਵੰਤ ਸਿੰਘ ਉਹਦੇ ਕਮਰੇ 'ਚ ਆਇਆ ਸੀ, ਉਸ ਤੋਂ ਪਹਿਲਾਂ ਵੀ ਕਦੇ-ਕਦੇ ਆ ਕੇ 2 ਘੜੀਆਂ ਬੈਠਦਾ ਹੁੰਦਾ ਸੀ, ਪਰ ਉਸ ਤੋਂ ਬਾਅਦ ਮਾਇਆ ਨੂੰ ਜਸਵੰਤ ਸਿੰਘ ਨਾਲ ਗੱਲਾਂ ਕਰਨ ਦੀ ਜਾਂ ਉਸ ਦਾ ਗੁਟਕਦਾ ਚਿਹਰਾ ਵੇਖਣ ਦੀ ਸਿੱਧਰ ਹੀ ਪੈ ਗਈ ਸੀ। ਇਸ ਤੋਂ ਛੁੱਟ ਪਹਿਲਾਂ ਉਹ ਸਦਾ ਰਾਤ ਨੂੰ ਵੇਲੇ ਸਿਰ ਘਰ ਆ ਜਾਂਦਾ ਹੁੰਦਾ ਸੀ, ਪਰ ਅੱਜ-ਕੱਲ੍ਹ ਕਦੀ ਸਿਨੇਮੇ, ਕਦੀ ਥੀਏਟਰ, ਕਦੀ ਦਾਵਤਾਂ ਤੇ ਹੀ ਭੱਜਾ ਫਿਰਦਾ ਸੀ। ਇੱਕ ਦਿਨ ਦੀ ਗੱਲ ਹੈ, ਮਾਇਆ ਇੱਕਦਮ ਅਧੀਰ ਹੋ ਉੱਠੀ। ਜਸਵੰਤ ਸਿੰਘ ਰਾਤ ਦੀ ਰੋਟੀ ਖਾ ਕੇ ਘਰੋਂ ਬਾਹਰ ਨਿਕਲ ਗਿਆ ਸੀ। ਮਾਇਆ ਅੱਜ ਆਪਣੇ ਕਮਰੇ 'ਚ ਨਾ ਜਾ ਕੇ ਸਿੱਧੀ ਜਸਵੰਤ ਸਿੰਘ ਦੇ ਕਮਰੇ 'ਚ ਚਲੀ ਗਈ। ਜਸਵੰਤ ਸਿੰਘ ਦੀ ਵਿਛਾਈ ਆਦ ਸਦਾ ਨੌਕਰੀ ਕਰਦਾ ਹੁੰਦਾ ਸੀ, ਪਰ ਅੱਜ ਇਹ ਸਾਰਾ ਕੰਮ ਮਾਇਆ ਨੇ ਆਪਣੇ ਹੱਥੀਂ ਕੀਤਾ। ਉਹਨੇ ਟਰੰਕ ਵਿੱਚੋਂ ਨਵੀਂ ਚਾਦਰ ਕੱਢ ਕੇ ਬਿਸਤਰੇ ਤੇ ਵਿਛਾਈ, ਕਮਰੇ 'ਚ ਵਿਛੇ ਹੋਏ ਗਲੀਚੇ ਨੂੰ ਬ੍ਰਸ਼ ਨਾਲ ਸਾਫ਼ ਕੀਤਾ, ਮੇਜ਼ ਤੋਂ ਉਗੜ-ਦੁਗੜ ਹੋਈਆਂ ਕਿਤਾਬਾਂ ਤੇ ਹੋਰ ਨਿੱਕ ਸੁੱਕ ਚੁੱਕ ਕੇ ਉਹਦੀ ਸਫਾਈ ਕੀਤੀ ਤੇ ਫਿਰ ਆਪਣੇ ਕਮਰੇ 'ਚ ਉਸ ਦਿਨ ਵਾਲਾ ਮੇਜ਼-ਪੋਸ਼ ਲਿਆ ਕੇ ਉਹਨੇ ਬੜੇ ਚਾਅ ਨਾਲ ਮੇਜ਼ ਤੇ ਵਿਛਾਇਆ। ਫਿਰ ਉਸ ਉੱਤੇ ਸਾਰੀਆਂ ਚੀਜ਼ਾਂ ਬੜੇ ਸੁਚੱਜੇ ਢੰਗ ਨਾਲ ਸਾਫ਼ ਕਰਕੇ ਸਜਾ ਦਿੱਤੀਆਂ। ਕਲਮਦਾਨ ਨੂੰ ਧੋ ਪੂੰਝ ਕੇ ਤੇ ਉਸ ਵਿੱਚ ਹੋਰ ਸ਼ਾਹੀਆਂ ਪਾ ਕੇ ਰੱਖ ਦਿੱਤਾ। ਫਿਰ ਲਿਖਣ ਵਾਲੇ ਗੱਤੇ ਦੇ ਸ਼ਾਹੀ ਚੂਸ ਬਦਲੇ ਬੂਟਾਂ ਤੇ ਸਲੀਪਰਾਂ ਨੂੰ ਪਾਲਿਸ਼ ਨਾਲ ਚਿਲਕਾ ਕੇ ਇੱਕ ਲਾਈਨ 'ਚ ਰੱਖਿਆ। ਮੁੱਕਦੀ ਗੱਲ, ਕਮਰੇ 'ਚ ਉਹਨੇ ਜਾਨ ਪਾ ਦਿੱਤੀ ਤੇ ਉਸ ਵਿਚਲੀ ਹਰ ਇੱਕ ਚੀਜ਼ ਮੂੰਹੋਂ ਬੋਲ-ਬੋਲ ਕੇ ਕਹਿ ਰਹੀ ਸੀ ਕਿ ਅੱਜ ਕਿਸੇ ਦੇ ਪ੍ਰੇਮ ਪਿਆਸੇ ਹੱਥਾਂ ਦੀ ਛੋਹ ਨੇ ਉਹਨਾਂ ਨੂੰ ਸਜੀਵ ਕਰ ਦਿੱਤਾ। ਇਹ ਸਭ ਕੁਝ ਕਰਕੇ ਉਹ ਆਪਣੇ ਕਮਰੇ 'ਚ ਜਾ ਕੇ ਲੰਮੀ ਪੈ ਗਈ। ਜਸਵੰਤ ਸਿੰਘ ਚੌਖੀ ਰਾਤ ਗਈ ਘਰ ਆਇਆ। ਉਹ ਆਪਣੇ ਕਮਰੇ 'ਚ ਵੜਿਆ। ਕਮਰੇ ਦੀ ਸ਼ੋਭਾ ਵੇਖ ਕੇ ਬੌਂਦਲਿਆਂ ਵਾਂਗ ਹੋ ਗਿਆ। ਇਹਦੀ ਅੱਜ ਵਰਗੀ ਸਜਾਵਟ ਉਹਨੇ ਅੱਜ ਤੋਂ ਪਹਿਲਾਂ ਕਦੇ ਨਹੀਂ ਸੀ ਡਿੱਠੀ। ਹੈ, ਨੌਕਰ ਨੂੰ ਅੱਜ ਇੰਨੀ ਅਕਲ ਕਿੱਧਰੋਂ ਆ ਗਈ? ਉਹ ਕੁਝ ਚਿਰ ਇੱਧਰ ਉੱਧਰ ਵੇਖਦਾ ਰਿਹਾ, ਫਿਰ ਕੁਰਸੀ ਤੇ ਬੈਠ ਕੇ ਬੂਟਾਂ ਦੇ ਤਸਮੇ ਖੋਲਣ ਲੱਗ ਪਿਆ। ਇਸ ਵੇਲੇ ਨੌਕਰ ਹੱਥ ਵਿੱਚ ਦੁੱਧ ਦਾ ਗਲਾਸ ਲਈ ਅੰਦਰ ਆਇਆ। ਗਲਾਸ ਸਟੂਲ ਤੇ ਰੱਖ ਕੇ ਮੁੜਨ ਹੀ ਲੱਗਾ ਸੀ ਕਿ ਜਸਵੰਤ ਸਿੰਘ ਨੇ ਉਹਨੂੰ ਕਿਹਾ, ਸੰਤੂ, ਇਸ ਕਮਰੇ ਦੀ ਸਫਾਈ ਤੂੰ ਕੀਤੀ ਸੀ? ਸੰਤੂ ਡਰ ਨਾਲ ਕੰਬਣ ਲੱਗ ਪਿਆ, ਕਿਉਂਕਿ ਅਕਸਰ ਇਹੋ ਜਿਹਾ ਸਵਾਲ ਮਾਲਕ ਉਦੋਂ ਹੀ ਨੌਕਰ ਨੂੰ ਕਰਿਆ ਕਰਦੇ ਆ ਜਦੋਂ ਉਹਨਾਂ ਦੀ ਕੋਈ ਚੀਜ਼ ਚੋਰੀ ਹੋ ਜਾਏ। ਉਹ ਡਰਦਾ ਬੋਲਿਆ, ਨਹੀਂ ਸਰਦਾਰ ਜੀ, ਦੇਵੀ ਦੀ ਸਹੁੰ, ਮੈਂ ਤੇ ਅੱਜ ਸਵੇਰ ਦਾ ਇਸ ਕਮਰੇ 'ਚ ਵੜਿਆ ਹੀ ਨਹੀਂ। ਅੱਛਾ, ਜਾ, ਕਹਿ ਕੇ ਜਸਵੰਤ ਸਿੰਘ ਨੇ ਉਹਨੂੰ ਵਿਦਾ ਕੀਤਾ ਤੇ ਇੱਕ ਵਾਰੀ ਫੇਰ ਕਮਰੇ ਦੀ ਇੱਕ ਇੱਕ ਚੀਜ਼ ਨੂੰ ਧਿਆਨ ਦੇ ਕੇ ਵੇਖਣ ਲੱਗਾ। ਚਮਕਦੇ ਹੋਏ ਬੂਟਾਂ ਦੀ ਕਤਾਰ ਵੱਲ ਵੇਖ ਕੇ ਹੀ ਉਹ ਸਮਝ ਗਿਆ ਕਿ ਅੱਜ ਇਹਨਾਂ ਸਭ ਚੀਜ਼ਾਂ ਨੂੰ ਮਾਇਆ ਦੇ ਹਰ ਕਰ ਕਮਲਾ ਨੇ ਸਪਰਸ਼ ਕੀਤਾ ਹੈ। ਉਸਦੇ ਅੱਲੇ ਜ਼ਖਮਾਂ ਤੇ ਇੱਕ ਹੋਰ ਨਸ਼ਤਰ ਵੱਜਿਆ। ਉਹ ਮੰਜੇ ਤੇ ਲੇਟ ਕੇ ਛੱਤ ਵੱਲ ਤੱਕਦਾ ਹੋਇਆ ਬੋਲ ਉੱਠਿਆ, ਉਹ ਮਾਇਆ, ਮਾਇਆ ਕਿਹਾ ਸੁਣਾ ਨਾਂ ਹੈ। ਇਸ ਨਾਂ ਵਿੱਚ ਹੀ ਖਬਰੇ ਕੁਦਰਤ ਨੇ ਕੀ ਜਾਦੂ ਭਰ ਦਿੱਤਾ ਹੈ। ਸਾਡੇ ਦੇਸ਼ 'ਚ ਮਾਇਆ ਦੌਲਤ ਨੂੰ ਕਹਿੰਦੇ ਨੇ। ਮਾਇਆ, ਤੂੰ ਸੱਚਮੁੱਚ ਦੌਲਤ ਹੈ, ਪਰ ਸਵਰਗ ਦੀ ਦੌਲਤ। ਤੂੰ ਸਫਲਤਾ ਤੇ ਸੁੰਦਰਤਾ ਦੀ ਪੂੰਜੀ ਹੈ। ਤੂੰ ਮੇਰੇ ਦਿਲ ਦੀ ਉਫ। ਕਹਿੰਦਾ ਜਸਵੰਤ ਸਿੰਘ ਫਿਰ ਕਿਸੇ ਮਾਨਸਿਕ ਦਰਦ ਨਾਲ ਘਾਇਲ ਹੋ ਉੱਠਿਆ ਤੇ ਉੱਠ ਕੇ ਉਸ ਤਰ੍ਹਾਂ ਕਮਰੇ 'ਚ ਟਹਿਲਣ ਲੱਗ ਪਿਆ ਜਿਸ ਤਰ੍ਹਾਂ ਅਮਲ ਟੁੱਟਾ ਅਫੀਮੀ ਲੁੱਚਦਾ ਹੈ। ਇਸ ਵੇਲੇ 100 ਠੂੰਆਂ ਦੇ ਡਾਂਗਾਂ ਨਾਲੋਂ ਵੀ ਉਸਦੇ ਦਿਲ 'ਚ ਵਧੇਰੇ ਪੀੜ ਹੋ ਰਹੀ ਸੀ। ਉਹ ਚਾਹੁੰਦਾ ਸੀ ਸਰੀਰ ਦੇ ਇਸ ਠੀਕਰੇ ਨੂੰ ਕਿਸੇ ਤਰ੍ਹਾਂ ਤੋੜ ਕੇ ਉਹਦੀ ਰੂਹ ਸਾਰੇ ਦੁੱਖਾਂ ਤੋਂ ਆਜ਼ਾਦ ਹੋ ਜਾਏ। ਇਸ ਵੇਲੇ ਇੱਕ ਵਾਰੀ ਫਿਰ ਮਾਇਆ ਦੀ ਪ੍ਰੇਮ ਮੂਰਤ ਉਹਦੀਆਂ ਅੱਖਾਂ ਅੱਗੇ ਫਿਰਨ ਲੱਗੀ ਤੇ ਉਹਨੂੰ ਵੇਖਣ ਲਈ ਉਹ ਬੇਤਾਬ ਹੋ ਉੱਠਿਆ। ਕੁਝ ਚਿਰ ਲਈ ਉਹਨੂੰ ਸਭ ਕੁਝ ਭੁੱਲ ਗਿਆ। ਉਹ ਬੜਵਾਏ ਦਰਵਾਜ਼ੇ ਵੱਲ ਵਧਿਆ ਤੇ ਛੇਤੀ ਨਾਲ ਬੂਹਾ ਖੋਲ ਕੇ ਮਾਇਆ ਦੇ ਕਮਰੇ 'ਚ ਜਾਣ ਲਈ ਬਾਹਰ ਨਿਕਲਿਆ। ਉਹਨੇ ਦਹਲੀਜ਼ੋਂ ਅਜੇ ਇੱਕ ਹੀ ਪੈਰ ਬਾਹਰ ਰੱਖਿਆ ਸੀ ਜੋ ਉਹਦੀਆਂ ਅੱਖਾਂ 'ਚ ਧੁੰਦਿਆ ਗਈਆਂ। ਮਾਇਆ ਇਸ ਵੇਲੇ ਬਾਹਰ ਬੂਹੇ ਅੱਗੇ ਖੜੀ ਸੀ। ਅੰਦਰੋਂ ਲੈਂਪ ਦੀ ਤੇਜ਼ ਚਾਨਣੀ ਆ ਕੇ ਉਹਦੇ ਚਿਹਰੇ ਤੇ ਪਈ ਤੇ ਇਸ ਚਾਨਣ 'ਚ ਉਹਦੀਆਂ ਅੱਖਾਂ ਵਿੱਚ ਡਲਕ ਰਹੇ ਅਥਰੂ ਇਸ ਤਰ੍ਹਾਂ ਚਮਕ ਉੱਠੇ ਮਾਨੋ 2 ਰਤਨ ਜੜਤ ਮੁੰਦਰੀਆਂ 'ਚ ਮੋਤੀ ਝਿਲਮਿਲ ਕਰ ਰਹੇ ਸਨ। ਜਸਵੰਤ ਸਿੰਘ ਪੱਥਰ ਦੀ ਮੂਰਤ ਹੋ ਗਿਆ। ਉਹ ਪਿਛਲੇ ਪੈਰੀ ਅੰਦਰ ਮੁੜ ਆਇਆ। ਉਹਦੇ ਪਿੱਛੇ ਮਾਇਆ ਵੀ। ਕੀਲੇ ਹੋਏ ਸੱਪ ਵਾਂਗ ਜਸਵੰਤ ਸਿੰਘ ਕੁਰਸੀ ਤੇ ਬੈਠ ਗਿਆ ਤੇ ਸਾਹਮਣੀ ਕੁਰਸੀ ਤੇ ਮਾਇਆ ਬੈਠ ਗਈ। ਹੌਲੀ ਜਸਵੰਤ ਸਿੰਘ ਨੇ ਆਪਣੇ ਆਪ ਨੂੰ ਸੰਭਾਲਣ ਦੀ ਕੋਸ਼ਿਸ਼ ਕੀਤੀ। ਫਿਰ ਕਮਰੇ ਦੀ ਹਰ ਇੱਕ ਚੀਜ਼ ਵੱਲ ਤੱਕ ਕੇ, ਫਿਰ ਮੇਜ਼ ਤੇ ਵਿਛੇ ਮੇਜ਼ਪੋਸ਼ ਤੇ ਅੱਖਰਾਂ ਵੱਲ ਤੱਕ ਕੇ ਉਹ ਮਾਇਆ ਵੱਲ ਮੂੰਹ ਕਰਕੇ ਬੋਲਿਆ, ਮਾਇਆ, ਕਮਰੇ ਦੀ ਸਫਾਈ ਅੱਜ ਤੂੰ ਕੀਤੀ ਹੈ? ਮਾਇਆ ਨੇ ਇਹਦਾ ਕੋਈ ਉੱਤਰ ਨਾ ਦਿੱਤਾ, ਕੇਵਲ ਸਿਰ ਨੀਵਾਂ ਕਰ ਲਿਆ।
ਜਸਵੰਤ ਸਿੰਘ ਨੇ ਇੱਕ ਠੰਡਾ ਸਾਹ ਖਿੱਚਿਆ ਤੇ ਫਿਰ ਬੋਲਿਆ, ਮਾਇਆ, ਇਹ ਸਭ ਕੁਝ ਤੂੰ ਕਿਹੜੇ ਹੱਥ ਨਾਲ ਕੀਤਾ ਹੈ? ਤੇ ਨਾਲ ਹੀ ਮਾਇਆ ਦਾ ਹੱਥ ਫੜਨ ਲਈ ਹੌਲੀ ਹੌਲੀ ਉਹਨੇ ਆਪਣਾ ਹੱਥ ਉਸ ਵੱਲ ਵਧਾਇਆ। ਮਾਇਆ ਦੀ ਠੁੱਡੀ ਇਸ ਵੇਲੇ ਆਪਣੇ ਸੀਨੇ ਨਾਲ ਜੁੜੀ ਹੋਈ ਸੀ। ਉਹਦੇ ਸੱਜੇ ਹੱਥ 'ਚ ਮਾਲੂਮੀ ਜਿਹੀ ਹਰਕਤ ਹੋਈ। ਉਸ ਦੇ ਗੋਡੇ ਤੋਂ ਮੱਸੇ 2 ਕੁ ਇੰਚੀ ਉਤਾਂ ਉੱਠ ਸਕਿਆ। ਜਸਵੰਤ ਸਿੰਘ ਦਾ ਹੱਥ ਉਹਦੇ ਹੱਥ ਪਾਸ ਆ ਚੁੱਕਾ ਸੀ ਤੇ ਉਸ ਦੀਆਂ 5 ਉਂਗਲਾਂ ਖੁੱਲ੍ਹਦੀਆਂ ਖੁੱਲ੍ਹਦੀਆਂ ਕੁਝ ਫੈਲ ਗਈਆਂ। ਫਿਰ ਮਾਇਆ ਦੇ ਹੱਥ ਦੁਆਲੇ ਇਸ ਤਰ੍ਹਾਂ ਲਿਪਟ ਗਈਆਂ ਜਿਕਣ ਚੰਦਨ ਦੇ ਬੂਟੇ ਨੂੰ ਸੱਪ। ਇਹ ਤੋਂ ਬਾਅਦ ਉਹਦਾ ਹੱਥ ਇੰਨੀ ਹੌਲੀ ਹੌਲੀ ਮਾਨੋ ਜੂੰ ਦੀ ਤੋਰ ਨਾਲ ਵਾਪਸ ਮੁੜਨਾ ਸ਼ੁਰੂ ਹੋਇਆ ਤੇ ਉਹ ਤਾਂ ਹੁੰਦਾ ਹੁੰਦਾ ਉਹਦੇ ਬੁੱਲਾਂ ਤੱਕ ਪੁੱਜਾ। ਲਗਭਗ ਉਹਦੇ ਦੋਵੇਂ ਬੁੱਲ ਮਾਇਆ ਦੇ ਹੱਥ ਦੀ ਪਿੱਠ ਨੂੰ ਛੂਹਣ ਹੀ ਵਾਲੇ ਸਨ ਕਿ ਜਸਵੰਤ ਸਿੰਘ ਦੇ ਦਿਲ ਦਾ ਕਾਂਟਾ ਇੱਕਦਮ ਬਦਲ ਗਿਆ ਤੇ ਉਹਦੀਆਂ ਭਾਵਨਾਵਾਂ ਦੀ ਗੱਡੀ ਦੂਸਰੀ ਪਟੜੀ ਤੇ ਪੈ ਗਈ। ਜਿਉਂ ਜਿੰਨੀ ਵਿੱਥ ਹੀ ਬਾਕੀ ਸੀ ਕਿ ਉਹਦੇ ਹੱਥ ਵਿਚਲਾ ਮਾਇਆ ਦਾ ਹੱਥ ਉਹਦੇ ਬੁੱਲਾਂ ਨੂੰ ਲੱਗਣ ਦੀ ਥਾਂ ਉਹ ਤਾਂ ਹੋਣਾ ਸ਼ੁਰੂ ਹੋ ਗਿਆ ਤੇ ਉਹਦੇ ਮੱਥੇ ਨਾਲ ਜਾ ਕੇ ਲੱਗ ਗਿਆ। 2 ਕੁ ਮਿੰਟ ਜਸਵੰਤ ਸਿੰਘ ਨੇ ਮਾਇਆ ਦਾ ਹੱਥ ਆਪਣੇ ਮੱਥੇ ਨਾਲ ਲਾਈ ਰੱਖਿਆ ਤੇ ਫਿਰ ਹੌਲੀ ਹੌਲੀ ਉਸਨੇ ਉਸ ਨੂੰ ਜਿੱਥੋਂ ਚੁੱਕਿਆ ਸੀ ਉੱਥੇ ਮੁੜ ਪਹੁੰਚਾ ਦਿੱਤਾ। ਜਸਵੰਤ ਸਿੰਘ ਮਰਦ ਸੀ, ਉਹਨੂੰ ਰੋਣ ਨਹੀਂ ਸੀ ਆਉਂਦਾ, ਪਰ ਇੱਕ ਤਰ੍ਹਾਂ ਨਾਲ ਉਹਦਾ ਅੰਗ ਅੰਗ ਉਸਦਾ ਵਾਲ ਰੋ ਰਿਹਾ ਸੀ। ਮਾਇਆ ਦਾ ਹੱਥ ਜਿਸ ਵੇਲੇ ਜਸਵੰਤ ਸਿੰਘ ਦੇ ਮੱਥੇ ਨਾਲੋਂ ਹਟ ਕੇ ਹੇਠਾਂ ਆ ਰਿਹਾ ਸੀ, ਉਸ ਵੇਲੇ 2 ਕੁ ਗਰਮ ਅਥਰੂ ਜਸਵੰਤ ਸਿੰਘ ਦੀਆਂ ਅੱਖਾਂ 'ਚੋਂ ਛਾਲ ਮਾਰ ਕੇ ਮਾਇਆ ਦੇ ਹੱਥ ਤੇ ਆ ਗਏ। ਉਹ ਵਿਆਕੁਲ ਹੋ ਉੱਠੀ। ਉਹਨੇ ਨਜ਼ਰ ਭਰ ਕੇ ਜਸਵੰਤ ਸਿੰਘ ਵੱਲ ਤੱਕਿਆ। ਤੱਕਦੇ ਹੀ ਉਹਦਾ ਦਿਲ ਗਿੱਠ ਗਿੱਠ ਉਛਲਣ ਲੱਗਾ ਤੇ ਫਿਰ ਉਂਗਲ ਨਾਲ ਜਸਵੰਤ ਸਿੰਘ ਦੀਆਂ ਅੱਖਾਂ ਦੇ ਅਥਰੂ ਨਿਚੋੜਦੀ ਬੋਲੀ, ਕਿਉਂ ਰੋਤੇ ਹੋ? ਇਹ ਵਾਕ ਜਸਵੰਤ ਸਿੰਘ ਦੇ ਜ਼ਖਮੀ ਦਿਲ ਲਈ ਪਤਾ ਨਹੀਂ ਮੱਲਮ ਦਾ ਫਿਆ ਸੀ ਜਾਂ ਲੂਣ ਦਾ ਛਿੱਟਾ। ਉਹਦੇ ਹੋਠ ਕੰਬਣ ਲੱਗ ਪਏ ਤੇ ਝੱਟ ਹੀ ਉਹਦੇ ਸਿਰ ਵਿੱਚੋਂ ਗਰਮ ਪਾਣੀ ਦੀਆਂ 2 ਨਦੀਆਂ ਉਮੜ ਪਈਆਂ। ਅੱਲੜ ਤੇ ਭੋਲੀ ਭਾਲੀ ਮਾਇਆ ਲਈ ਇਹ ਸਮਾਂ ਸੰਭਾਲਣਾ ਔਖਾ ਹੋ ਗਿਆ। ਉਹਦਾ ਸਿਰ ਚੱਕਰ ਖਾਣ ਲੱਗ ਪਿਆ ਤੇ ਉਹਨੂੰ ਸਮਝ ਨਹੀਂ ਸੀ ਆਉਂਦੀ ਜੋ ਕੀ ਕਰੇ। ਜਨਾਨੀ ਦਾ ਸਭ ਤੋਂ ਵੱਡਾ ਹਥਿਆਰ ਰੋਣ ਦਾ ਹੁੰਦਾ ਹੈ, ਪਰ ਜਦੋਂ ਉਹਦਾ ਪ੍ਰੀਤਮ ਹੀ ਉਹ ਤੋਂ ਪਹਿਲਾਂ ਇਹ ਹਥਿਆਰ ਚੁੱਕ ਲਏ ਤਾਂ ਇਹ ਤੋਂ ਵੱਡਾ ਹਥਿਆਰ ਉਸ ਪਾਸ ਹੋਰ ਕੋਈ ਨਹੀਂ ਰਹਿ ਜਾਂਦਾ। ਮਾਇਆ ਦੀਆਂ ਅੱਖਾਂ ਖੁਸ਼ਕ ਹੋ ਗਈਆਂ। ਜਸਵੰਤ ਸਿੰਘ ਦੀ ਹਾਲਤ ਨੇ ਉਹਨੂੰ ਅਧੀਰ ਕਰ ਦਿੱਤਾ ਤੇ ਉਹ ਕੁਝ ਚਿਰ ਲਈ ਸਭ ਕੁਝ ਭੁੱਲ ਗਈ। ਉਹਨੇ ਜਸਵੰਤ ਸਿੰਘ ਦੇ ਦੋਵੇਂ ਹੱਥ ਆਪਣੇ ਹੱਥਾਂ 'ਚ ਫੜ ਲਏ ਤੇ ਉਹਨਾਂ ਨੂੰ ਕੋਮਲਤਾ ਨਾਲ ਘੁੱਟਦੀ ਹੋਈ ਬੋਲੀ, ਤੁਹਾਨੂੰ ਕੋ ਅੱਜ ਕੀ ਹੋ ਗਿਆ? ਕਿਉਂ ਇਸ ਤਰ੍ਹਾਂ ਕਰ ਰਹੇ ਹੋ? ਗੱਲ ਤੇ ਦੱਸੋ, ਮੇਰੇ ਸੇ ਕੋਈ ਗਲਤੀ ਹੋਈ ਹੈ? ਕਹਿੰਦੀ ਮਾਇਆ ਸਿਸਕੀਆਂ ਲੈ ਕੇ ਰੋਣ ਲੱਗ ਪਈ। ਮਾਇਆ ਦਾ ਦੁੱਖ ਜਸਵੰਤ ਸਿੰਘ ਪਾਸੋਂ ਕਦ ਵੇਖਿਆ ਜਾਂਦਾ ਸੀ। ਉਹਨੇ ਰੁਮਾਲ ਨਾਲ ਆਪਣੀਆਂ ਅੱਖਾਂ ਪੂੰਝੀਆਂ ਤੇ ਫਿਰ ਮਾਇਆ ਦੇ ਹੱਥਾਂ 'ਚੋਂ ਹੌਲੀ ਜਿਹੀ ਆਪਣੇ ਹੱਥ ਛੁਡਾ ਕੇ ਤੇ ਸੰਭਲ ਕੇ ਬੈਠ ਗਿਆ। ਮਾਇਆ ਇਸ ਵੇਲੇ ਛਮ ਰੋ ਰਹੀ ਸੀ। ਜਸਵੰਤ ਸਿੰਘ ਨੇ ਉਹਨੂੰ ਕਿਹਾ, ਮਾਇਆ ਨਾ ਰੋ, ਤੇਰਾ ਰੋਣਾ ਮੈਥੋਂ ਵੇਖਿਆ ਨਹੀਂ ਜਾਂਦਾ। ਬਸ ਹੁਣ ਹੋਸ਼ 'ਚ ਆ ਕੇ ਮੇਰੀ ਗੱਲ ਸੁਣ, ਮੈਂ ਹੁਣ ਤੇਥੋਂ ਕੋਈ ਗੱਲ ਲੁਕਾ ਕੇ ਨਹੀਂ ਰੱਖਾਂਗਾ। ਮਾਇਆ ਚੇਤਨ ਹੋ ਕੇ ਬੈਠ ਗਈ। ਉਹਨੇ ਸਾੜੀ ਦੇ ਪੱਲੇ ਨਾਲ ਮੂੰਹ ਪੂੰਝਦਿਆਂ ਕਿਹਾ, ਦੱਸੋ। ਜਸਵੰਤ ਸਿੰਘ ਆਵਾਜ਼ ਨੂੰ ਠੀਕ ਕਰਕੇ ਦ੍ਰਿੜਤਾ ਨਾਲ ਬੋਲਿਆ, ਮਾਇਆ, ਮੈਨੂੰ ਪਤਾ ਹੈ ਕਿ ਤੂੰ ਕਿਸੇ ਵੱਡੇ ਘਰ ਦੀ ਲੜਕੀ ਹੈ, ਪਰ ਕਿਸ ਘਰ ਦੀ ਹੈ ਇਹ ਪੁੱਛ ਕੇ ਮੈਂ ਤੇਰੀ ਮਹਾਨਤਾ ਨਹੀਂ ਘਟਾਣੀ ਚਾਹੁੰਦਾ ਤੇ ਨਾ ਹੀ ਮੈਨੂੰ ਇਹਦੀ ਜ਼ਰਾ ਵੀ ਲੋੜ ਹੈ। ਵੱਡੇ ਘਰ ਦੀ ਨਾ ਹੋ ਕੇ ਜੇ ਤੂੰ ਸੱਚਮੁੱਚ ਕਿਸੇ ਨੀਵੇਂ ਘਰ ਦੀ ਹੁੰਦੀ ਹੋ ਤਾਂ ਵੀ ਮੈਂ ਤੈਨੂੰ ਇਸ ਨਿਗਾਹ ਨਾਲ ਵੇਖਦਾ ਜਿਸ ਨਾਲ ਹੁਣ ਵੇਖ ਰਿਹਾ। ਮੈਂ ਤੈਨੂੰ ਪ੍ਰਾਪਤ ਕਰਕੇ ਆਪਣੇ ਆਪ ਨੂੰ ਕਿੰਨਾ ਵਡਭਾਗੀ ਸਮਝਦਾ, ਇਹਦਾ ਅਨੁਮਾਨ ਮੈਥੋਂ ਬਿਨਾਂ ਕੋਈ ਨਹੀਂ ਲਾ ਸਕਦਾ। ਭਾਵੇਂ ਤੇਰੇ ਚਾਚਾ ਜੀ ਨੇ ਖੁਦ ਤੇਰੀ ਬਾਹ ਮੈਨੂੰ ਫੜਾਈ ਸੀ, ਪਰ ਜੇ ਇਹ ਨਾ ਵੀ ਹੁੰਦਾ ਤਾਂ ਵੀ ਮੇਰੀ ਵਾਹ ਲੱਗਦੀ ਤਾਂ ਮੈਂ ਆਪਣੇ ਸਰਬੰਸ ਦੇ ਕੇ ਆਪਣੇ ਆਪ ਨੂੰ ਵੇਚ ਕੇ ਵੀ ਤੇਰੇ ਵਰਗੀ ਮੁਕਟ ਨੈਣੀ ਨੂੰ ਪ੍ਰਾਪਤ ਕਰਨ ਦਾ ਯਤਨ ਕਰਦਾ। ਪਰ ਮਾਇਆ, ਅਫਸੋਸ ਕਿ ਮੇਰੇ ਵਰਗੇ ਬਦਕਿਸਮਤ ਦੇ ਭਾਗਾਂ 'ਚ ਤੂੰ ਨਹੀਂ ਲਿਖੀ, ਤੂੰ ਕਿਸੇ ਹੋਰ ਦੀ ਅਮਾਨਤ ਹੈ। ਛੇਕੜ ਦੀ ਗੱਲ ਸੁਣ ਕੇ ਮਾਇਆ ਦੀਆਂ ਤਲੀਆਂ ਥੱਲੇ ਅੰਗਾਰ ਆ ਗਏ। ਉਹਦੀਆਂ ਆਸਾਂ ਉਮੀਦਾਂ ਤੇ ਉਮੰਗਾਂ ਦੀ ਫੁਲਵਾੜੀ ਤੇ ਪਤਝੜ ਛਾ ਗਈ। ਜਸਵੰਤ ਸਿੰਘ ਦੇ ਮੂੰਹ ਅਜਿਹੀ ਗੱਲ ਨਿਕਲੇਗੀ ਉਹਨੂੰ ਗੁਮਾਨ ਵੀ ਨਹੀਂ ਸੀ। ਅੱਖ ਦੇ ਫੋਰੇ ਵਿੱਚ ਹੀ ਬੇਅੰਤ ਖਿਆਲਾਂ ਨੇ ਵਾਰੋ ਵਾਰੀ ਉਹਦੇ ਦਿਲ ਵਿੱਚੋਂ ਲੰਘਣਾ ਸ਼ੁਰੂ ਕਰ ਦਿੱਤਾ। ਅਖੀਰ ਉਹ ਟੁੱਟੇ ਹੋਏ ਦਿਲ ਨਾਲ ਬੋਲੀ, ਕੀ ਕਹਾ? ਮੈਂ ਕਿਸੇ ਹੋਰ ਦੀ ਅਮਾਨ ਹੂੰ? ਹਾਂ ਮਾਇਆ, ਤੂੰ ਮੇਰੇ ਇੱਕ ਪੁਰਾਣਾ ਤੋਂ ਪਿਆਰੇ ਦੋਸਤ ਦੀ। ਇਸ ਤੋਂ ਬਾਅਦ ਉਹਨੇ ਜਗਜੀਤ ਦਾ ਕੁੱਲ ਹਾਲ ਇੱਕ ਇੱਕ ਕਰਕੇ ਮਾਇਆ ਨੂੰ ਸੁਣਾਇਆ। ਮਾਇਆ ਦੇ ਦਿਲ ਤੇ ਇੱਕ ਅਸਹਿ ਸੱਟ ਵੱਜੀ। ਇਸ ਵੇਲੇ ਉਸ ਲਈ ਚੁੱਪ ਕਰਨ ਦਾ ਸਮਾਂ ਨਹੀਂ ਸੀ। ਉਹ ਜ਼ਰਾ ਹੌਸਲੇ ਨਾਲ ਸਿਰ ਹਿਲਾ ਕੇ ਬੋਲੀ, ਨਹੀਂ, ਤੇ ਸ਼ਰਮ ਨਾਲ ਫਿਰ ਉਹਦੀ ਜ਼ਬਾਨ ਰੁਕ ਗਈ। ਉਹਨੂੰ ਗੱਲ ਕਰਦਿਆਂ ਰੁਕਦਿਆਂ ਵੇਖ ਕੇ ਜਸਵੰਤ ਸਿੰਘ ਨੇ ਕਿਹਾ, ਮਾਇਆ, ਸ਼ਰਮ ਨਾ ਕਰ,
ਇਸ ਵੇਲੇ ਸਾਨੂੰ ਇੱਕ ਦੂਜੇ ਦੇ ਸਾਹਮਣੇ ਦਿਲ ਦੀ ਹਰ ਇੱਕ ਗੱਲ ਖੋਲ ਕੇ ਰੱਖ ਦੇਣੀ ਚਾਹੀਦੀ ਹੈ ਕਿ ਫਿਰ ਕਦੇ ਐਸਾ ਮੌਕਾ ਬਣੇ ਕਿ ਨਾ। ਗੱਲ ਦਾ ਮਤਲਬ ਸਮਝ ਕੇ ਵੀ ਮਾਇਆ ਨੇ ਕੋਈ ਉੱਤਰ ਨਾ ਦਿੱਤਾ, ਪਰ ਅਲ ਖਾਮੋਸ਼ੀ ਨੀਮ ਰਜ਼ਾ ਅਨੁਸਾਰ ਜਸਵੰਤ ਸਿੰਘ ਸਮਝ ਗਿਆ ਕਿ ਗੱਲ ਇਹੋ ਹੈ। ਉਹਨੇ ਫਿਰ ਆਪਣੀ ਗੱਲ ਤੇ ਜ਼ੋਰ ਦਿੰਦਿਆਂ ਹੋਇਆਂ ਕਿਹਾ, ਕੁਛ ਵੀ ਹੋਵੇ ਪਰ ਮਾਇਆ, ਤੂੰ ਜਾਣਦੀ ਹੈ ਕਿ ਧਰਤੀ ਧਰਮ ਦੇ ਆਸਰੇ ਤੇ ਖੜੀ ਹੈ। ਧਰਮ ਦਾ ਅਰਥ ਹੈ ਫਰਜ਼, ਪਰ ਜਿਸ ਦਿਨ ਦੋਸਤਾਂ ਵਿੱਚ ਧਰਮ ਜਾਂ ਫਰਜ਼ ਦਾ ਸ਼ਬਦ ਉੱਡ ਗਿਆ, ਉਸ ਦਿਨ ਦੁਨੀਆ 'ਚ ਪਰਲੋ ਆ ਜਾਏਗੀ। ਜਗਜੀਤ ਮੇਰਾ ਦੋਸਤ ਹੈ, ਮਾਇਆ ਨੇ ਦ੍ਰਿੜਤਾ ਭਰੇ ਲਹਿਜੇ 'ਚ ਕਿਹਾ, ਪਰ ਇਹ ਨਹੀਂ ਹੋ ਸਕੇਗਾ। ਕਿਉਂ? ਉਸ ਨਾਲ ਤੂੰ ਪਿਆਰ ਨਹੀਂ ਕਰ ਸਕਦੀ? ਪਿਆਰ ਕਰਦੀ ਹੂੰ ਪਰ ਤੋੜ ਨਹੀਂ ਸਕਦੀ। ਇਹੋ ਤਾਂ ਮੈਂ ਵੀ ਚਾਹੁੰਦਾ कि तेरा ਉਹਦਾ प्यार सदा वास्ते पक्का हो जाए, पर उस प्यार में जो स्वाद है वो ऐसा करने नाल कायम नहीं रह सकता। इस गल का की मतलब? मैं नहीं समझा। उसदे नाल मेरा प्यार है, बहुत ज्यादा है, पर आत्मक प्यार है। तेरा ਇਹੋ मतलब है? जी हाँ। ਜਸਵੰਤ ਸਿੰਘ ਉਹਦਾ ਮਤਲਬ ਸਮਝ ਕੇ ਕਿਸੇ ਡੂੰਘੇ ਖਿਆਲ 'ਚ ਡੁੱਬ ਗਿਆ ਤੇ ਫਿਰ ਬੋਲਿਆ, ਮਾਇਆ, ਜਗਜੀਤ ਦਾ ਪਿਆਰ ਵੀ ਤੇਰੇ ਨਾਲ ਸੱਚਮੁੱਚ ਇਹੋ ਜਿਹਾ ਹੈ। ਪਹਿਲੇ ਤਾਂ ਮੈਂ ਉਹਦੀਆਂ ਗੱਲਾਂ ਨੂੰ ਮਖੌਲ ਹੀ ਸਮਝਦਾ ਸੀ, ਪਰ ਹੁਣ ਤੇਰੇ ਖਿਆਲਾਂ ਨੇ ਮੈਨੂੰ ਯਕੀਨ ਕਰਾ ਦਿੱਤਾ ਹੈ। ਪਰ ਫਿਰ ਵੀ ਮਾਇਆ, ਆਪਣਾ ਫਰਜ਼ ਤਾਂ ਮੈਨੂੰ ਪੂਰਾ ਕਰਨਾ ਹੀ ਪਏਗਾ। ਤੁਸਾਂ ਤੋਂ ਆਪਣਾ ਫਰਜ਼ पूरा करना है, पर मेरा फर्ज, तेरा की फर्ज है? चाचा ने जिसके हाथ च मेरी बांह फड़ाई थी, उससे की होके रहा, पर तेरे चाचा जी ने बांह फड़ाउण लग्गिया तेरी परवरिश दा भार ही मेरे जिम्मे पाया सी। जे मैं विआहिया होया हुंदा तां भी मैं तेरे चाचे दे हुक्म दी पालना इसे सूरत विच ही करदा कि कोई चंगा घर वर देख के तेरा विआह कर दिंदा। सो मेरा ख्याल है इस फर्ज नूं मैं हुण भी बड़ी खूबी नाल निभावांगा। जे ये बात थी तो तुसी मैनू पहले क्यों ना बताया? मैं किस तरह दसदा जद अपने चाचे दे शोक विच तू हर वेले व्याकुल रहिंदी सी। नाले हुण वर्गी खुली गलबात भी तां अज तो पहलां कदे नहीं सी होई। माया ने एक ठंडा साह भरिया ते फिर कुछ ना बोली। जसवंत सिंह ने भी इस मामले नूं होर खिचना मुनासिब ना समझिया। दोवें अरमान भरी नज़र नाल एक दूजे वल तकदे वख होए। जसवंत सिंह उठ के अपने कमरे 'च चला गया। ਇਹ ਰਾਤ ਦੋਹਾਂ ਨੇ ਆਪੋ ਆਪਣੀ ਥਾਂ ਤੜਫਦਿਆਂ ਤੇ ਠੰਡੇ ਸਾਹ ਲੈਂਦਿਆਂ ਬਿਤਾਈ। ਅੰਗ 7ਵਾਂ। ਅੱਜ ਮੇਜ਼ ਅੱਗੇ ਬੈਠਾ ਬੈਠਾ ਜਸਵੰਤ ਸਿੰਘ ਬੜੀਆਂ ਡੂੰਘੀਆਂ ਸੋਚਾਂ 'ਚ ਗਲਤਾਨ ਹੈ। ਕਿਸੇ ਦੀ ਉਡੀਕ 'ਚੋਂ ਬੇਚੈਨ ਜਿਹਾ ਹੋ ਰਿਹਾ। ਬੈਠਾ ਬੈਠਾ ਉਹ ਉੱਠ ਖੜੋਤਾ ਤੇ ਕਿੱਲੀ ਨਾਲ ਟੰਗੇ ਹੋਏ ਕੋਟ ਦੀ ਜੇਬ 'ਚੋਂ ਇੱਕ ਲਿਫਾਫਾ ਕੱਢਿਆ ਜੋ ਖੁੱਲ੍ਹਾ ਹੋਇਆ ਸੀ। ਉਸ ਵਿੱਚੋਂ ਚਿੱਠੀ ਕੱਢ ਕੇ ਪੜ੍ਹਨ ਲੱਗਾ। ਪਿਆਰੇ ਜਸਵੰਤ ਸਿੰਘ ਜੀ, ਤੁਹਾਡਾ ਖੱਤ ਪੁੱਜਾ। ਤੁਸਾਂ ਲਿਖਿਆ ਕਿ ਜਗਜੀਤ ਜਦ ਪਹਾੜੋਂ ਆਵੇ ਉਹਨੂੰ ਕਲਕੱਤੇ ਭੇਜ ਦੇਣਾ। ਸੋ ਤੁਹਾਡੇ ਕਹੇ ਅਨੁਸਾਰ ਉਹਨੂੰ ਖੱਤ ਲਿਖ ਦਿੱਤਾ ਹੈ। ਉਮੀਦ ਹੈ ਕਿ ਉਹ ਮਸੂਰੀਓਂ ਸਿੱਧਾ ਤੁਹਾਡੇ ਪਾਸ ਹੀ ਆਏਗਾ, ਪਰ ਜਲਦੀ ਵਾਪਸ ਤੋਰ ਦੇਣਾ ਤਾਂ ਜੋ ਉਹਦੀ ਪੜ੍ਹਾਈ 'ਚ ਹਰਜ ਨਾ ਹੋਵੇ। ਤੁਹਾਡਾ ਦਿਆਲ ਸਿੰਘ। ਚਿੱਠੀ ਤੈਅ ਕਰਕੇ ਤੇ ਲਿਫਾਫੇ 'ਚ ਪਾ ਕੇ ਉਹਨੇ ਮੇਜ਼ ਤੇ ਰੱਖ ਦਿੱਤੀ ਤੇ ਫਿਰ ਸੋਚਣ ਲੱਗਾ, ਅੱਜ ਕਿੰਨੇ ਹੀ ਦਿਨਾਂ ਦਾ ਖੱਤ ਆਇਆ ਹੋਇਆ ਹੈ। ਜਗਜੀਤ ਨੂੰ ਸਿੱਧਾ ਵੀ ਇੱਕ ਖੱਤ ਲਿਖ ਦਿੱਤਾ ਸੀ। ਉਹਨੂੰ ਹੁਣ ਤੱਕ ਆ ਜਾਣਾ ਚਾਹੀਦਾ ਸੀ। ਅਜੇ ਇਸੇ ਤਰ੍ਹਾਂ ਦੀਆਂ ਗੱਲਾਂ ਸੋਚ ਰਿਹਾ ਸੀ ਕਿ ਬਾਹਰੋਂ ਬੁੱਟਾਂ ਦੀ ਚੀਂ ਚੀਂ ਦੀ ਆਵਾਜ਼ ਆਈ ਤੇ ਝੱਟ ਹੀ ਬੂਹੇ 'ਚ ਉਹਨੇ ਕਿਸੇ ਨੂੰ ਮੁਸਕਰਾਉਂਦਿਆਂ ਡਿੱਠਾ, ਜਿਹਦੇ ਪਿੱਛੇ 2 ਕੁਲੀਆਂ ਨੇ ਅਸਬਾਬ ਚੁੱਕਿਆ ਹੋਇਆ ਸੀ। ਜਗਜੀਤ ਨੂੰ ਵੇਖ ਕੇ ਜਸਵੰਤ ਸਿੰਘ ਨੂੰ ਚੰਨ ਚੜ ਗਿਆ ਤੇ ਦੋਵੇਂ ਇੱਕ ਦੂਜੇ ਦੇ ਗਲ ਜਾ ਲੱਗੇ। ਦੋਵੇਂ ਚਿਰੀ ਵਿਛੁੰਨੇ ਮਿੱਤਰ ਕਿੰਨਾ ਹੀ ਚਿਰ ਇੱਕ ਦੂਜੇ ਦੇ ਗਲ ਲੱਗੇ ਰਹੇ। ਜਸਵੰਤ ਸਿੰਘ ਖੁਸ਼ੀ ਨਾਲ ਕੱਪੜਿਆਂ ਤੋਂ ਬਾਹਰ ਹੋ ਕੇ ਬੋਲਿਆ, ਜਗਜੀਤ ਯਾਰ, तेरी बड़ी वड्डी उम्र है, मैं तैनू ही याद कर रहा सी। बई कुदरत ने अजब ढो टुकाया। जगजीत सिंह ने मुस्कुरा के कहा, जी हाँ, तू मैनू ही याद कर रहा सैं। मैनू याद करन तो बिना होर कोई काम तैनू भला है सी? मेज ते पईयां फाइलां वाले इशारा करके सिद्धा नहीं कहंदा कि दफ्तर दे काम 'च सिरदर्दी कर रहा सी। जसवंत सिंह दे ढिड 'च चूहे नच रहे सन। ਉਹ ਚਾਹੁੰਦਾ ਸੀ ਕਿ ਜਗਜੀਤ ਨੂੰ ਇੱਕਦਮ ਸਭ ਕੁਝ ਸੁਣਾ ਦਿਆਂ, ਪਰ ਏਡੀ ਵੱਡੀ ਖੁਸ਼ੀ ਦੀ ਖਬਰ ਇੱਕਦਮ ਸੁਣ ਕੇ ਪਾਗਲ ਹੋ ਜਾਏਗਾ। ਇਹ ਸੋਚ ਕੇ ਉਹਨੇ ਜ਼ਰਾ ਗੰਭੀਰਤਾ ਦਾ ਭਾਵ ਧਾਰਨ ਕਰ ਲਿਆ ਤੇ ਫਿਰ ਉਸ ਗੱਲ ਦਾ ਉੱਤਰ ਦੇਣ ਲਈ ਬੋਲਿਆ, ਕੀ ਤੂੰ ਮੇਰੀ ਗੱਲ ਨੂੰ ਮਖੌਲ ਸਮਝਦਾ? ਲੈ, ਜੇ ਤੈਨੂੰ ਨਹੀਂ ਇਤਬਾਰ ਤਾਂ ਵੇਖ ਲੈ। ਤੇ ਉਹਨੇ ਲਿਫਾਫਾ ਚੁੱਕ ਕੇ ਉਹਦੇ ਅੱਗੇ ਰੱਖ ਦਿੱਤਾ। ਲਿਫਾਫੇ ਦਾ ਮਜ਼ਮੂਨ ਪੜ੍ਹ ਕੇ ਉਹ ਮਖੌਲ ਨਾਲ ਬੋਲਿਆ, ਸੱਚਮੁੱਚ ਬਈ ਤੂੰ ਤਾਂ ਪੂਰਾ ਜਾਲਸਾਜ਼ ਹੈ। ਕਿਸੇ ਨੂੰ ਝੂਠੀ ਕਾਰਗੁਜ਼ਾਰੀ ਵਿਖਾਉਣ ਲਈ ਇਹ ਤੋਂ ਵੱਧ ਸਫਾਈ ਹੋਰ ਕੀ ਹੋ ਸਕਦੀ ਹੈ? ਜਸਵੰਤ ਸਿੰਘ ਹਾਸੇ ਨਾਲ ਲੋਟ-ਪੋਟ ਹੁੰਦਾ ਹੋਇਆ ਉਹਦੇ ਮੋਢੇ ਤੇ ਇੱਕ ਹਲਕਾ ਜਿਹਾ ਧੱਪਾ ਮਾਰ ਕੇ ਬੋਲਿਆ, ਠੀਕ ਹੈ, ਚੋਰਾਂ ਨੂੰ ਸਾਰੀ ਦੁਨੀਆ ਚੋਰ ਹੀ ਦਿਸਦੀ ਹੈ,
ਪਰ ਯਾਰ ਇਹ ਤਾਂ ਦੱਸ, ਇੰਨਾ ਚਿਰ ਸਰਦਾਰ ਹੋਰਾਂ ਕਿਹੜੀ ਗੁਫਾ 'ਚ ਗੁਜ਼ਾਰਿਆ? ਨਾ ਖੱਤ ਨਾ ਪੱਤਰ। ਤੈਨੂੰ ਤਾਂ ਪਤਾ ਹੈ ਮੇਰੀ ਮੁੱਢ ਤੋਂ ਹੀ ਭੈੜੀ ਆਦਤ ਹੈ, ਖੱਤ ਲਿਖਣ ਦਾ ਮੈਨੂੰ ਹਮੇਸ਼ਾ ਆਲਸ ਰਹਿੰਦਾ ਹੈ। ਇਸ ਤੋਂ ਬਾਅਦ ਜਗਜੀਤ ਸਿੰਘ ਨੇ ਆਪਣੇ ਸਫ਼ਰ ਦਾ ਹਾਲ ਸੁਣਾਇਆ। ਜਸਵੰਤ ਸਿੰਘ ਨੇ ਵੇਖਿਆ ਕਿ ਇਸ ਸਾਰੀ ਗੱਲਬਾਤ ਵਿੱਚ ਉਸ ਆਪਣੀ ਗਾਉਣ ਵਾਲੀ ਦਾ ਨਾਮ ਤੱਕ ਨਹੀਂ ਲਿਆ। ਉਹਨੇ ਉਹਦਾ ਦਿਲ ਟੋਣ ਲਈ ਪੁੱਛਿਆ, ਅੱਛਾ ਸੁਣਾ ਫਿਰ ਆਪਣੀ ਸਹੇਲੀ ਦਾ ਵੀ ਕਿਤੇ ਪਤਾ ਤਾਂ ਲੱਗਾ ਹੀ ਕਿ ਨਹੀਂ? ਤੱਤੇ ਤਵੇ ਤੇ ਪਾਣੀ ਦਾ ਛਿੱਟਾ ਪੈਣ ਨਾਲ ਉਹਦੀ ਜਿਹੜੀ ਹਾਲਤ ਹੁੰਦੀ ਹੈ ਉਹੀ ਹਾਲਤ ਸਹੇਲੀ ਸ਼ਬਦ ਸੁਣ ਕੇ ਜਗਜੀਤ ਦੀ ਹੋਈ। ਪਰ ਗੁੱਸੇ ਨੂੰ ਦਬਾ ਕੇ ਬੋਲਿਆ, ਜਸਵੰਤ ਫਿਰ ਉਹੀ ਬੇਤੁਕੀਆਂ। ਅੱਛਾ ਯਾਰ ਮਾਫ ਕਰੇ, ਫੇਰ ਦੱਸ ਹੋਰ ਮੈਂ ਕੀ ਕਹਾਂ? ਤੇਰੀ ਕੀ? ਮੇਰੀ ਸ਼ਰਧਾ ਭਗਤੀ ਦੀ ਸਮੱਗਰੀ, ਬਸ ਹੋਰ ਕੁਝ ਨਹੀਂ। ਅੱਛਾ ਇਹੋ ਹੀ ਸਹੀ, ਹਾਂ ਦੱਸ ਤੇਰੀ ਸ਼ਰਧਾ ਭਗਤੀ ਦੀ ਸਮੱਗਰੀ ਦਾ ਕੋਈ ਪਤਾ ਲੱਗਾ ਕਿ ਨਹੀਂ? ਜਸਵੰਤ ਸਿੰਘ ਤੂੰ ਮੈਥੋਂ ਕੀ ਪੁੱਛ ਰਿਹਾ? ਇਸ ਗੱਲ ਦੀ ਅਸਲੀਅਤ ਦਾ ਖੁਦ ਮੈਨੂੰ ਹੀ ਪਤਾ ਨਹੀਂ। ਤੂੰ ਦੱਸ, ਜਿਹੜੀ ਚੀਜ਼ ਕਦੇ 1 ਮਿੰਟ ਲਈ ਵੀ ਕਿਸੇ ਦੇ ਪਾਸੋਂ ਅਲੱਗਾ ਨਾ ਹੋਈ ਹੋਵੇ, ਹਰ ਵੇਲੇ ਦਿਨ ਰਾਤ ਉਹਦੇ ਪਾਸ ਹੀ ਹੁੰਦੀ ਹੋਵੇ, ਉਸ ਬਾਬਤ ਇਹ ਪੁੱਛਣਾ ਕਿ ਤੈਨੂੰ ਉਹਦਾ ਪਤਾ ਲੱਗਾ ਕਿ ਨਹੀਂ, ਇਹ ਅਣਜਾਣਪਣਾ ਨਹੀਂ ਤਾਂ ਹੋਰ ਕੀ ਹੈ? ਯਾਰ ਤੂੰ ਤਾਂ ਦਿਨਾਂ 'ਚ ਹੀ ਬ੍ਰਹਮ ਗਿਆਨੀ ਬਣ ਕੇ ਆ ਗਿਆ, ਪਰ ਉਦਣ ਦਾ ਚੇਤਾ ਭੁੱਲ ਗਿਆ? ਮੈਂ ਨਾ ਅੜੁੰਗੜੀਆਂ ਨੂੰ ਨਹੀਂ ਸਮਝਦਾ, ਸਿੱਧੀ ਤਰ੍ਹਾਂ ਬੰਦਿਆਂ ਵਾਂਗ ਸਮਝਾ ਜੋ ਤੈਨੂੰ ਮਿਲੀ ਕਿ ਨਹੀਂ? ਓਹੋ ਜਸਵੰਤ, ਮੈਂ ਤੈਨੂੰ ਕੀ ਸੁਣਾਵਾਂ ਤੇ ਕੀਕਣ ਸਮਝਾਵਾਂ, ਜਦ ਕਿ ਤੂੰ ਕਿਸੇ ਹੋਰ ਦੁਨੀਆ 'ਚ ਫਿਰ ਰਿਹਾ ਹੈ ਤੇ ਮੈਂ ਕਿਸੇ ਹੋਰ ਵਿੱਚ। ਮੇਰਾ ਖਿਆਲ ਗੱਲ ਟੁੱਟ ਗਈ। ਖੈਰ ਇਸ ਵੇਲੇ ਤਾਂ ਅਸੀਂ ਦੋਵੇਂ ਕਲਕੱਤੇ ਦੀ ਦੁਨੀਆ 'ਚ ਇਕੱਠੇ ਹੀ ਬੈਠੇ ਹਾਂ। ਤੂੰ ਗੱਲ ਕਰ ਹੁਣ, ਸਿੱਧੀ ਤਰ੍ਹਾਂ ਬਹੁਤੀ ਭੂਮਿਕਾ ਬਣਨ ਦੀ ਲੋੜ ਨਹੀਂ। ਹਾਂ ਸੱਚ ਪਹਿਲਾਂ ਇਹ ਦੱਸ, ਖਾਣ ਪੀਣ ਲਈ ਕੀ ਮੰਗਾਵਾਂ? ਗੱਲਾਂ 'ਚ ਚੇਤਾ ਹੀ ਭੁੱਲ ਗਿਆ। ਨਹੀਂ ਅਜੇ ਕਿਸੇ ਚੀਜ਼ ਦੀ ਲੋੜ ਨਹੀਂ, ਤੇ ਜੇ ਲੋੜ ਵੀ ਹੋਈ ਤਾਂ ਤੈਨੂੰ ਪੁੱਛ ਕੇ ਖਾਣੀ ਹੈ। ਖੈਰ ਸੁਣ ਮੈਂ ਤੈਨੂੰ ਦੱਸਾਂ, ਮੈਂ ਤੈਨੂੰ ਥੋੜੇ ਵਿੱਚ ਹੀ ਦੱਸਦਾ। ਦੁਨਿਆਵੀ ਪ੍ਰੇਮ ਦੁਨਿਆਵੀ ਚੀਜ਼ਾਂ ਦਾ ਚਾਹਵੰਦ ਹੁੰਦਾ ਹੈ, ਜਿਹਾ ਕਿ ਸੁੰਦਰਤਾ, ਕਾਮਨਾ ਅਥਵਾ ਸ਼ਬਦ, ਸਪਰਸ਼, ਰੂਪ, ਰਸ, ਗੰਧ ਆਦਿ ਵਿਸ਼ਿਆਂ ਵੱਲ ਉਹਦਾ ਝੁਕਾਅ ਰਹਿੰਦਾ ਹੈ। ਪਰ ਜਿਹੜਾ ਆਦਮੀ ਆਤਮਿਕ ਤੌਰ ਤੇ ਕਿਸੇ ਦੀ ਆਤਮਾ ਨਾਲ ਜੁੜ ਜਾਏ, ਉਹਦੀ ਰੂਹ ਸੰਸਾਰਕ ਪ੍ਰੇਮ ਦੀਆਂ ਵਲਗਣਾਂ ਚੋਂ ਨਿਕਲ ਕੇ ਰੂਹਾਨੀਅਤ ਦੇ ਮੰਡਲਾਂ 'ਚ ਜਾ ਪੁੱਜਦੀ ਹੈ, ਜਿੱਥੇ ਜਿਨਸੀ ਖਿੱਚ ਜਾਂ ਜਿਨਸੀ ਪਿਆਰ ਲਈ ਕੋਈ ਗੁੰਜਾਇਸ਼ ਬਾਕੀ ਨਹੀਂ ਰਹਿ ਜਾਂਦੀ। ਤੇ ਮੈਂ ਤੈਨੂੰ ਯਕੀਨ ਦਿਵਾਉਣਾ ਕਿ ਜਿਸ ਕੁੜੀ ਬਾਬਤ ਤੂੰ ਸਹੇਲੀ ਲਫ਼ਜ਼ ਵਰਤਿਆ, ਇਹੋ ਮੇਰੇ ਨਾਲ ਤੇਰਾ ਸਭ ਤੋਂ ਵੱਡਾ ਅਨਿਆਂ ਹੈ। ਜਸਵੰਤ ਉਹਦੀਆਂ ਗੱਲਾਂ ਸੁਣਦਾ ਰਿਹਾ ਤੇ ਛੇਕੜ ਉਹਨੇ ਜਗਜੀਤ ਉੱਤੇ ਸਵਾਲ ਕੀਤਾ, ਅੱਛਾ ਜਗਜੀਤ, ਮੈਂ ਤੇਰੀ ਇਸ ਦਲੀਲ ਨਾਲ ਸਹਿਮਤ ਹਾਂ ਤੇ ਇਹ ਵੀ ਮੰਨਦਾ ਕਿ ਇਸ ਨਾਲ ਤੇਰੇ ਪਿਆਰ ਦਾ ਰਿਸ਼ਤਾ ਆਤਮਕ ਹੈ, ਪਰ ਇੱਕ ਗੱਲ ਤਾਂ ਦੱਸ, ਜੋ ਇੰਨੀ ਛੇਤੀ ਤੂੰ ਬ੍ਰਹਮ ਗਿਆਨੀ ਕਿਕਣ ਬਣ ਗਿਆ? ਅਜੇ ਕੱਲ ਤਾਂ ਤੂੰ ਨਿਰਾਪੁਰਾ ਮਿੱਟੀ ਦਾ ਮੱਧ ਹੁੰਦਾ ਸੀ, ਗੱਲ ਕਰਨ ਦਾ ਵੀ ਤੈਨੂੰ ਚੱਜ ਨਹੀਂ ਸੀ, ਤੇ ਅੱਜ ਇੱਕਦਮ ਹੀ ਤੂੰ ਬ੍ਰਹਮ ਗਿਆਨੀ ਬਣ ਕੇ ਆ ਗਿਆ। ਇਹਦੀ ਕੀ ਵਜ੍ਹਾ ਹੈ? ਇਹਦੀ ਇੱਕ ਖਾਸ ਵਜ੍ਹਾ ਹੈ ਜਸਵੰਤ, ਤੇ ਸਭ ਤੋਂ ਪਹਿਲਾਂ ਉਹੀ ਮੈਨੂੰ ਦੱਸ ਦੇ। ਜਗਜੀਤ ਨੇ ਦੱਸਣਾ ਸ਼ੁਰੂ ਕੀਤਾ। ਐਤਕੀ ਤੈਨੂੰ ਪਤਾ ਮੈਂ ਪਹਾੜਾਂ ਤੇ ਕਿਉਂ ਗਿਆ ਸੀ? ਪਤਾ ਹੈ, ਸੈਰ ਸਪਾਟਾ ਕਰਨ ਗਿਆ ਸੀ। ਨਹੀਂ ਜਸਵੰਤ, ਸੈਰ ਸਪਾਟੇ ਲਈ ਨਹੀਂ ਸੀ ਗਿਆ, ਮੈਂ ਦਿਲ ਦੀ ਪੀੜ ਦਾ ਇਲਾਜ ਲੱਭਣ ਗਿਆ ਸੀ। ਉਹ ਗਾਉਣ ਵਾਲੀ ਕੁੜੀ ਮੇਰੇ ਦਿਲ ਤੇ ਇਹੋ ਜਿਹਾ ਅਸਰ ਛੱਡ ਗਈ ਕਿ 1 ਮਿੰਟ ਲਈ ਵੀ ਉਹਦੀ ਦੁੱਖ ਭਰੀ ਯਾਦ ਮੇਰੇ ਦਿਲ ਚੋਂ ਮਿਟਦੀ ਨਹੀਂ ਸੀ, ਤੇ ਮੈਂ ਹਰ ਵੇਲੇ ਇਸ ਦਿਲ ਦੀ ਪੀੜ ਨਾਲ ਬੇਆਰਾਮ ਰਹਿੰਦਾ ਸੀ। ਉਹਨਾਂ ਦਿਨਾਂ 'ਚ ਅਚਾਨਕ ਹੀ ਮੈਨੂੰ ਇੱਕ ਗੱਲ ਦਾ ਚੇਤਾ ਆ ਗਿਆ। ਬਾਪੂ ਹੋਰੀ ਕਦੀ ਜ਼ਿਕਰ ਕੀਤਾ ਕਰਦੇ ਸਨ ਕਿ ਮਸੂਰੀ ਪਹਾੜ ਦੀਆਂ ਗੁਫਾ 'ਚ ਕੋਈ ਸਾਧੂ ਮਹਾਤਮਾ ਐਸੇ ਰਹਿੰਦੇ ਨੇ ਜਿਹੜੇ ਰੂਹਾਨੀ ਤੌਰ ਤੇ ਬਹੁਤ ਬੁਲੰਦੀ ਤੇ ਪਹੁੰਚ ਚੁੱਕੇ ਨੇ। ਮੈਂ ਸੋਚਿਆ ਹੋਵੇ ਨਾ ਕਿਸੇ ਇਹੋ ਜਿਹੇ ਮਹਾਂਪੁਰਸ਼ ਨੂੰ ਹੀ ਜਾ ਮਿਲਾਂ ਜਿਹੜਾ ਮੇਰੇ ਦਿਲ ਦੀ ਪੀੜ ਨੂੰ ਘਟਾ ਸਕੇ। ਬਸ ਮੈਂ ਸੈਰ ਦਾ ਬਹਾਨਾ ਕਰਕੇ ਮਸੂਰੀ ਚਲਾ ਗਿਆ, ਜਿੱਥੇ ਕਾਫੀ ਵਕਤ ਗੁਜ਼ਾਰ ਕੇ ਆ ਰਿਹਾ। ਅੱਛਾ ਜਸਵੰਤ ਨੇ ਪੁੱਛਿਆ, ਫਿਰ ਤੈਨੂੰ ਕੋਈ ਮਹਾਂਪੁਰਸ਼ ਮਿਲਿਆ? ਹਾਂ ਮਿਲਿਆ ਸੀ, ਤੇ ਇਹੋ ਜਿਹਾ ਮੈਂ ਚਾਹੁੰਦਾ ਸਾਂ। ਉਹ ਮਸੂਰੀ ਦੀ ਆਬਾਦੀ ਤੋਂ 3 ਕੁ ਮੀਲ ਦੇ ਫਾਸਲੇ ਤੇ ਇੱਕ ਗੁਫਾ 'ਚ ਰਹਿੰਦਾ ਸੀ। ਮੈਂ ਉਹਨੂੰ ਦਿਲ ਦੀ ਹਾਲਤ ਦੱਸੀ ਤੇ ਮੈਂ ਹੈਰਾਨ ਰਹਿ ਗਿਆ ਜਸਵੰਤ, ਜਦ ਉਹਦੇ ਉਪਦੇਸ਼ਾਂ ਨੇ ਮੇਰੇ ਉੱਤੇ ਜਾਦੂ ਦਾ ਅਸਰ ਕੀਤਾ। ਮਹੀਨਾ ਕੁ ਉਹਦੀ ਸੰਗਤ 'ਚ ਗੁਜ਼ਾਰਨ ਤੋਂ ਬਾਅਦ ਮੈਂ ਇੰਜ ਮਹਿਸੂਸ ਕਰਨ ਲੱਗਾ ਜਿਵੇਂ ਮੇਰੀ ਜੂਨ ਹੀ ਬਦਲ ਗਈ ਹੈ। ਜਿਹੜੀਆਂ ਚਸਕਾਂ ਦਿਲ 'ਚ ਉੱਠ ਕੇ ਮੈਨੂੰ ਮੱਛੀ ਵਾਂਗ ਤੜਪਾਉਂਦੀਆਂ ਰਹਿੰਦੀਆਂ ਸੀ, ਇੱਕਦਮ ਸ਼ਾਂਤ ਹੋ ਗਈਆਂ। ਉਸ ਕੁੜੀ ਦੀ ਯਾਦ ਜਿੱਥੇ ਮੇਰੇ ਲਈ ਦੁੱਖ ਤੇ ਸੰਤਾਪ ਦਾ ਕਾਰਨ ਬਣੀ ਰਹਿੰਦੀ ਸੀ, ਮੇਰੇ ਲਈ ਆਤਮਕ ਖੇੜੇ ਦਾ ਕਾਰਨ ਬਣ ਗਈ, ਜਿਵੇਂ ਉਹ ਹਰ ਘੜੀ ਮੇਰੇ ਅੰਦਰ ਹੀ ਵਸ ਰਹੀ ਹੋਵੇ। ਪਰ ਇਹ ਤਾਂ ਬਹੁਤ ਛੋਟੀ ਜਿਹੀ ਗੱਲ ਸੀ। ਉਸ ਮਹਾਤਮਾ ਨੇ ਮੈਂ ਜ਼ਿੰਦਗੀ ਦੇ ਉਹ ਰਾਜ ਸਮਝਾਏ ਜਿਨ੍ਹਾਂ ਨੇ ਮੇਰੇ ਇਲਮ ਤੇ ਗਿਆਨ 'ਚ ਵੀ ਬਹੁਤ ਵਾਧਾ ਕੀਤਾ। ਆਪਣੇ ਦੋਸਤ ਦੀ ਵਾਰਤਾ ਸੁਣ ਕੇ ਜਸਵੰਤ ਦੇ ਦਿਲ ਨੂੰ ਬੇਹੱਦ ਖੁਸ਼ੀ ਹੋਈ। ਮੈਂ ਜਿੰਨਾ ਚਿਰ ਉਹਦੀ ਸੰਗਤ 'ਚ ਰਿਹਾ, ਪੂਰੇ ਤਿਆਗੀਆਂ ਵਾਲੇ ਪਹਿਰਾਵੇ 'ਚ
ਕੱਪੜੇ ਮੈਂ ਭਗਵੇ ਰੰਗ ਲਏ, ਕੇਸ ਖੁੱਲੇ ਛੱਡ ਦਿੱਤੇ। ਸਾਰਾ ਦਿਨ ਝਰਨਿਆਂ ਤੇ ਆਬਸ਼ਾਰਾਂ ਦੇ ਕੰਢੇ ਬੈਠਾ ਸਤਾਰ ਨਾਲ ਗੀਤਾਂ ਦਾ ਸਵਾਦ ਮਾਣਦਾ ਰਿਹਾ ਸੀ। ਤੇ ਜਦ ਮੈਂ ਉੱਥੋਂ ਵਾਪਸ ਮੁੜਿਆ ਤੇ ਮੇਰੀ ਆਤਮਾ ਕਿਸੇ ਰੂਹਾਨੀ ਰੰਗ 'ਚ ਰੰਗੀ ਹੋਈ ਸੀ। ਧੰਨਵਾਦ। ਅੰਗ 8ਵਾਂ। ਰੋਟੀ ਖਾਣ ਤੋਂ ਬਾਅਦ ਦੋਵੇਂ ਮਿੱਤਰ ਸੌਣ ਵਾਲੇ ਕਮਰੇ 'ਚ ਜਾ ਕੇ ਅਗਲੀਆਂ ਪਿਛਲੀਆਂ ਗੱਲਾਂ ਕਰਨ ਲੱਗੇ। ਕੁਝ ਚਿਰ ਬਾਅਦ ਜਸਵੰਤ ਸਿੰਘ ਨੇ ਫਿਰ ਗੱਲਾਂ ਛੇੜਨ ਦੇ ਮਾਰੇ ਪੁੱਛਿਆ, ਜਗਜੀਤ, ਮੰਨਿਆ ਕਿ ਸੂਖਸ਼ਮ ਰੂਪ 'ਚ ਉਹ ਤੇਰੇ ਪਾਸ ਹੀ ਹੈ, ਫਿਰ ਵੀ ਘੱਟੋ ਘੱਟ ਤੈਨੂੰ ਉਹਦੀ ਢੂੰਡ ਭਾਲ ਤਾਂ ਜਾਰੀ ਰੱਖਣੀ ਚਾਹੀਦੀ ਸੀ। ਖਬਰੇ ਵਿਚਾਰੀ ਦੁਖੀ ਹੈ ਜਾਂ ਸੁਖੀ ਹੈ, ਕੀ ਪਤਾ ਉਸ ਨਾਲ ਕੀ ਬੀਤੀ ਹੋਵੇ। ਜਗਜੀਤ ਦ੍ਰਿੜਤਾ ਨਾਲ ਬੋਲਿਆ, ਜਸਵੰਤ, ਤਲਾਸ਼ ਉਸ ਚੀਜ਼ ਦੀ ਕੀਤੀ ਜਾਂਦੀ ਹੈ ਜਿਸ ਦੀ ਅਣਹੋਂਦ ਹੋਵੇ ਜਾਂ ਜਿਹਦੀ ਸਿੱਕ ਹੋਵੇ, ਪਰ ਜਿਹਨੇ ਕਿਸੇ ਚੀਜ਼ ਦੇ ਮੁੱਢ ਨੂੰ ਫੜ ਲਿਆ ਹੋਵੇ ਉਹਨੂੰ ਪੱਤਰ ਟਹਿਣੀਆਂ ਨਾਲ ਝਰੀਟਾਂ ਲਵਾਉਣ ਦੀ ਲੋੜ ਹੀ ਬਾਕੀ ਨਹੀਂ ਰਹਿੰਦੀ। ਹਾਂ, ਉਹਦੇ ਸੰਸਾਰਿਕ ਦੁੱਖ ਨੂੰ ਦੂਰ ਕਰਨਾ ਮੈਂ ਆਪਣੀ ਜ਼ਿੰਦਗੀ ਦਾ ਸਭ ਤੋਂ ਵੱਡਾ ਫਰਜ਼ ਸਮਝ ਲਿਆ, ਪਰ ਅਫਸੋਸ ਕਿ ਮੈਂ ਉਹਦਾ ਕੋਈ ਪਤਾ ਨਹੀਂ ਸੀ ਪਾ ਸਕਿਆ। ਜਸਵੰਤ ਸਿੰਘ ਨੂੰ ਫੇਰ ਮਖੌਲ ਸੁਝਿਆ, ਕਹਿਣ ਲੱਗਾ, ਤੂੰ ਜੋ ਕਹਿਣਾ ਹੈ ਹਰ ਵੇਲੇ ਮੇਰੇ ਪਾਸ ਮੌਜੂਦ ਹੈ। ਜੇ ਸੱਚਮੁੱਚ ਮੌਜੂਦ ਹੈ ਤਾਂ ਕੀ ਤੂੰ ਉਹਨੂੰ ਮੈਨੂੰ ਨਹੀਂ ਵਿਖਾ ਸਕਦਾ? ਤੇਰੀਆਂ ਅੱਖਾਂ ਵੀ ਹੋਣ ਤਾਂ ਫਿਰ ਕੀ ਡਰ ਹੈ? ਕੁਝ ਚਿਰ ਲਈ ਤੂੰ ਆਪਣੀਆਂ ਅੱਖਾਂ ਮੈਨੂੰ ਦੇ ਦੇ, ਪਰ ਨਹੀਂ, ਖਾਲੀ ਅੱਖਾਂ ਦੇਣ ਨਾਲ ਕੀ ਹੋਏਗਾ? ਕੰਨ ਵੀ ਦੇਣੇ ਪੈਣਗੇ ਜਿਨ੍ਹਾਂ ਨਾਲ ਮੈਂ ਉਹਦਾ ਗਾਣਾ ਵੀ ਸੁਣ ਸਕਾਂ। ਤੈਨੂੰ ਤਾਂ ਮਖੌਲ ਕਰਨ ਦੀ ਐਸੀ ਬੁਰੀ ਵਾਦੀ ਪਈ ਹੈ ਕਿ ਕਦੇ ਵੀ ਤੂੰ ਆਪਣੀ ਆਦਤ ਤੋਂ ਬਾਜ਼ ਨਹੀਂ ਰਹਿ ਸਕਦਾ। ਨਹੀਂ ਜਗਜੀਤ, ਮੈਂ ਸੱਚ ਕਹਿਣਾ, ਜਿਸ ਦਿਨ ਤੂੰ ਮੇਰੇ ਅੱਗੇ ਉਸ ਕੁੜੀ ਦਾ ਜ਼ਿਕਰ ਕੀਤਾ ਸੀ ਤੇ ਨਾਲ ਹੀ ਤੂੰ ਦੱਸਿਆ ਸੀ ਕਿ ਉਹ ਵਾਇਲਨ ਬੜਾ ਸੋਹਣਾ ਵਜਾਉਂਦੀ ਹੈ, ਉਦੋਂ ਤੋਂ ਮੈਨੂੰ ਵੀ ਗਾਣਾ ਸਿੱਖਣ ਦਾ ਸ਼ੌਕ ਜਿਹਾ ਲੱਗ ਗਿਆ। ਇੱਥੇ ਆ ਕੇ ਮੈਂ ਇੱਕ ਪੁਰਾਣਾ ਵਾਇਲਨ ਵੀ ਖਰੀਦਿਆ। 1000 ਯਤਨ ਕੀਤੇ, ਇੱਕ ਉਸਤਾਦ ਪਾਸੋਂ ਵੀ ਸਬਕ ਲੈਂਦਾ ਰਿਹਾ, ਪਰ ਉਸ ਉੱਤੇ ਉਂਗਲਾਂ ਚਲਾਉਣ ਦਾ ਤਰੀਕਾ ਐਸਾ ਉਲਟਾ ਹੈ ਕਿ ਮੇਰੀਆਂ ਉਂਗਲਾਂ ਉੱਤੇ ਚਲਦੀਆਂ ਹੀ ਨਹੀਂ। ਤੂੰ ਤਾਂ ਨਿੱਕਿਆਂ ਹੁੰਦਿਆਂ ਤੋਂ ਹੀ ਰਾਗ ਦਾ ਸ਼ੌਕੀਨ ਹੈ। ਬਾਪੂ ਹੋਰਾਂ ਤੈਨੂੰ ਕਈ ਸਾਜ਼ ਵੀ ਲੈ ਕੇ ਦਿੱਤੇ ਹੋਏ ਸਨ, ਨਾਲੇ ਵਾਇਲਨ ਵੀ। ਮੇਰਾ ਖਿਆਲ ਹੈ ਕਿ ਇਸੇ ਕਰਕੇ ਤੈਨੂੰ ਗਾਉਣ ਵਾਲੀ ਦੀ ਆਵਾਜ਼ ਚੰਗੀ ਲੱਗੀ ਹੋਏਗੀ। ਜਗਜੀਤ ਜ਼ਰਾ ਛਿੱਥਾ ਹੋ ਕੇ ਬੋਲਿਆ, ਛੱਡ ਵੀ ਯਾਰ, ਕੋਈ ਅਕਲ ਦੀ ਗੱਲ ਕਰ। ਭੰਗੜਾਂ ਵਾਲੀਆਂ ਵਾਹ ਵੇਲੀਆਂ ਛੱਡ ਬੈਠਾ ਹੈ। ਇਹਨਾਂ ਊਟਪਟਾਂਗ ਗੱਲਾਂ ਦਾ ਮੈਂ ਤੈਨੂੰ ਕੀ ਜਵਾਬ ਦਿਆਂ? ਹਾਂ, ਤੂੰ ਕਹਿੰਦਾ ਵਾਇਲਨ ਲਿਆ ਸੀ, ਫਿਰ ਤੂੰ ਥੋੜਾ ਬਹੁਤ ਤਾਂ ਸਿੱਖਿਆ ਹੀ ਹੋਏਗਾ। ਮੈਨੂੰ ਤਾਂ ਮੁੱਦਤ ਹੋਈ ਹੈ ਵਾਇਲਨ ਹੱਥ 'ਚ ਫੜੇ ਨੂੰ। ਬਾਪੂ ਹੋਰਾਂ ਥੋੜਾ ਬਹੁਤ ਸਿਖਾਇਆ ਸੀ। ਉਹਨਾਂ ਦੀ ਜ਼ਬਾਨੀ ਸੁਣਿਆ ਕਿ ਮੇਰੀ ਮਾਂ ਬਹੁਤ ਚੰਗਾ ਵਾਇਲਨ ਵਜਾਉਂਦੀ ਸੀ ਤੇ ਉਹਨਾਂ ਦੀ ਉਸੇ ਪਾਸੋਂ ਸਿੱਖਿਆ ਸੀ। ਅੱਜ ਕੱਲ੍ਹ ਦੇ ਸਤਾਰ ਉੱਤੇ ਹੀ ਮੇਰਾ ਹੱਥ ਚੱਲਦਾ। ਜਸਵੰਤ ਸਿੰਘ ਜ਼ਰਾ ਜੋਸ਼ 'ਚ ਬੋਲਿਆ, ਪਰ ਤਾਂ ਵੀ ਤੈਨੂੰ ਥੋੜਾ ਬਹੁਤ ਤਾਂ ਆਉਂਦਾ ਹੀ ਹੋਏਗਾ। ਕਹਿੰਦਿਆਂ ਉਹ ਨੁੱਕਰ 'ਚ ਪਈ ਕੱਪੜੇ ਟੰਗਣ ਵਾਲੀ ਅਲਮਾਰੀ ਦਾ ਪਰਦਾ ਰਤਾ ਕੁ ਹਟਾ ਕੇ ਤੇ ਉਸ 'ਚ ਹੱਥ ਪਾ ਕੇ ਇੱਕ ਵਾਇਲਨ ਕੱਢ ਲਿਆਇਆ ਤੇ ਜਗਜੀਤ ਵੱਲ ਵਧਾਉਂਦਿਆਂ ਬੋਲਿਆ, ਵੇਖੇ ਨਾ, ਵਾਇਲਨ ਤਾਂ ਚੰਗਾ ਮਾਲੂਮ ਹੁੰਦਾ, ਪਰ ਗਜ਼ ਦੇ ਵਾਲ ਕੁਝ ਭੁਰ ਗਏ ਨੇ। ਜਗਜੀਤ ਨੇ ਸਾਜ਼ ਨੂੰ ਹੱਥਾਂ 'ਚ ਫੜ ਕੇ ਤੇ ਇੱਕ ਦੋ ਵਾਰੀ ਸਿੱਧਾ ਪੁੱਠਾ ਕਰਕੇ ਵੇਖਿਆ, ਫਿਰ ਉਂਗਲ ਨਾਲ ਉਹਦੀਆਂ ਤਾਰਾਂ ਨੂੰ ਟੁਣਕਾਰਦਾ ਹੋਇਆ ਬੋਲਿਆ, ਬੇਲਾ ਚੰਗਾ ਹੈ, ਕਿਸੇ ਕਾਰੀਗਰ ਦੇ ਹੱਥਾਂ 'ਚ ਰਿਹਾ ਮਾਲੂਮ ਹੁੰਦਾ। ਫਿਰ ਉਹਨੇ ਗਜ਼ ਹੱਥ 'ਚ ਫੜ ਕੇ ਹੌਲੀ ਹੌਲੀ ਉਸ 'ਤੇ ਚਲਾਉਣਾ ਸ਼ੁਰੂ ਕੀਤਾ ਤੇ ਉਹਦੀਆਂ ਉਂਗਲਾਂ ਆਪਣੇ ਆਪ ਹੀ ਉੱਤੇ ਨੱਚਣ ਲੱਗ ਪਈਆਂ। ਇਸ ਪਿੱਛੋਂ ਉਹੀ ਪੰਚਮ ਦੀ ਸੁਰ 'ਚ ਨਿਕਲ ਰਿਹਾ ਸੀ, ਪਪੀਹਾ ਕਾਹੇ ਮਚਾਵੇ ਸ਼ੋਰ। ਜਗਜੀਤ ਉਹਨੂੰ ਵਜਾਉਂਦਾ ਐਸਾ ਬੇਖੁਦ ਹੋ ਗਿਆ ਕਿ ਉਹਦੀਆਂ ਅੱਖਾਂ ਮੀਟੀਆਂ ਗਈਆਂ ਤੇ ਬੇਲੇ ਦੀਆਂ ਤਾਰਾਂ 'ਚ ਰਸ ਭਰਦਾ ਉਸ ਲਈ ਰਾਗ ਰੂਪ ਹੀ ਬਣ ਗਿਆ। ਇਸ ਵੇਲੇ ਜਸਵੰਤ ਸਿੰਘ, ਜਿਹੜਾ ਹੁਣ ਤੱਕ ਮਖੌਲ 'ਚ ਸਭ ਕੁਝ ਕਰ ਰਿਹਾ, ਬੇਲੇ ਦੀ ਆਵਾਜ਼ ਵਿੱਚ ਐਸਾ ਲੀਨ ਹੋ ਗਿਆ ਕਿ ਉਹਨੂੰ ਕੋਈ ਸੁੱਧ ਬੁੱਧੀ ਨਾ ਰਹੀ। ਕਮਰੇ ਦੀ ਹਰ ਇੱਕ ਚੀਜ਼ ਇਸ ਵੇਲੇ ਕਿਸੇ ਬਿਰਹੋਂ ਕੁੱਠੀ ਵੈਰਾਗਨ ਦੇ ਰੂਪ 'ਚ ਗਾ ਰਹੀ ਸੀ, ਪਪੀਹਾ ਕਾਹੇ ਮਚਾਵੇ ਸ਼ੋਰ। ਜਗਜੀਤ ਆਪਣੇ ਹਿਰਦੇ ਦੀ ਦੇਵੀ ਗਾਉਣ ਵਾਲੀ ਦੀ ਪ੍ਰਤੱਖ ਮੂਰਤੀ ਨੂੰ ਮਨ ਦੀਆਂ ਅੱਖਾਂ ਨਾਲ ਸਾਹਮਣੇ ਖੜੀ ਵੇਖ ਰਿਹਾ ਸੀ। ਉਹਨੂੰ ਸਾਖਿਆਤ ਦਿਸ ਰਿਹਾ ਸੀ ਕਿ ਅੱਜ ਫੇਰ ਉਸੇ ਤਰ੍ਹਾਂ ਗਾ ਰਹੀ ਹੈ, ਪਪੀਹਾ ਕਾਹੇ ਮਚਾਵੇ ਸ਼ੋਰ। ਭਾਵੇਂ ਗਾਉਣ ਵਾਲੀ ਦੀ ਪ੍ਰੇਮ ਮੂਰਤ ਸਦਾ ਹੀ ਉਹਦੇ ਅੰਗ ਸੰਗ ਰਹਿੰਦੀ ਤੇ ਸੈਂਕੜੇ ਵਾਰ ਆਪਣੇ ਖਿਆਲੀ ਰਚਨਾ 'ਚ ਉਹਨੇ ਉਹਨੂੰ ਇਸੇ ਤਰ੍ਹਾਂ ਗਾਉਂਦਿਆਂ ਵੇਖਿਆ ਸੀ, ਪਰ ਅੱਜ ਵਰਗਾ ਸਵਾਦ ਉਹਨੂੰ ਅੱਗੇ ਕਦੇ ਨਹੀਂ ਸੀ ਆਇਆ। ਉਸ ਚੌਂਕ ਵਾਲੇ ਦਿਨ ਤੋਂ ਬਾਅਦ ਇਸ ਤੇ ਵਾਧਾ ਇਹ ਕਿ ਅੱਗੇ ਜਦ ਕਦੇ ਉਹਦੇ ਸਾਹਮਣੇ ਗਾਉਣ ਵਾਲੀ ਦਾ ਖਿਆਲ ਮੂਰਤ ਆਉਂਦੀ ਤਾਂ ਉਹ ਕੇਵਲ ਇਹੋ ਇੱਕੋ ਅਸਥਾਈ ਦੀ ਤੁਕ ਹੀ ਗਾਉਂਦੀ ਉਹਨੂੰ ਮਾਲੂਮ ਹੁੰਦੀ ਸੀ, ਪਪੀਹਾ ਕਾਹੇ ਮਚਾਏ ਸ਼ੋਰ। ਪਰ ਅੱਜ ਉਹਨੂੰ ਇਉਂ ਮਾਲੂਮ ਹੁੰਦਾ ਸੀ ਜਿਕਣ ਗਾ ਰਹੀ ਹੈ ਜਿਹਾ ਕਿ ਬਿਜਲੀ ਚਮਕੇ, ਬਾਦਲ ਗਰਜੇ, ਕਨਹਰ ਕੀ ਕਨਕੋਰ।
जब से फिर परदेस सिधाए तड़पत हूँ निस भोर, नींद ना आवे जियर जावे पिया गए कित ठोर, पपीहा काहे मचावे शोर। ਅਖੀਰਲੀ ਤੁਕ ਪੜਨ ਤੋਂ ਬਾਅਦ ਉਹਦਾ ਗਾਣਾ ਬੰਦ ਹੋ ਗਿਆ। ਇਹਦੇ ਨਾਲ ਹੀ ਜਗਜੀਤ ਨੇ ਦੇ ਹੱਥ ਵਾਲਾ ਗੱਜ ਵੀ ਉੱਥੇ ਦਾ ਉੱਥੇ ਹੀ ਰੁਕ ਗਿਆ ਤੇ ਉਹਦੀਆਂ ਉਂਗਲਾਂ ਵੀ ਰੁਕ ਗਈਆਂ, ਪਰ ਉਹਦੀਆਂ ਅੱਖਾਂ ਅਜੇ ਤੱਕ ਉਸੇ ਤਰ੍ਹਾਂ ਬੰਦ ਸਨ। ਗਾਉਣ ਵਾਲੀ ਪ੍ਰਤੱਖ ਉਹਨੂੰ ਖੜੀ ਦਿਸ ਰਹੀ ਸੀ, ਉਸੇ ਪਵਿੱਤਰ ਪ੍ਰੇਮ ਦ੍ਰਿਸ਼ਟ ਨਾਲ ਜਗਜੀਤ ਵੱਲ ਤੱਕ ਰਹੀ ਸੀ ਤੇ ਉਹਦੀਆਂ ਅੱਖਾਂ 'ਚੋਂ ਅਥਰੂ ਡਲਕ ਰਹੇ ਸਨ। ਇਸ ਵੇਲੇ ਉਹਨੇ ਵੇਖਿਆ ਕਿ ਗਾਉਣ ਵਾਲੀ ਨੇ ਉਹਦਾ ਹੱਥ ਆਪਣੇ ਰੇਸ਼ਮ ਵਰਗੇ ਮੁਲਾਇਮ ਹੱਥਾਂ 'ਚ ਫੜ ਕੇ ਘੁੱਟ ਲਿਆ। ਇਹਦੇ ਨਾਲ ਹੀ ਉਹਨੂੰ ਇਹ ਵੀ ਅਨੁਭਵ ਹੁੰਦਾ ਸੀ ਜਿਕਣ ਉਹਦੇ ਹੱਥ ਪਰ ਗਾਉਣ ਵਾਲੀ ਦੇ ਸਵਾਸ ਦੀ ਨਿੱਕੀ ਨਿੱਕੀ ਹਵਾੜ ਪੈ ਕੇ ਉਹਨੂੰ ਨਿੱਘਿਆਂ ਕਰ ਰਹੀ ਹੈ। ਇਸ ਤੋਂ ਪਹਿਲਾਂ ਕਦੇ ਨਹੀਂ ਸੀ ਹੋਇਆ। ਜਗਜੀਤ ਨੇ ਉਹਦੀ ਅਸਲੀਅਤ ਨੂੰ ਸਮਝਣ ਲਈ ਦੂਸਰਾ ਹੱਥ ਚੁੱਕਿਆ ਤੇ ਜਿਉਂ ਹੀ ਉਹਦੇ ਖੱਬੇ ਹੱਥ ਨੇ ਸੱਜੇ ਨੂੰ ਛੋਇਆ, ਉਹਨੂੰ ਪਤਾ ਲੱਗਾ ਕਿ ਉਹਦਾ ਸੱਜਾ ਹੱਥ ਅਜੇ ਤੱਕ ਕਿਸੇ ਦੇ ਕੋਮਲ ਹੱਥਾਂ 'ਚ ਹੈ। ਉਹਨੇ ਕਈ ਵਾਰ ਟੋਇਆ ਟਟੋਲਿਆ, ਪਰ ਹੁਣ ਉਹਨੂੰ ਸੱਚਮੁੱਚ ਕਿਸੇ ਪ੍ਰਾਕਿਰਤਿਕ ਹੱਥ ਵਰਗਾ ਹੀ ਮਾਲੂਮ ਹੁੰਦਾ ਸੀ, ਖਿਆਲੀ ਨਹੀਂ। ਜਿਉਂ ਹੀ ਉਹਦੀ ਤਰਕ ਸ਼ਕਤੀ ਚੇਤੰਨ ਹੋਈ, ਝੱਟ ਹੀ ਉਹਦੀਆਂ ਮੀਟੀਆਂ ਹੋਈਆਂ ਅੱਖਾਂ ਖੁੱਲ੍ਹ ਗਈਆਂ, ਪਰ ਮੀਟੀਆਂ ਰਹਿਣ ਵਿੱਚ ਤੇ ਖੁੱਲ੍ਹਣ 'ਚ ਉਹਨੂੰ ਕੋਈ ਫਰਕ ਨਾ ਦਿਸਿਆ। ਜੋ ਕੁਝ ਉਹ ਅੱਖਾਂ ਮੀਟੀ ਵੇਖ ਰਿਹਾ ਸੀ, ਐਨ ਉਹੋ ਜਿਹੀ ਅੱਖਾਂ ਖੁੱਲ੍ਹਣ ਤੇ ਵੀ ਉਹਦੇ ਸਾਹਮਣੇ ਸੀ। ਉਹੀ ਪਵਿੱਤਰ ਪ੍ਰੇਮ ਭਰੀ ਨਜ਼ਰ, ਉਹੀ ਮੈਲੀ ਧੋਤੀ ਦਾ ਦੜਵੰਜਾ। ਉਹਦੀ ਗਿਆਨ ਤੇ ਅਗਿਆਨ ਅਵਸਥਾ ਦੋਵੇਂ ਆਪੋ 'ਚ ਇਸ ਤਰ੍ਹਾਂ ਉਲਝ ਗਈਆਂ ਕਿ ਚੋਖਾ ਚਿਰ ਉਸ ਲਈ ਆਪਣੀ ਹੋਸ਼ 'ਚ ਜਾਂ ਬੇਹੋਸ਼ ਹੋਣ ਦਾ ਨਿਰਣਾ ਕਰਨਾ ਔਖਾ ਹੋ ਗਿਆ। ਇਸ ਵੇਲੇ ਉਹਨੂੰ ਇਉਂ ਪਤਾ ਲੱਗਾ ਜਿਕਣ ਕਿਸੇ ਨੇ ਉਹਦੀ ਪਿੱਠ ਤੇ ਜ਼ੋਰ ਦੀ ਚੁੰਡੀ ਵੱਢੀ ਹੈ। ਉਹਨੇ ਪਿੱਛੇ ਪਰਤ ਕੇ ਵੇਖਿਆ, ਜਸਵੰਤ ਸੀ, ਜਿਹੜਾ ਨਾਲ ਦੀ ਕੁਰਸੀ ਤੇ ਬੈਠਾ ਹੱਸ ਰਿਹਾ ਸੀ ਤੇ ਅਜੇ ਤੱਕ ਗਾਉਣ ਵਾਲੀ ਦਾ ਹੱਥ ਜਗਜੀਤ ਦੇ ਹੱਥਾਂ ਵਿੱਚ ਸੀ। ਉਹ ਹੋਰ ਕਿੰਨਾ ਚਿਰ ਅੱਖਾਂ ਪਾੜ ਪਾੜ ਕੇ ਲੱਲੀ ਵੱਲ ਤੱਕਦਾ ਰਿਹਾ। ਉਹਦਾ ਦਿਲ ਅਜੇ ਵੀ ਧੋਖੇ 'ਚ ਸੀ। ਉਹ ਉੱਠ ਕੇ ਖੜਾ ਹੋ ਗਿਆ ਤੇ ਹੱਥ ਮਾਇਆ ਦੇ ਸਿਰ ਤੇ ਰੱਖ ਕੇ ਉਹਨੂੰ ਚੰਗੀ ਤਰ੍ਹਾਂ ਟੋਇਆ। ਉਹਦੇ ਹੱਥ ਨੂੰ ਚੰਗੀ ਤਰ੍ਹਾਂ ਫੜ ਕੇ ਉਹਦੀ ਵੀਣੀ ਟਟੋਲੀ। ਉਹਨੂੰ ਪੂਰੀ ਤਰ੍ਹਾਂ ਸਮਝ ਆ ਗਈ ਕਿ ਇਹ ਉਸ ਦਾ ਸੂਖਸ਼ਮ ਸਰੀਰ ਨਹੀਂ, ਸਥੂਲ ਹੈ। ਉਹਨੇ ਪਿਆਰ ਨਾਲ ਮਾਇਆ ਦਾ ਸਿਰ ਚੁੰਮਿਆ ਤੇ ਫਿਰ ਕੁਰਸੀ ਤੇ ਬੈਠਦਾ ਬੋਲਿਆ, ਜਸਵੰਤ, ਬਹੁਤ ਖੂਬ, ਬਹੁਤ ਕਮਾਲ, ਹੁਣ ਮੈਂ ਸਮਝਿਆ। ਇਸ ਤੋਂ ਬਾਅਦ ਜਸਵੰਤ ਸਿੰਘ ਨੇ ਮਾਇਆ ਦੇ ਮਿਲਣ, ਬੁੱਢੇ ਦੇ ਮਰਨ ਤੇ ਇਹਦਾ ਨਾਮ ਮਾਇਆ ਹੋਣ ਦਾ ਕੁਝ ਹਾਲ ਸੁਣਾਇਆ, ਪਰ ਉਹਨੇ ਆਪਣੀ ਹੱਡਬੀਤੀ ਦਾ ਮਜ਼ਮੂਨ ਵਿੱਚੋਂ ਲਾਂਭੇ ਕਰ ਦਿੱਤਾ। ਇਸ ਤੋਂ ਬਾਅਦ ਉਹਨੂੰ ਇਹ ਵੀ ਦੱਸਿਆ ਕਿ ਅੱਜ ਦਾ ਨਾਟਕ ਰਚਣ ਲਈ ਉਹਨੇ ਮਾਇਆ ਨੂੰ ਉਸੇ ਪੁਰਾਣੇ ਵੇਸ 'ਚ ਸਾਹਮਣੇ ਕੱਪੜੇ ਟੰਗਣ ਵਾਲੀ ਅਲਮਾਰੀ ਪਿੱਛੇ ਸਭ ਕੁਝ ਸਿਖਾ ਕੇ ਖੜੀ ਕਰ ਦਿੱਤਾ ਸੀ। ਇਸ ਤੋਂ ਬਾਅਦ ਵਾਇਲਨ ਦਾ ਜ਼ਿਕਰ ਛੇੜਿਆ। ਜਿਉਂ ਹੀ ਜਗਜੀਤ ਨੇ ਉਹਨੂੰ ਵਜਾਉਣਾ ਸ਼ੁਰੂ ਕੀਤਾ, ਝੱਟ ਹੀ ਮਾਇਆ ਪਰਦਾ ਚੁੱਕ ਕੇ ਅਲਮਾਰੀ ਵਿੱਚੋਂ ਨਿਕਲ ਆਈ ਤੇ ਉਹਦੇ ਸਾਜ਼ ਨਾਲ ਆਵਾਜ਼ ਮਿਲਾ ਕੇ ਗਾਉਣ ਲੱਗ ਪਈ। ਜਸਵੰਤ ਸਿੰਘ ਦੀਆਂ ਗੱਲਾਂ ਵੱਲ ਜਗਜੀਤ ਦਾ ਖਿਆਲ ਸੀ ਕਿ ਨਹੀਂ, ਇਸ ਬਾਬਤ ਕੁਝ ਨਹੀਂ ਕਿਹਾ ਜਾ ਸਕਦਾ। ਮਾਇਆ ਉਹਦੇ ਸਾਹਮਣੇ ਸੀ, ਪਰ ਦੋਹਾਂ ਦੇ ਮੂੰਹ ਇੱਕ ਵੀ ਅੱਖਰ ਨਹੀਂ ਸੀ ਨਿਕਲਦਾ। ਦੋਵੇਂ ਚੋਖਾ ਚਿਰ ਇੱਕ ਦੂਜੇ ਦੇ ਮੂੰਹ ਵੱਲ ਤੱਕਦੇ ਰਹੇ। ਧੰਨਵਾਦ।